ਜੈਸੀ ਦੋਸਾਂਝ ਜਾਂ ਜਸਬੀਰ ਦੋਸਾਂਝ ਤੁਸੀਂ ਕਹਿ ਲਓ, ਉਹ ਬਹੁਤ ਸਾਲਾਂ ਤੋਂ ਐਕਟਿਵਲੀ ਕੰਮ ਕਰ ਰਹੇ ਨੇ। ਬਹੁਤ ਸਾਰੇ ਐਥਲੀਟਸ ਉਹਨਾਂ ਨੇ ਪੈਦਾ ਕੀਤੇ ਨੇ, ਟ੍ਰੇਨ ਕੀਤੇ ਨੇ। ਇੱਕ ਕੋਚ ਦੇ ਤੌਰ 'ਤੇ ਵਿਚਰਦਿਆਂ ਹੋਇਆਂ ਉਹਨਾਂ ਨੂੰ ਬਹੁਤ ਸਾਲ ਹੋ ਚੁੱਕੇ ਨੇ ਇਸ ਮੁਲਕ ਦੇ ਵਿੱਚ। ਨਾ ਸਿਰਫ ਆਪਣੀ ਕਮਿਊਨਿਟੀ ਦੇ ਜਿਹੜੇ ਐਥਲੀਟਸ ਨੇ ਉਹਨਾਂ ਨੇ ਤਿਆਰ ਕੀਤੇ ਨੇ, ਹੋਰਨਾਂ ਕਮਿਊਨਿਟੀਜ਼ ਦੇ ਵਿੱਚ ਪੈਦਾ ਹੋਏ ਬੱਚੇ ਵੀ ਇਹਨਾਂ ਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਟ੍ਰੇਨ ਕੀਤੇ ਨੇ। ਅਤੇ ਉਹ ਜਦੋਂ ਮਾਣ ਦੇ ਨਾਲ ਗੱਲ ਕਰਦੇ ਆ, ਕਦੇ ਵੀ ਉਹ ਇਸ ਚੀਜ਼ ਨੂੰ, ਮੈਂ ਜਦੋਂ ਵੀ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਕਦੇ ਵੀ ਉਹ ਹੀ ਨਹੀਂ ਕਹਿੰਦੇ ਕਿ ਮੈਂ ਸਿਰਫ ਆਪਣੇ ਬੱਚਿਆਂ ਬਾਰੇ ਸੋਚਦਾ ਜਾਂ ਪੰਜਾਬੀ ਬੱਚਿਆਂ ਬਾਰੇ ਸੋਚਦਾ ਜਾਂ ਮੈਂ ਸਰੀ ਜਾਂ ਡੈਲਟਾ ਦੇ ਬੱਚਿਆਂ ਬਾਰੇ ਸੋਚਦਾ। ਨਹੀਂ, ਵੱਡੇ ਲੈਵਲ 'ਤੇ ਸੋਚਦੇ ਨੇ। ਉਹਨਾਂ ਦਾ ਨਜ਼ਰੀਆ ਕੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਕੀ ਹੈ, ਕੀ ਕਰਨਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਹੁਣ ਤੱਕ ਕੀ ਕੁਝ ਕਰ ਚੁੱਕੇ ਨੇ, ਉਹਨਾਂ ਦੀ ਜਰਨੀ ਕਿਹੋ ਜਿਹੀ ਰਹੀ ਹੈ। ਅੱਜ ਇਹ ਸਾਰੀਆਂ ਗੱਲਾਂ ਬਾਤਾਂ ਜਾਣਨ ਦੇ ਲਈ ਮੈਂ ਸਟੂਡੀਓ ਦੇ ਵਿੱਚ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ ਜਸਬੀਰ ਦੋਸਾਂਝ, ਜਿਨ੍ਹਾਂ ਨੂੰ ਤੁਸੀਂ ਆਮ ਕਰਕੇ ਜੈਸੀ ਦੋਸਾਂਝ ਦੇ ਤੌਰ 'ਤੇ ਜਾਣਦੇ ਹੋ। ਜਸਬੀਰ ਜੀ ਆਇਆਂ ਨੂੰ। ਧੰਨਵਾਦ ਤੁਹਾਡੇ ਬਹੁਤ ਚੰਗੇ ਸ਼ਬਦਾਂ ਦਾ ਨਵਜੋਤ, ਅਤੇ ਤੁਹਾਡੇ ਸਾਰੇ ਸਰੋਤਿਆਂ ਦਾ ਸਤਿਕਾਰ ਇਸ ਪ੍ਰੋਗਰਾਮ ਦੇ ਵਿੱਚ। ਮੈਂ ਇਸ ਪ੍ਰੋਗਰਾਮ ਇੱਕ ਹੋਰ ਵੀ ਢੁਕਵਾਂ ਹੋ ਗਿਆ, ਕਿਉਂਕਿ ਅੱਜ ਕੱਲ੍ਹ ਜਦੋਂ ਆਪਾਂ ਇਹ ਸ਼ੋਅ ਕਰ ਰਹੇ ਹਾਂ, ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਜਿਹੜਾ ਓਲੰਪਿਕ ਗੇਮਾਂ ਜਿਹੜੀਆਂ ਉਹ ਇਸ ਵੇਲੇ ਹੋ ਰਹੀਆਂ। ਬਿਲਕੁਲ। ਨੈਲਸਨ ਮੰਡੇਲੇ ਨੇ, ਉਹਨਾਂ ਦੀ ਕੋਟ ਹੈ ਇੱਕ, ਵੀ ਸਪੋਰਟਸ ਹੈਜ਼ ਅ ਪਾਵਰ ਟੂ ਚੇਂਜ ਦ ਵਰਲਡ, ਸਪੋਰਟਸ ਹੈਵ ਅ ਪਾਵਰ ਟੂ ਇੰਸਪਾਇਰ, ਸਪੋਰਟਸ unite the people. Sports speaks to the youth a language what they understand. Sports is a hope, right? So ਕਿੰਨੇ ਜ਼ਰੂਰੀ ਆ, ਕਿਉਂ ਜ਼ਰੂਰੀ ਆ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਵਿੱਚ ਬਹੁਤ ਸੌਖੀ ਗੱਲ ਇਹ ਆ ਵੀ ਸਪੋਰਟਸ ਜਿਹੜੀ ਆ ਹਰ ਪੱਖ ਤੋਂ ਹਰ ਸਕਿੱਲ ਨੂੰ ਡਿਵੈਲਪ ਕਰਨ ਦੇ ਵਿੱਚ ਉਹ ਮਦਦ ਕਰਦੀ ਆ। ਨਾਟ ਫਿਜ਼ੀਕਲੀ ਓਨਲੀ, ਇਮੋਸ਼ਨਲੀ, ਮੈਂਟਲੀ, ਰਾਈਟ, ਸੋਸ਼ਲੀ। ਸੋ ਉਹ ਜਿਹੜੀਆਂ ਗੱਲਾਂ ਆ, ਇਹ ਇੰਪੋਰਟੈਂਸ ਹੋ ਜਾਂਦੀ ਹੈ ਸਪੋਰਟਸ ਦੀ। ਅਤੇ ਅੱਜ ਜੋ ਵੀ ਆਪਾਂ, ਇਹ ਸਿਰਫ ਅਸੀਂ ਆਪਣੇ ਆਪ ਨਹੀਂ ਇਹ ਬਣੇ, ਸਾਨੂੰ ਇਹ ਰੀਅਲਾਈਜ਼ ਕਰਨਾ ਚਾਹੀਦਾ ਵੀ ਇਹਨਾਂ ਦੇ ਪਿੱਛੇ ਸਾਨੂੰ ਇਹੋ ਜਿਹਾ ਬਣਾਉਣ ਲਈ ਕਿੰਨਿਆਂ ਦਾ ਯੋਗਦਾਨ ਆ। ਸੋ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਪੇਰੈਂਟਸ ਦਾ, ਆਪਣੀ ਫੈਮਿਲੀ ਦਾ, ਸਾਡੇ ਸਾਰੇ ਜਿੰਨੇ ਕੋਚ ਸੀ, ਸਾਡੇ ਮਿੱਤਰਾਂ ਦੋਸਤਾਂ ਦਾ, ਟੀਮਮੇਟਸ ਦਾ, ਉਹਨਾਂ ਦਾ ਸਾਰਿਆਂ ਦਾ ਯੋਗਦਾਨ ਦੇਖਦਾ ਹੋਇਆ ਮੈਂ ਇਹ ਕਹੂੰਗਾ ਵੀ ਕ੍ਰੈਡਿਟ ਉਹਨਾਂ ਸਾਰਿਆਂ ਨੂੰ ਜਾਂਦਾ ਹੈ। ਜਦੋਂ ਅਸੀਂ ਇਹ ਕ੍ਰੈਡਿਟ ਦੇਖਦੇ ਹਾਂ, ਹੁਣ ਤੁਹਾਡੇ ਕੋਲ ਆਉਂਦਾ ਵੀ ਇੱਕ ਤੁਸੀਂ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਇੱਕ ਕਿਹਾ ਸੀ ਵੀ ਪਰਪਸ। ਜੇ ਜ਼ਿੰਦਗੀ 'ਚ ਪਰਪਸ ਨਹੀਂ ਤਾਂ ਜ਼ਿੰਦਗੀ ਹੈ ਨਹੀਂ। ਐਗਜ਼ੈਕਟਲੀ, ਰਾਈਟ। ਅਤੇ ਪਰਪਸ ਹੋਣਾ ਜ਼ਰੂਰੀ ਹੈ। ਹੁਣ ਜਿਹੜਾ ਪਰਪਸ ਆ ਉਹ ਕੀ ਹੋ ਸਕਦਾ? ਇੱਕ ਕਰੀਅਰ ਜਿਹੜਾ ਆ ਉਹ ਪਰਪਸ ਨਹੀਂ ਹੈ। ਮੈਂ ਡਾਕਟਰ ਬਣਨਾ ਚਾਹੁੰਦਾ, ਉਹ ਡਾਕਟਰ ਬਣ ਸਕਦਾ, ਮੇਰਾ ਇੱਕ ਗੁੱਡ ਕਰੀਅਰ ਆ, ਪਰ ਡਾਕਟਰ ਬਣ ਕੇ ਮੈਂ ਸੇਵਾ ਕਿੱਦਾਂ ਦੀ ਕਰਨੀ ਆ, ਉਹ ਪਰਪਸ ਆ। ਰਾਈਟ। ਉਹ ਹੋ ਸਕਦਾ ਉਹ ਆਫਿਸ 'ਚ ਬਣੇ ਬੈਠੇ, ਉਹ ਬਾਹਰਲੇ ਦੇਸ਼ਾਂ 'ਚ ਉਹ ਰੈੱਡ ਕਰਾਸ ਦੇ ਨਾਲ ਹੀ ਘੁੰਮੀ ਜਾਵੇ। ਰਾਈਟ। ਹੋ ਸਕਦਾ ਉਹ ਕੋਈ ਹੋਰ ਲੇਨ ਫੜ ਲਵੇ। ਇਹ ਜਿਹੜਾ ਆ, ਸੋ ਮੇਰੇ ਇਹ ਦਿਮਾਗ 'ਚ ਸੀ, ਫੈਮਿਲੀ ਦੀ ਇਨਵਾਇਰਮੈਂਟ ਉਸ ਤਰ੍ਹਾਂ ਪਲੇ ਹੋ ਸੀ ਅਸੀਂ। ਰਾਈਟ। ਅਤੇ ਉਹ ਜਿਹੜਾ ਇਨਫਲੂਐਂਸ ਸੀ ਸਾਡੇ, ਉਹ ਹੌਲੀ ਇੱਥੇ ਜਦੋਂ ਮੈਂ ਆਇਆ ਤਾਂ ਮੈਨੂੰ ਇਹ ਹੋਇਆ ਵੀ ਮੈਂ ਮਿਸ ਕੀਤਾ ਖੇਡਣਾ, ਕਿਉਂਕਿ ਮੈਂ I was 23, 24 ਜਦੋਂ ਮੈਂ ਇੱਥੇ ਕੈਨੇਡਾ ਆਇਆ। ਉਹ ਪੀਕ ਟਾਈਮ ਸੀ। ਜੇ ਇੰਡੀਆ 'ਚ ਰਹਿੰਦੇ ਸ਼ਾਇਦ ਕਿਸੇ ਹੋਰ ਪ੍ਰੋਫੈਸ਼ਨਲ ਬਣ ਜਾਂਦੇ, ਕਿਸੇ ਮਹਿਕਮੇ ਨੂੰ ਜੁਆਇਨ ਕਰਦੇ। ਆ ਕੇ ਇੱਥੇ ਜਿਹੜਾ ਇੱਥੇ ਹਾਰਡ ਕੰਮ ਕਰਨਾ ਪਿਆ। ਮੈਂ ਉੱਥੇ ਜ਼ਰੂਰ ਪਹੁੰਚੂਗੀ। ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦੀ ਤੁਹਾਡੇ ਕੋਲੋਂ ਕਿ ਤੁਸੀਂ ਸ਼ੁਰੂ 'ਚ ਹੀ ਹੁਣ ਇਹ ਗੱਲ ਕਰ ਦਿੱਤੀ ਹੈ ਕਿ ਮਾਪਿਆਂ ਦਾ, ਟੀਚਰਸ ਦਾ, ਕੋਚਿਸ ਦਾ ਜੋ ਯੋਗਦਾਨ ਰਿਹਾ ਤੁਸੀਂ ਉਹਨੂੰ ਰੈਕਗਨਾਈਜ਼ ਕਰਦੇ ਹੋ। ਹੁਣ ਵੀ ਤੁਸੀਂ ਬਹੁਤ ਇਸ ਗੱਲ 'ਤੇ ਹਮੇਸ਼ਾ ਜ਼ੋਰ ਦਿੰਦੇ ਹੋ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਕਿ ਮਾਪਿਆਂ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ ਕਿ ਅਸੀਂ ਬੱਚਿਆਂ ਨੂੰ ਕਿੱਧਰ ਨੂੰ ਤੋਰਨਾ ਚਾਹੁੰਦੇ ਹਾਂ ਜਾਂ ਅਸੀਂ ਕੀ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਹੈਗੇ। ਜੈਸੀ ਦੋਸਾਂਝ ਦਾ ਜਿਹੜਾ ਸਪੋਰਟਸ ਦੇ ਨਾਲ ਰਿਸ਼ਤਾ ਕਦੋਂ ਬਣਿਆ ਅਤੇ ਕਿਵੇਂ ਬਣਿਆ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ। ਮੈਨੂੰ ਇਹ ਹੈ ਵੀ ਬਚਪਨ ਤੋਂ ਹੀ, ਜੇ ਮੈਂ ਕਹਿ ਦੇਵਾਂ, ਕਿਉਂਕਿ ਸਾਡੇ ਡੈਡੀ ਚੰਗੇ ਵਾਲੀਬਾਲ ਦੇ ਪਲੇਅਰ ਸੀ। ਓਕੇ। ਫਿਰ ਉਹਨਾਂ ਨੇ ਘਰੇ ਹੀ ਇੱਦਾਂ ਦਾ ਇਨਵਾਇਰਮੈਂਟ ਇੱਦਾਂ ਦਾ ਪੈਦਾ ਕਰ ਦਿੱਤਾ, ਹਵੇਲੀ ਜਿਹਨੂੰ ਕਹਿੰਦੇ ਆ ਤੁਸੀਂ, ਜਿੱਥੇ ਤੁਸੀਂ ਆਪਣੇ ਪਸ਼ੂ ਰੱਖਦੇ ਆ, ਉਸ ਹਵੇਲੀ ਦੇ ਵਿੱਚ ਪਤਾ ਨਹੀਂ ਕਿੰਨੇ ਉਸ ਪਿੰਡ ਦੇ ਬੱਚੇ ਜਿਹੜੇ ਆ ਸ਼ਾਮ ਨੂੰ
ਲਿਫਟਿੰਗ ਕਰਦੇ ਸੀ। ਸੋ ਸਭ ਤੋਂ ਵੱਡਾ ਜਿਹੜਾ ਇੰਪੈਕਟ ਤੁਹਾਡੇ ਮਾਈਂਡ ਤੇ ਉਸ ਮਾਹੌਲ ਦਾ ਹੀ ਉਹ ਹੈ। ਮਾਹੌਲ ਦਾ, ਉਸ ਦਾ ਮਾਹੌਲ ਉਹ ਤੋਂ ਬਾਅਦ ਤੁਸੀਂ ਦੇਖੋ ਵਾਲੀਬਾਲ ਨੈਟ ਉੱਥੇ ਲਗਾਇਆ ਸੀ, ਵੇਟ ਲਿਫਟਿੰਗ ਉੱਥੇ ਸੀ। ਅਸੀਂ ਸਾਰੇ ਭਰਾਵਾਂ ਨੇ ਕਬੱਡੀ ਵੀ ਖੇਡੀ, ਵਾਲੀਬਾਲ ਵੀ ਖੇਡਿਆ, ਟਰੈਕ ਐਂਡ ਫੀਲਡ ਪਵਿੱਤਰ ਤਾਂ ਬਹੁਤ ਜ਼ਿਆਦਾ ਤਕੜਾ ਰਿਹਾ, ਰਾਈਟ। ਉਹਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ 12-13 ਵਾਰੀ ਵਰਲਡ ਚੈਂਪੀਅਨਸ਼ਿਪ ਲਈ, ਸਾਊਥ ਏਸ਼ੀਅਨ ਚੈਂਪੀਅਨ ਹੈ ਉਹ, ਨੈਸ਼ਨਲ ਚੈਂਪੀਅਨ 6-7 ਵਾਰੀ ਉਹ ਇੰਡੀਆ ਦਾ ਰਿਹਾ। ਸੋ ਜਦੋਂ ਉਹ ਦੇਖਦੇ ਆ ਵੀ ਇਹ ਕਿੱਥੋਂ, ਇਹ ਘਰ ਤੋਂ ਅਸੀਂ ਬਚਪਨ ਤੋਂ ਹੀ ਇਸ ਪਾਸੇ ਲੱਗੇ। ਉਹ ਜਿਹੜਾ ਹੌਲੀ ਹੌਲੀ ਚੰਗ ਜਿਹੜੀ ਉਹ ਤੁਰਦੀ ਗਈ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 6 ਬ੍ਰਦਰ ਤੇ ਇੱਕ ਸਿਸਟਰ। ਹਾਂਜੀ, 2 ਸਿਸਟਰ ਵੀ ਖੇਡਦੀ ਰਹੀ ਹੈ? ਸਿਸਟਰ ਨੇ ਨਹੀਂ ਖੇਡਿਆ। ਇਹ ਵੀ ਬਦਕਿਸਮਤੀ ਆ। ਮੈਂ ਇਸ ਗੱਲ ਲਈ ਵੀ ਜ਼ਰੂਰੀ ਇਹ ਗੱਲ ਕਹਿਣੀ ਆ ਵੀ ਓਪਰਚੁਨਿਟੀ ਹੁੰਦੇ ਹੋਏ ਵੀ ਕਈ ਵਾਰੀ ਸਾਡੇ ਸਮਾਜ 'ਚ ਇਹ ਗੱਲਾਂ ਜਿਹੜੀਆਂ ਹਜੇ ਹੈਗੀਆਂ ਵੀ ਸਰਪ੍ਰਾਈਜ਼ਿੰਗ, ਪਰ ਤੁਸੀਂ ਸੇਮ ਟਾਈਮ ਤੁਸੀਂ ਇਹ ਦੇਖੋ ਬਈ ਅਸੀਂ ਸਾਰੇ ਜਣੇ ਖੇਡਦੇ ਸੀ, ਕਿਉਂਕਿ ਮਾਹੌਲ ਜਿਹੜਾ ਹੈ ਨਾ, ਮੁੰਡਿਆਂ ਦਾ ਮਾਹੌਲ ਜਿਹੜਾ ਉੱਥੇ ਪਿੰਡਾਂ ਦੇ ਵਿੱਚ ਸੀ ਉਹ ਕੁਛ ਹੋਰ ਟਾਈਪ ਦਾ ਸੀ। ਕੁੜੀਆਂ ਉਨੀਆਂ ਖੁੱਲੀਆਂ ਨਹੀਂ ਸੀ ਉਸ ਸਮੇਂ ਦੇ ਵਿੱਚ। ਹਾਲਾਂਕਿ ਸਾਡੇ ਛੋਟੀ ਸੀ, ਹਾਂਜੀ, ਸਭ ਤੋਂ ਛੋਟੀ। ਹਾਲਾਂਕਿ ਸਾਡੇ ਫੈਮਿਲੀ ਦੇ ਵਿੱਚ ਸਭ ਤੋਂ ਪਿਆਰੀ ਜਿਹੜੀ ਉਹ ਸਾਡੀ ਸਿਸਟਰ ਸੀ। ਅੱਛਾ, ਰਾਈਟ। ਸਾਰਿਆਂ ਦੇ ਲਈ, ਸਾਡੇ ਲਈ ਵੀ, ਸਾਡੇ ਮਾਂ ਪਿਓ ਲਈ ਵੀ ਇਹ ਵੀ ਸੀ ਵੀ ਸਾਡੇ ਜੰਮਿਆਂ ਤੇ ਤਾਂ ਸ਼ਾਇਦ ਡੈਡੀ ਹੁਣਾਂ ਨੇ ਲੱਡੂ ਨਹੀਂ ਬਣਨੇ, ਪਰ ਸਾਡੀ ਸਿਸਟਰ ਉਹ ਕਿੱਥੇ ਰਹਿੰਦੇ ਨੇ ਹੁਣ? ਇੱਥੇ ਹੀ ਹੈ, ਨਾਰਥ ਡੈਲਟਾ 'ਚ। ਹਾਂਜੀ। ਓ ਅੱਛਾ। ਤੇ ਐਨੀਵੇ ਇਹ ਸਾਰੀ ਜਿਹੜੀ ਆ ਗੱਲ ਜਿਹੜੀ ਆ ਫੈਮਿਲੀ ਤੋਂ ਤੁਰੀ। ਉਸ ਤੋਂ ਬਾਅਦ ਤੁਸੀਂ ਜਦੋਂ ਸਪੋਰਟਸ ਵਿੰਗ 'ਚ ਚਲ ਗਏ, ਕਾਲਜਾਂ ਯੂਨੀਵਰਸਿਟੀਆਂ 'ਚ ਗਏ, ਉੱਥੇ ਤੁਸੀਂ ਹੋਰ ਥੋੜ੍ਹੀ ਜਿਹੀ ਅਪਰਾਈਟ ਜਿਹੜੀ ਆ ਤੁਹਾਨੂੰ ਜਿਹੜੀ ਆ ਸਹੂਲਤਾਂ ਮਿਲੀਆਂ। ਉਹਨਾਂ ਸਹੂਲਤਾਂ ਦੇ ਵਿੱਚ ਅਸੀਂ ਚੰਗੇ, ਇਹੀ ਕਹਿ ਸਕਦਾ ਵੀ ਬਹੁਤ ਚੰਗਾ ਇੱਕ ਮੌਕਾ ਮਿਲਦਾ ਗਿਆ ਧੁਰ ਤੋਂ ਹੀ। ਜਦੋਂ ਤੋਂ ਇੱਥੇ ਕੈਨੇਡਾ ਨਹੀਂ ਸੀ ਪੈਰ ਰੱਖਿਆ, ਉਦੋਂ ਤੋਂ ਹੀ ਬਹੁਤ ਵਧੀਆ ਉੱਥੇ ਮੌਸਮ ਰਿਹਾ ਖੇਡਾਂ ਦਾ। ਤੇ ਇੱਥੇ ਜਦੋਂ ਆਇਆ, ਫਿਰ ਇੱਥੇ ਆ ਕੇ ਇੱਥੇ ਕਦੋਂ ਆਏ ਸੀ? ਕਿੰਨੀ ਕੁ ਉਮਰ? 1981 ਦੇ ਵਿੱਚ ਮੈਂ ਆਇਆ ਸੀ ਇੱਥੇ। ਤੇ 81-82 ਸਾਰਿਆਂ ਨੂੰ ਪਤਾ ਹੈ ਬਈ BC ਦੀ ਬਹੁਤ ਮੰਦੀ ਹਾਲਤ ਸੀ ਇਕਨੋਮਿਕਲੀ। ਕੋਈ ਜੋਬ ਨਹੀਂ ਸੀ, ਰਾਈਟ। ਫਾਰਮ 'ਚ ਵੀ ਕੰਮ ਕੀਤਾ, ਕੋਈ ਉਹਦੀ ਦਿੱਕਤ ਨਹੀਂ। ਪਹਿਲੀ ਜੌਬ ਕਿਹੜੀ ਕੀਤੀ ਆ? ਫਾਰਮ ਦੇ ਵਿੱਚ। ਹਾਂਜੀ, ਆਲੂ ਚੁੱਕੇ ਜੀ। ਹਾਂ। ਤੇ ਪਿੰਡਾਂ ਤੋਂ ਆਏ ਲੋਕ ਤਾਂ ਉਹ ਵੀ ਕੰਮ ਸਾਰਾ ਖੁਸ਼ੀ ਕਰ ਲੈਂਦੇ। ਚੈਲੰਜ, ਇਟ ਵਾਜ਼ ਮਾਈ ਚੋਇਸ। ਅੱਛਾ। ਮੈਨੂੰ ਕਿਸੇ ਕਿਹਾ ਨਹੀਂ ਸੀ ਕਿਸੇ ਨੇ ਵੀ ਹਾਂ ਵੀ ਤੂੰ ਉੱਥੇ ਨੂੰ ਜਾ। ਇਹ ਕੋਈ ਇਸ ਤਰ੍ਹਾਂ ਨਹੀਂ ਸੀ ਵੀ ਮੈਨੂੰ ਡੈਡੀ ਹੋਣਾ। ਮੈਂ ਪੰਜਾਬ ਯੂਨੀਵਰਸਿਟੀ, ਆਲ ਇੰਡੀਆ ਇੰਟਰ ਯੂਨੀਵਰਸਿਟੀ ਅਸੀਂ ਖੇਡ ਕੇ ਆਏ ਹਾਂ। ਤੇ ਮੈਂ ਜਦੋਂ ਪਿੰਡ ਆਇਆ ਤਾਂ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਕਸਟਮ ਜੁਆਇਨ ਕਰਨ ਲੱਗਾ। ਅੱਛਾ। ਤੇ ਇਹ ਕਹਿੰਦੇ ਠੀਕ ਆ, ਕਰ ਲਓ, ਕਿਉਂਕਿ ਉਸ ਵੇਲੇ ਅਸੀਂ 2 ਮੈਂਬਰ ਸੀ ਟੀਮ ਦੇ। ਮੈਂ ਸੀ, ਇੱਕ ਮੁੰਡਾ ਚੰਡੀਗੜ੍ਹ ਤੋਂ ਸੀ। ਦੋਨਾਂ ਦੀ ਬੈਚਲਰ ਡਿਗਰੀ ਜਿਹੜੀ ਉਹ ਹੋਈ ਸੀ, ਉਹ BA ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਸੀ। ਤੇ ਮੈਂ ਕਿਹਾ ਮੈਂ ਉਸ ਤੋਂ ਬਾਅਦ ਮੇਰਾ ਇੱਕ ਦੋਸਤ ਇਸ ਵੇਲੇ ਉਹ ਟੋਰਾਂਟੋ ਆ, ਉਹ ਇੱਥੇ ਕੈਨੇਡਾ ਨੂੰ ਆਉਣ ਲੱਗਾ ਤਾਂ ਮੈਨੂੰ ਕਹਿੰਦਾ ਵੀ ਚੱਲ ਦਿੱਲੀ ਨਹੀਂ ਚੱਲ ਰਿਹਾ। ਮੈਂ ਉਹਦੇ ਨਾਲ ਦਿੱਲੀ ਨੂੰ ਆ ਗਿਆ। ਅੱਛਾ। ਦਿੱਲੀ ਆਏ ਤੇ ਉਹ ਕਹਿੰਦਾ ਮੈਂ ਤੁਹਾਡੇ ਫੋਨ ਕਰੂੰਗਾ। ਫੋਨ ਸਾਡੇ ਹੁੰਦਾ ਸੀ ਤੇ ਉਹਨੇ ਫੋਨ ਕੀਤਾ, ਕਹਿੰਦਾ ਵੀ ਇੱਦਾਂ ਕਰ, ਕਹਿੰਦਾ ਇੱਥੇ ਨਾਲੋਂ ਕਹਿੰਦਾ ਦੇਸ਼ ਬਹੁਤ ਵਧੀਆ। ਅੱਛਾ। ਉਹਨਾਂ ਦਿਨਾਂ ਦੇ ਵਿੱਚ ਇੱਥੇ ਵੀਜ਼ਾ ਨਹੀਂ ਲੈਣਾ ਪੈਂਦਾ, ਇੱਥੇ ਵੀਜ਼ਾ ਤੁਹਾਨੂੰ ਆ ਕੇ ਇੱਥੇ ਦਿੰਦੇ ਸੀ। ਉੱਥੋਂ ਬਸ ਇਹੀ ਗੱਡੀ ਇੱਧਰ ਨੂੰ ਤੁਰ ਲਈ ਤੇ ਜਾ ਕੇ ਪੈਸੇ ਮੰਗੇ ਡੈਡੀ ਹੁਣਾਂ ਤੋਂ ਵੀ ਮੈਨੂੰ 10,000 ਰੁਪਈਆ ਚਾਹੀਦਾ, ਟਿਕਟ ਲੈਣੀ ਆ। ਤੁਸੀਂ ਇਕੱਲੇ ਆਏ ਸੀ ਇੱਥੇ? ਇਕੱਲੇ, ਹਾਂਜੀ। ਹਾਂਜੀ। ਅੱਛਾ। ਤੇ ਬਸ ਆ ਕੇ ਫਿਰ ਇੱਥੇ ਦਾ ਕੈਨੇਡੀਅਨ ਸਫ਼ਰ ਜਿਹੜਾ ਆ, ਇਹ ਜੁਲਾਈ 1 ਨੂੰ 1981 ਜੁਲਾਈ 11 ਨੂੰ 1981 ਦੇ ਵਿੱਚ ਇਹ ਸਫ਼ਰ ਇੱਥੇ ਕੈਨੇਡਾ ਦਾ ਸ਼ੁਰੂ ਹੋਇਆ। ਹਾਂਜੀ। ਸੋ ਉੱਥੇ ਤੁਸੀਂ ਉਸ ਵੇਲੇ ਜੌਬ ਕਰ ਰਹੇ ਸੀ ਇੰਡੀਆ 'ਚ? ਨਹੀਂ, ਜੌਬ ਜੁਆਇਨ ਕਰਨ ਦੀ ਸੋਚ ਰਿਹਾ ਸੀ। ਤੇ ਉਸ ਵੇਲੇ ਮੈਂ ਮਾਸਟਰ ਕਰ ਰਿਹਾ ਸੀਗਾ ਗੌਰਮੈਂਟ ਕਾਲਜ ਲੁਧਿਆਣੇ, ਹੁਸ਼ਿਆਰਪੁਰ। ਲੁਧਿਆਣੇ ਮੇਰੀ ਸੀਗੀ ਬੈਚਲਰ ਡਿਗਰੀ, ਉੱਥੋਂ ਕੀਤੀ ਸੀ ਗੌਰਮੈਂਟ ਕਾਲਜ ਤੋਂ। ਤੇ ਗੌਰਮੈਂਟ ਕਾਲਜ ਹੁਸ਼ਿਆਰਪੁਰ ਮੈਂ ਮਾਸਟਰ ਕਰ ਰਿਹਾ ਸੀ, ਪਰ ਫਿਰ ਇੱਧਰ ਦਾ ਜੁਗਾੜ ਬਣ ਗਿਆ। ਅੱਛਾ, ਜਦੋਂ ਕੋਈ ਵੀ ਵਿਅਕਤੀ ਐਸਟੈਬਲਿਸ਼ ਹੋ ਜਾਂਦਾ, ਤੁਸੀਂ ਵੀ ਹੁਣ ਸਪੋਰਟਸ ਦੇ ਫੀਲਡ ਦੇ ਵਿੱਚ ਐਸਟੈਬਲਿਸ਼ਡ ਕੋਚ ਹੋ, ਤੁਹਾਡੀਆਂ ਅਚੀਵਮੈਂਟਸ ਹੈਗੀਆਂ, ਤੁਸੀਂ ਬਹੁਤ ਸਾਰੇ ਆਨਰਸ ਅਵਾਰਡਸ ਵੀ ਹਾਸਲ ਕਰ ਚੁੱਕੇ ਹੋ, ਤੁਹਾਡੀ ਪੂਰੀ ਰੈਕੋਗਨੀਸ਼ਨ ਹੈਗੀ ਇਸ ਚੀਜ਼ ਦੀ ਜੀ। ਉਦੋਂ ਜਦੋਂ ਆਪਾਂ ਗੱਲਾਂ ਕਰਦੇ ਹਾਂ, ਉਹ ਹੋ ਸਕਦਾ ਇੱਕ ਵੱਖਰੇ ਐਂਗਲ ਤੋਂ ਕਰ ਰਹੇ ਹਾਂ, ਪਰ ਜਦੋਂ ਹੁਣ ਤੁਸੀਂ ਆਏ ਆ ਇਸ ਮੁਲਕ ਦੇ ਵਿੱਚ, ਜੀ, ਉਸ ਵੇਲੇ ਤਾਂ ਹਰ ਇੱਕ ਸਧਾਰਨ ਵਿਅਕਤੀ ਜਿੱਦਾਂ ਕੋਈ ਆਉਂਦਾ, ਤੁਸੀਂ ਉੱਦਾਂ ਹੀ ਆਉਂਦੇ ਹੋ। ਕੋਈ ਇੱਦਾਂ ਦਾ ਸੁਪਨਾ ਤੁਸੀਂ ਲੈ ਕੇ ਆਏ ਸੀ ਕਿ ਵੀ ਮੈਂ ਸਪੋਰਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਨੀਆਂ, ਜਾਂ ਕੁਝ ਹੋਰ ਹੀ ਸੀ ਮਨ ਦੇ ਵਿੱਚ ਜਦੋਂ ਤੁਸੀਂ ਉਤਰੇ ਸੀ ਇੱਥੇ? ਨਹੀਂ, ਦੇਖੋ ਜਿਹੜੀ ਸਪੋਰਟਸ ਹੈ ਉਹ ਭੁੱਲੀ ਨਹੀਂ ਸੀ, ਉਹ ਨਾਲ ਹੀ ਸੀ।
ਮੈਂ ਈਵਨ ਉਹ ਰਿਕ੍ਰੀਏਸ਼ਨਲ ਮੈਂ ਕਰਦਾ ਰਿਹਾ, ਹੁਣ ਤਾਂ ਹੀ ਵੀ ਕਰੀ ਜਾਂਦਾ। ਅੱਛਾ ਰਾਈਟ, ਉਹ ਨਹੀਂ ਮੈਂ ਛੱਡਣੀ। ਹਾਂ, ਪ੍ਰੋਫੈਸ਼ਨਲੀ ਹੋ ਨਹੀਂ ਸਕਦੀ ਜਦੋਂ ਦੇਖਿਆ ਤੇ ਸਰਕਮਸਟੈਂਸ ਦੇਖਦੇ ਆ, ਕਿਉਂਕਿ ਜਿਹੜੀ ਉਸ ਲੈਵਲ 'ਚ ਸਪੋਰਟਸ ਕਰਨੀ ਆ, ਇਟਸ ਅ ਫੁੱਲ ਟਾਈਮ ਜੋਬ। ਤੁਹਾਨੂੰ ਖਾਣਾ ਉਸ ਤਰੀਕੇ ਨਾਲ ਪੈਣਾ, ਤੁਹਾਡੀ ਰੈਸਟ ਉਹ ਤਰੀਕੇ ਨਾਲ ਹੋਣੀ ਚਾਹੀਦੀ ਹੈ, ਤੁਹਾਡੀ ਟ੍ਰੇਨਿੰਗ ਜਿਹੜੀ ਅਪਰੋਪਰੀਏਟ ਹੋਣੀ ਚਾਹੀਦੀ ਹੈ, ਜਿਹੜੀ ਨਹੀਂ ਸੀ ਹੋ ਸਕਦੀ। ਤੁਹਾਡੀ ਸਪੋਰਟ ਜਾਂਦੀ ਲੱਗੀ, ਜਿਹੜੀ ਸਪੋਰਟ ਕੋਈ ਸੀ। ਇਦਾਂ ਦੀ ਕੋਈ ਦੁਵਿਧਾ ਸੀਗੀ ਉਸ ਵਿੱਚ ਮਨ ਦੇ ਵਿੱਚ ਕਿ No, ਕਿਸੇ ਹੋਰ ਪਾਸੇ ਨੂੰ ਮੈਂ- ਜਾਣਾ ਚਾਹੁੰਦੇ, ਕਰ ਕੁਝ ਹੋਰ ਰਹੇ ਆ? ਨਹੀਂ ਨਵਜੋਤ, ਜੇ ਇਦਾਂ ਹੁੰਦੀ ਤਾਂ ਸ਼ਾਇਦ ਮੈਂ ਵਾਪਸ ਮੁੜ ਜਾਂਦਾ ਉਦੋਂ ਹੀ। ਅੱਛਾ ਰਾਈਟ, ਆਈ ਟੁੱਕ ਅ ਚੈਲੰਜ ਹਾਂ ਵੀ ਇਹ ਮੇਰਾ ਡਿਸੀਜਨ ਆ, ਮੈਨੂੰ ਕਿਸੇ ਨੇ ਕਿਹਾ ਨਹੀਂ ਸੀ, ਮੈਂ ਇੱਥੇ ਆਪ ਆਇਆ ਤੇ ਹੁਣ ਇੱਥੇ ਐਸਟੈਬਲਿਸ਼ ਹੋਣਾ ਆ। ਰਾਈਟ, ਉਸ ਵੇਲੇ ਕਿਸੇ ਵੀ ਤਰ੍ਹਾਂ ਦਾ ਕੋਈ ਜੋਬ ਜਿਹੜੀ ਹੈ $2-4 ਦਿਹਾੜੀ ਦੇ ਮਸਾਂ ਮਿਲਦੇ ਸੀ, ਅੱਛਾ ਪਰ ਮੈਨੂੰ ਉਹਦੇ ਲਈ ਹੁਣ ਵੀ ਰਿਗਰੈਟ ਨਹੀਂ ਹੈ। ਮੈਂ ਉਹਨੂੰ ਬੜੇ ਮਾਣ ਨਾਲ ਕਹਿੰਦਾ ਵੀ ਉਹ ਚੰਗਾ ਕੰਮ ਸੀ, ਉਹਨੇ ਮੈਨੂੰ ਸਿਖਾਇਆ ਬਹੁਤ ਕੁਛ। ਰਾਈਟ, ਅਕਲ ਜਿਹੜੀ ਹੋਸਟਲ 'ਚ ਕਦੇ ਅਸੀਂ ਕੰਮ ਹੀ ਨਹੀਂ ਸੀ ਕੀਤਾ। ਰਾਈਟ, ਖਾ ਕੇ ਪੈ ਜਾਓ, ਟ੍ਰੇਨਿੰਗ ਕਰ ਲਓ, ਕਲਾਸਰੂਮ ਜਾਓ। ਕਿੱਥੇ ਪੜ੍ਹਦੇ ਸੀ ਤੁਸੀਂ? ਮੈਂ ਗੌਰਮੈਂਟ ਕਾਲਜ ਲੁਧਿਆਣੇ ਸਪੋਰਟਸ ਵਿੰਗ 'ਚ ਸੀ, ਉਸ ਤੋਂ ਬਾਅਦ ਸਪੋਰਟਸ ਵਿੰਗ ਹੁਸ਼ਿਆਰਪੁਰ ਗੌਰਮੈਂਟ ਕਾਲਜ। ਹਾਂਜੀ, ਅਤੇ ਇਹ ਹੁਣ ਉਹ ਜਿਹੜੇ ਚੈਲੰਜ ਉਹ ਤੁਹਾਡੇ ਸੀ। ਰਾਈਟ, ਉਹਨਾਂ ਚੈਲੰਜਾਂ ਨੇ ਉਸ ਬੈਰੀਅਰ ਨੂੰ, ਕਿਉਂਕਿ ਦੇਖੋ ਹੁਣ ਵੀ ਮੈਂ ਕਹਿੰਦਾ ਹੁੰਦਾ, ਬਹੁਤ ਸਾਰੇ ਲੋਕ ਆ ਸਪੋਰਟਸ ਨੂੰ ਇਸ ਤਰ੍ਹਾਂ ਦੇਖਦੇ ਆ ਵੀ ਉਹਦਾ ਗੋਲਡ ਮੈਡਲ ਆ ਗਿਆ, ਉਹ ਜਿੱਤ ਗਿਆ, ਨਾ ਜਿੱਤ ਗਿਆ। ਨਹੀਂ, ਜਿਹੜੀ ਪ੍ਰੈਪਰੇਸ਼ਨ ਆ ਨਾ, ਉਸ ਗੋਲ ਨੂੰ ਅਚੀਵ ਕਰਨ ਦੇ ਲਈ ਜਿਹੜੀ ਸਟਰਗਲ ਆ, ਜਿਹੜੀ ਤੁਸੀਂ ਟ੍ਰੇਨਿੰਗ ਕਰਦੇ ਆ, ਉਹ ਅਸਲੀ ਨਜ਼ਾਰੇ ਦਾ ਜਿਹੜਾ ਉਹ ਸੀਨ ਆ। ਕਿਉਂਕਿ ਜਦੋਂ ਤੁਸੀਂ ਇਹ ਦੇਖ ਲਿਆ ਵੀ ਰਿਜ਼ਲਟ ਕੀ ਆ, ਉਦੋਂ ਤੁਸੀਂ ਸਿਰਫ ਰਿਜ਼ਲਟ ਦੇਖਦੇ ਆ। ਤੁਸੀਂ ਉਹ ਜਿਹੜੀ ਸਫ਼ਰ ਆ ਜਿਹੜਾ ਉਹਦੇ ਵਿੱਚੋਂ ਦੀ ਨਹੀਂ ਲੰਘ ਰਹੇ। ਰਾਈਟ, ਤੁਹਾਨੂੰ ਜਿਹੜੀ ਪ੍ਰੈਪਰੇਸ਼ਨ ਆ, ਉਹ ਜਿਹੜਾ ਐਥਲੀਟ ਆ ਜਾਂ ਕੋਚ ਆ ਜਾਂ ਟੀਚਰ ਆ ਜਾਂ ਉਹ ਸਿੰਗਰ ਆ ਜਾਂ ਕੋਈ ਵੀ ਆ, ਉਹ ਜਿਹੜਾ ਉਹ ਅਸਲੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਉਹ ਪਾਰਟ ਆ ਰਿਆਜ਼ ਜਿਹੜਾ ਆ। ਰਾਈਟ, ਟ੍ਰੇਨਿੰਗ ਆ ਜਿਹੜੀ। ਰਾਈਟ, ਉਹ ਜਿਹੜੀ ਆ ਉਹ ਬਿਨਾਂ ਚੈਲੰਜ ਤੋਂ ਹੁੰਦੀ ਨਹੀਂ। ਸੋ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੈਂ ਇਹ ਕਹਿੰਦਾ ਵੀ ਬੜੀਆਂ ਮੁਸ਼ਕਿਲਾਂ ਆਈਆਂ, ਪਰ ਉਹ ਮੁਸ਼ਕਿਲਾਂ ਜਿਹੜੀਆਂ ਉਹਨਾਂ ਨੇ ਮੈਨੂੰ ਅਕਲ ਦਿੱਤੀ, ਉਹ ਮੈਂ ਉਹਨਾਂ ਨੂੰ ਇਸ ਤਰ੍ਹਾਂ ਲਿਆ ਵੀ ਉਹ ਚੈਲੰਜ ਜਿਹੜੇ ਆ ਉਹਨਾਂ ਨੂੰ ਪਾਰ ਕਰਨੇ ਆ ਉਹ, ਅਤੇ ਉਹ ਜਿਹੜਾ ਮੈਨੂੰ ਮਦਦ ਕਰਨਗੇ ਮੇਰੀ ਜ਼ਿੰਦਗੀ ਦੇ ਵਿੱਚ। ਸੋ ਜਸਵੀਰ ਜੀ, ਤੁਸੀਂ ਜਦੋਂ ਕੈਨੇਡਾ ਪਹੁੰਚ ਗਏ, ਮੈਂ ਤੁਹਾਨੂੰ ਪਿਛਲੇ ਹਿੱਸੇ 'ਚ ਵੀ ਇੱਥੇ ਜਿੱਥੇ ਆਪਾਂ ਗੱਲ ਛੱਡੀ ਸੀ ਕਿ ਤੁਸੀਂ ਕੀ ਵਿਜ਼ਨ ਲੈ ਕੇ ਆਏ ਸੀ ਆਪਣਾ ਕਿ ਇੱਥੇ ਕੀ ਕਰਨਾ ਆ ਕੇ, ਕਿਉਂਕਿ ਤੁਹਾਡੇ ਦੋਸਤ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਮੁਲਕ ਵਧੀਆ, ਇੱਥੇ ਆ ਜਾ, ਤੁਸੀਂ ਘਰਦਿਆਂ ਕੋਲੋਂ ਮਦਦ ਲਈ ਅਤੇ ਤੁਸੀਂ ਇੱਥੇ ਪਹੁੰਚ ਗਏ। ਜੀ ਉਹ ਇੱਥੇ ਉਹ ਤੋਂ ਬਾਅਦ, ਹਾਂ, ਜੇ ਤੁਸੀਂ ਸਪੋਰਟਸ ਦੇ ਨਾਲ ਰਿਲੇਟਡ ਰੱਖੋ ਤਾਂ ਇਹ ਸੁਪਨਾ ਸੀ ਵੀ ਕੁਛ ਨਾ ਕੁਛ ਸਪੋਰਟਸ ਨੂੰ ਵਾਪਸ ਕਿੱਦਾਂ ਦਿੱਤਾ ਜਾਵੇ, ਕਿਉਂਕਿ ਮੇਰੇ ਇਕੱਲੇ ਦੀ ਨਹੀਂ, ਸਾਡੇ ਸਾਰੇ ਪਰਿਵਾਰ ਦੀ ਜੇ ਰੈਕੋਗਨੀਸ਼ਨ ਹੈ ਉਹ ਸਪੋਰਟਸ ਦੇ ਕਰਕੇ ਸੀ। ਸੋ ਇਹਦੇ ਵਿੱਚ ਮੈਂ ਅਤੇ ਮੇਰੇ ਦੋਨੋਂ ਬ੍ਰਦਰ ਕੁਲਵੰਤ ਅਤੇ ਪਵਿੱਤਰ ਦੋਨੇ, ਅਸੀਂ ਸਲਾਹ ਕੀਤੀ ਵੀ ਕੀ ਆਪਾਂ ਕਰ ਸਕਦੇ ਹਾਂ। ਸਾਡੇ ਬੱਚੇ ਸੀ 2, ਪਵਿੱਤਰ ਦੀ ਗੁੱਡੀ ਸੀ ਅਤੇ ਮੇਰੇ ਲੜਕਾ ਸੀ। ਅਸੀਂ ਪਹਿਲਾਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਜਿਹੜੀਆਂ ਜਿਮਨਾਸਟਿਕ, ਸਵਿਮਿੰਗ ਇਹ ਵਗੈਰਾ ਕਰਾਈਆਂ, ਤਾਂ ਉਸ ਤੋਂ ਬਾਅਦ ਅਸੀਂ ਸੋਚਦੇ ਸੀ ਵੀ 8-9 ਸਾਲ ਦੇ ਹੋ ਗਏ ਤਾਂ ਇਹਨਾਂ ਨੂੰ ਕਿਸੇ ਨਾ ਕਿਸੇ ਜਿੱਥੇ ਵੀ ਅਸੀਂ ਚਾਹੁੰਦੇ ਹਾਂ, ਉਹ ਜਿੱਦਾਂ ਦੀ ਸਪੋਰਟਸ ਚਾਹੁੰਦੇ ਹਾਂ ਉੱਦਾਂ ਦੀ 'ਚ ਕੀਤੇ ਜਾਵੇ। 6-7 ਮਹੀਨੇ 'ਚ ਇਹ ਪਤਾ ਕੀਤਾ ਗਿਆ, ਦੇਖਿਆ ਗਿਆ ਵੀ ਇੱਥੇ ਸਪੋਰਟਸ ਜਿਹੜੀ ਹੈ ਜਿੱਦਾਂ ਦਾ ਅਸੀਂ ਸੁਪਨਾ ਦੇਖਦੇ ਸੀ, ਜਿੱਦਾਂ ਲੱਗਦੀ ਸੀ, ਉਹ ਹੈ ਨਹੀਂ। ਇਹ ਰਿਕ੍ਰੀਏਸ਼ਨਲ ਆ, ਵੀ ਇਹਦੇ ਨਾਲ ਐਥਲੀਟ ਕਿੱਦਾਂ ਤਿਆਰ ਕਿੱਦਾਂ ਹੋ ਸਕਦੇ ਆ। ਸੋ ਸਾਡੇ ਕੋਲ ਵੀ ਸੀ ਇਹ ਕੁਛ ਨਾ ਕੁਛ ਐਕਸਪੀਰੀਅੰਸ ਵੀ ਐਜ਼ ਏ ਐਥਲੀਟ ਵੀ ਸੀਗਾ ਵੀ ਕੋਈ ਕੀਤਾ ਜਾਵੇ। ਫਿਰ ਇਹ ਪਲਾਨ ਬਣਿਆ ਵੀ ਇੱਕ ਕਮਿਊਨਿਟੀ 'ਚ ਇੱਦਾਂ ਦੀ ਕੋਈ ਆਰਗੇਨਾਈਜੇਸ਼ਨ ਹੋਵੇ ਵੀ ਜਿਹਦੇ ਨਾਲ ਇੱਕ ਤਾਂ ਸਾਡਾ ਪੁੱਸ ਪੂਰਾ ਹੋ ਜਾਵੇ। ਰਾਈਟ, ਅਤੇ ਦੂਸਰਾ ਇਹ ਆ ਵੀ ਕੋਈ ਕੰਮ ਚੰਗਾ ਹੋ ਜਾਵੇ। ਇਹ ਫਿਰ ਅਸੀਂ 2000 ਦੇ ਵਿੱਚ ਯੂਨੀਵਰਸਲ ਐਥਲੈਟਿਕਸ ਕਲੱਬ ਦਾ ਨਿਰਮਾਣ ਕੀਤਾ। ਉਸ ਵੇਲੇ 2 ਹੀ ਬੱਚੇ ਸੀ ਸਾਡੇ, ਪਵਿੱਤਰ ਦੀ ਗੁੱਡੀ ਅਤੇ ਤੁਹਾਡੇ ਆਪਣੀ ਫੈਮਿਲੀ ਦੇ ਬੱਚੇ 2 ਬੱਚੇ ਸੀ। ਉਹਨਾਂ ਦੇ ਨਾਲ ਸਟਾਰਟ ਕਰਨਾ ਸੀ ਕਿਉਂਕਿ ਹੋਰ ਜਦੋਂ ਕਲੱਬ ਹੀ ਨਹੀਂ ਸੀ ਪਹਿਲਾਂ ਐਸਟੈਬਲਿਸ਼ ਨਹੀਂ ਸੀ। ਅਤੇ ਉਸ ਦੇ ਵਿੱਚ ਤੁਸੀਂ ਇਹ ਦੇਖੋ ਵੀ ਹੁਣ ਤੁਹਾਨੂੰ ਚੈਲੰਜ ਅਸਲੀ ਜਿਹੜੇ ਆ ਸ਼ੁਰੂ ਉਦੋਂ ਹੁੰਦੀ ਜਦੋਂ ਤੁਸੀਂ ਕਿਸੇ ਪਾਸੇ ਪੈਰ ਪਾ ਲੈਂਦੇ ਆ। ਪਲਾਨ ਇਹ ਸੀ ਵੀ ਸਾਰੀ ਸਪੋਰਟਸ ਇੱਕ ਅੰਬਰੇਲਾ ਦੇ ਥੱਲੇ ਇਕੱਠੀ ਕੀਤੀ ਜਾਵੇ, ਵੱਖਰੀਆਂ ਸਪੋਰਟਸ ਹੋਣ। ਵਾਲੀਬਾਲ, ਸੌਕਰ, ਵੇਟ ਲਿਫਟਿੰਗ, ਰੈਸਲਿੰਗ ਅਤੇ ਟਰੈਕ ਐਂਡ ਫੀਲਡ। ਅਸੀਂ ਉਹਨਾਂ ਦੇ ਇਕੱਲੇ ਬੰਦੇ ਜਿੰਨੇ ਵੀ ਸੀਗੇ ਸਾਡੇ ਮਿੱਤਰ ਦੋਸਤ, ਉਹ ਸਪੋਰਟਸ ਨਾਲ ਸੰਬੰਧਿਤ ਸੀ। ਅਤੇ ਪਰ ਬਦਕਿਸਮਤੀ ਨਾਲ ਉਹ ਇਕੱਲੀ ਟਰੈਕ ਐਂਡ ਫੀਲਡ ਹੀ ਰਹਿ ਗਿਆ, ਉਹ ਹੌਲੀ ਛੱਡ ਗਏ ਇਹਦੇ ਪਹਿਲੇ ਸਾਲ ਦੇ ਵਿੱਚ ਹੀ।
ਅਤੇ ਉਹਦੇ ਵਿੱਚ ਕਈ ਵਾਰੀ ਇਹ ਹੁੰਦੀ ਹੈ, ਮੈਂ ਤੁਹਾਨੂੰ ਓਨੈਸਟਲੀ ਦੱਸਦਾ ਵੀ ਜਦੋਂ ਤੁਸੀਂ ਪਹਿਲਾਂ ਕੰਮ ਸ਼ੁਰੂ ਕਰਦੇ ਹੋ ਉਦੋਂ ਇਹ ਹੁੰਦਾ ਦਿਮਾਗ 'ਚ ਵੀ ਮੈਨੂੰ ਆਉਂਦਾ ਬਹੁਤ ਕੁਛ ਆਉਂਦਾ ਆ। ਅੱਛਾ। ਰਾਈਟ, ਅਸੀਂ ਤਾਂ ਸਾਰਾ ਕੁਝ ਜਾਣਦੇ ਹਾਂ, ਪਰ ਜਦੋਂ ਤੁਸੀਂ ਸਿਖਾਉਣਾ ਸ਼ੁਰੂ ਕਰਦੇ ਹੋ ਅਸਲੀ ਉਦੋਂ ਤੁਸੀਂ ਸਿੱਖਣਾ ਸ਼ੁਰੂ ਕਰਦੇ ਆ, ਜਦੋਂ ਟੀਚ ਕਰਨਾ ਸ਼ੁਰੂ ਕਰਦੇ ਆ। ਹੁਣ ਜਿਹੜਾ ਅਸੀਂ ਹੁਣ ਆਪਣੇ ਆਪ ਨੂੰ ਕੁਛ ਨਾ ਕੁਛ ਬੈਟਰ ਬਣਾਉਣ ਦੇ ਲਈ ਇਹ ਉਸੇ ਦਿਨ ਤੋਂ ਇਹ ਜਿਹੜੀ ਤਾਂਘ ਹੋ ਗਈ ਵੀ ਹੁਣ ਕੁਛ ਨਾ ਕੁਛ ਇਹ ਸਿੱਖਣਾ ਹੈ। ਉਹਦੇ ਵਿੱਚੋਂ ਬਹੁਤ ਨਵਜੋਤ ਮੈਂ ਤੁਹਾਨੂੰ ਇਸ ਤਰ੍ਹਾਂ ਦੱਸ ਸਕਦਾ ਵੀ ਇਹਨਾਂ ਸਾਲਾਂ ਦੇ ਵਿੱਚ ਜਿੰਨਾ ਮੈਂ ਕੁਛ ਸਿੱਖਿਆ ਮੈਂ ਪਹਿਲੇ 40 ਸਾਲਾਂ 50 ਸਾਲਾਂ 'ਚ ਨਹੀਂ ਸੀ ਸਿੱਖਿਆ। ਉਹ ਅੱਛਾ। ਪਰ ਹੁਣ ਇੱਦਾਂ ਲੱਗਦਾ ਵੀ ਆਉਂਦਾ ਹੀ ਕੁਛ ਨਹੀਂ ਹੈ, ਕਿਉਂਕਿ ਇਹਦੇ ਚੰਗੇ ਚੰਗੇ ਕੋਚਾਂ ਦੇ ਨਾਲ ਸੰਬੰਧ, ਰਾਈਟ, ਚੰਗੇ ਚੰਗੇ ਬੱਚਿਆਂ ਦੇ ਨਾਲ ਸੰਬੰਧ, ਅਤੇ ਓਵਰਆਲ ਮੈਂ ਤੁਹਾਨੂੰ ਇਹ ਦੱਸਦਾ ਵੀ ਕਿਤਾਬ ਨਹੀਂ ਤੁਹਾਨੂੰ ਪੜ੍ਹਾਉਂਦੀ, ਰਾਈਟ, ਤੁਹਾਨੂੰ ਚੈਲੰਜ ਜਿਹੜੇ ਉਹ ਪਿਲਾਉਂਦੇ ਆ, ਅਸਲੀ ਪੜ੍ਹਾਉਂਦੇ ਆ, ਰਾਈਟ। ਤੁਹਾਡਾ ਬੱਚਾ, ਤੁਹਾਡਾ ਐਥਲੀਟ ਜਿਹੜਾ ਉਹ ਕੋਈ ਐਰਰ ਮੇਕ ਕਰ ਰਿਹਾ, ਰਾਈਟ, ਤੁਸੀਂ ਦੇਖਦੇ ਆ ਵੀ ਉਹ ਇੱਕ ਉਹਦੇ ਨਾਲ ਸਿੱਖ ਜਾਂਦਾ, ਦੂਜਾ ਨਹੀਂ ਸਿੱਖਦਾ, ਰਾਈਟ। ਉਹ ਚੈਲੰਜ ਜਿਹੜਾ ਆ ਤੁਹਾਨੂੰ, ਉਹ ਜਿਹੜਾ ਬੱਚਾ ਆ ਉਹ ਤੁਹਾਨੂੰ ਸਿਖਾ ਰਿਹਾ ਉਦੋਂ, ਕਿਉਂਕਿ ਹੁਣ ਉਹਨੂੰ ਟੈਕਨੀਕ ਉਹਦੀ ਕਿੱਦਾਂ ਚੇਂਜ ਕਰਨੀ ਆ, ਉਹਦਾ ਜਿਹੜਾ ਐਨਰਜੀ ਸਿਸਟਮ ਆ ਉਹ ਕੀ ਅਲਾਓ ਕਰਦਾ, ਉਹ ਫਿੱਟ ਹੈਗਾ ਨਹੀਂ ਹੈਗਾ। ਸੋ ਕਹਿਣ ਦੀ ਗੱਲ ਇਹ ਵੀ ਇੰਨੇ ਸਫ਼ਰ ਦੇ ਵਿੱਚ ਬਹੁਤ ਸਾਰੇ ਕੋਚ ਮਿਲੇ, ਬਹੁਤ ਇੰਟਰਨੈਸ਼ਨਲ ਪੱਧਰ ਦੇ, ਜਿਨ੍ਹਾਂ ਦੇ ਨਾਲ ਮੌਕਾ ਮਿਲਿਆ ਕੋਚਿੰਗ ਦਾ ਵੀ, ਅਤੇ ਉਹਨਾਂ ਤੋਂ ਸਿੱਖਣ ਦਾ ਬੜਾ ਮੌਕਾ ਮਿਲਿਆ ਜੀ। ਅਤੇ ਇਹ ਸੀਗਾ ਇੱਕ ਕੋਚਿੰਗ ਪਾਰਟ ਜਿਹੜਾ ਸਾਡਾ ਸੀ। ਹੁਣ ਜਿਹੜਾ ਆ ਹੁਣ ਇਹ ਹੁੰਦਾ ਹਰ ਬੰਦਾ ਦੇਖਦਾ ਵੀ ਬੜੀ ਸਕਸੈਸ ਹੈ ਜੀ, ਕਲੱਬ ਤੁਹਾਡੀ ਹੁਣ ਚੰਗੀ ਹੈ, ਕਿਉਂਕਿ ਅਸੀਂ ਸਿਰਫ ਰਿਜ਼ਲਟ ਦੇਖਦੇ ਹਾਂ। ਮੈਂ ਦੇਖਦਾ ਹੁੰਦਾ ਵੀ ਬੱਚੇ ਸਾਰੇ ਜਿੰਨੇ ਵੀ ਪਾਰਟੀਸਪੇਟ ਕਰਦੇ ਆ ਉਹ ਫੇਅਰਲੀ ਉਹ ਟਰੀਟ ਹੁੰਦੇ ਆ, ਇਹ ਤਾਂ ਨਹੀਂ। ਬਹੁਤ ਇੰਟਰਸਟਿੰਗ ਤੁਸੀਂ ਇਹ ਗੱਲ ਕੀਤੀ ਹੈ। ਮੈਂ ਤੁਹਾਡੀ ਇਹ ਗੱਲ ਡਿਟੇਲ 'ਚ ਸੁਣਨੀ ਚਾਹੂੰਗੀ ਜੀ। ਇੱਕ ਸਾਡੇ ਲਿਸਨਰ ਨੇ, ਅਸਲ 'ਚ ਤੁਹਾਡੇ ਆਪਣੇ ਪਿਆਰੇ ਨੇ, ਅੱਛਾ, ਉਹਨਾਂ ਨੂੰ ਮੈਂ ਸ਼ਾਮਿਲ ਕਰ ਰਹੀ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਨਵਜੋਤ ਜੀ, ਤੁਹਾਨੂੰ ਤੇ ਜੱਸੀ ਭਾਜੀ ਹੋਣ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਛਾਣ ਲਿਆ ਜੀ ਤੁਸੀਂ ਇਹਨਾਂ ਨੂੰ? ਅਜੇ ਨਹੀਂ। ਹਾਂਜੀ, ਪ੍ਰਗਟ ਜੀ। ਉਹ ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਹਾਂਜੀ ਪ੍ਰਗਟ ਜੀ, ਕੀ ਕਹਿਣਾ ਚਾਹੁੰਦੇ ਹੋ? ਨਾ, ਬਹੁਤ ਚੰਗਾ ਪ੍ਰੋਗਰਾਮ ਚੱਲ ਰਿਹਾ ਜੀ। ਇਹ ਅਸੀਂ ਤਾਂ ਭਾਜੀ ਹੁਣ ਸਾਡੇ ਬੱਚੇ ਤਾਂ ਹੁਣ ਆਲਮੋਸਟ 10 ਸਾਲ ਹੋ ਗਏ ਸਾਨੂੰ ਵੀ ਇਸ ਕਲੱਬ ਨਾਲ ਜੁੜਿਆ ਹੋਇਆ। ਮੈਂ ਤੇ ਮੇਰੀ ਵਾਈਫ, ਮੇਰੇ ਕੁਛ ਖਾਸ ਮਿੱਤਰ, ਉਹਨਾਂ ਦੇ ਬੱਚੇ ਵੀ ਪਾਰਟੀਸਪੇਟ ਕਰਦੇ ਆ। ਇੱਕ ਮੇਰੇ ਮਿੱਤਰ, ਉਹਦੀ ਮਿਸੇਜ ਰੁਪਿੰਦਰ, ਉਹ ਤੇ ਮੇਰੀ ਵਾਈਫ, ਇਹਨਾਂ ਨੇ ਕੋਵਿਡ ਦੇ ਵਿੱਚ ਬੜਾ ਕੰਮ ਕੀਤਾ। ਮੈਂ ਤਾਂ ਜੀ ਕੰਮ 'ਚੋਂ ਟਾਈਮ ਕੱਢ ਕੇ ਢਿੱਲਾ ਮਿੱਠਾ ਹੀ ਹੋਣਾ, ਪਰ ਉਹ ਆਲਵੇਜ਼ ਆਉਂਦੀਆਂ ਨੇ। ਭਾਜੀ ਹੁਣਾਂ ਤੋਂ ਇਹ ਇਕੱਲੇ ਐਥਲੀਟ ਨਹੀਂ ਪ੍ਰੋਡਿਊਸ ਕਰਦੇ, ਗੁੱਡ ਹਿਊਮਨ ਬੀਂਗ ਵੀ ਪ੍ਰੋਡਿਊਸ ਕਰਦੇ ਹਨ। ਸਾਨੂੰ ਇਹਨਾਂ ਤੋਂ ਬੜਾ, ਹਾਂਜੀ ਹਾਂਜੀ, ਇਹ ਬੜਾ ਕੁਛ ਸਿੱਖਣ ਨੂੰ ਮਿਲਿਆ ਜੀ। ਮੇਰੇ ਤਾਂ ਇਹ ਫਾਦਰ ਫਿਗਰ ਆ, ਅਤੇ ਬੜਾ ਚੰਗਾ ਲੱਗਾ ਇਹਨਾਂ ਕੋਲ ਜਾ ਕੇ। ਜੇ ਨਹੀਂ ਵੀ ਅਸੀਂ, ਜੇ ਮੇਰੇ ਬੱਚਿਆਂ ਸਾਡੇ ਪ੍ਰੈਕਟਿਸ ਨਹੀਂ ਵੀ ਹੈਗੀ ਤਾਂ ਮੈਂ ਇਹਨਾਂ ਕੋਲ ਜਾ ਕੇ ਟਾਈਮ ਸਪੈਂਡ ਕਰਨਾ, ਰੋਜ਼ ਪਾਰਕ ਦੇ ਵਿੱਚ ਜਾਣਾ। ਇੱਕ ਇਸ ਕਲੱਬ ਦਾ ਇੱਕ ਸਭ ਤੋਂ ਪੋਜ਼ੀਟਿਵ ਪੁਆਇੰਟ ਇਹ ਹੈ ਜੀ, ਇਹਦਾ ਇਨਵਾਇਰਮੈਂਟ ਬਹੁਤ ਚੰਗਾ ਆ। ਮੈਂ ਕਿਸੇ ਨੂੰ ਬਾਕੀ ਦੂਜੇ ਕਿਸੇ ਨੂੰ ਮਾੜਾ ਚੰਗਾ ਨਹੀਂ ਆਖਦਾ, ਪਰ ਕੰਪੇਅਰ ਟੂ ਅਦਰ ਕਲੱਬਸ ਬਹੁਤ ਫਰੈਂਡਲੀ ਅਤੇ ਰਿਸਪੈਕਟਫੁਲ ਇਨਵਾਇਰਮੈਂਟ ਆ ਬੱਚਿਆਂ ਅਤੇ ਲੇਡੀਜ਼ ਵਾਸਤੇ। ਇਸ ਕਲੱਬ ਦੀ ਇੱਕ ਖਾਸੀਅਤ ਹੈ ਇਹ, ਜਿਹੜੀ ਇਹਨੂੰ ਬਿਹਤਰ ਬਣਾਉਂਦੀ ਹੈ। ਤੁਸੀਂ ਐਜ਼ ਅ ਪੇਰੈਂਟ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਦੱਸਿਆ ਕਿ ਤਕਰੀਬਨ 10 ਸਾਲ ਹੋ ਗਏ ਆ ਤੁਹਾਡੇ ਬੱਚੇ ਇਹਨਾਂ ਦੇ ਨਾਲ ਜੁੜੇ ਹੋਏ ਨੂੰ। ਆਪਣੇ ਆਪ ਦੇ ਵਿੱਚ ਕੀ ਤੁਸੀਂ ਚੇਂਜ ਮਹਿਸੂਸ ਕੀਤੀ ਹੈ? ਕਿ ਤੁਹਾਡਾ ਵੀ ਕੋਈ ਪਰਸਪੈਕਟਿਵ ਚੇਂਜ ਹੋਇਆ 10 ਸਾਲ ਦੇ ਦੌਰਾਨ? 10 ਸਾਲ ਦੇ ਵਿੱਚ ਸਾਡਾ ਫਿਟਨੈਸ ਲੈਵਲ ਚੇਂਜ ਹੋਇਆ, ਮੇਰਾ ਤੇ ਮੇਰੀ ਵਾਈਫ ਦਾ। ਉਹ ਭਾਜੀ ਨਾਲ ਰੋਜ਼ ਗੱਲਾਂ ਕਰ ਕਰਕੇ ਰੋਜ਼ ਦੱਸਣ, ਔਰ ਇੱਕ ਤਾਂ ਇਹ ਡਾਈਟ ਦਾ ਸਿੱਖਿਆ ਵੀ ਕੀ ਖਾਣਾ ਚਾਹੀਦਾ, ਔਰ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਹੈ। ਹੋਰ ਪੋਜ਼ੀਟਿਵਿਟੀ ਬਹੁਤ ਆਈ ਉਸ ਤੋਂ ਬਾਅਦ ਇਹਨਾਂ ਦੇ ਨਾਲ ਭਾਜੀ ਹੁਣਾਂ ਨਾਲ ਮਿਲ ਕੇ। ਤੇ ਇੱਕ ਚੰਗੀ ਪੇਰੈਂਟਿੰਗ ਕਿੱਦਾਂ ਕਰਨੀ ਆ ਉਹ ਸਿੱਖਣ ਨੂੰ ਮਿਲਿਆ। ਹਾਂਜੀ ਹਾਂਜੀ, ਸੋ ਬਹੁਤ ਸਾਰੀਆਂ ਉਤਸ਼ਾਹਪੂਰਵਕ ਗੱਲਾਂ ਜੀ ਇਹਨਾਂ ਤੋਂ ਸਿੱਖੀਆਂ। ਸਾਡੇ ਲਈ ਤਾਂ ਲਾਈਫ ਚੇਂਜਿੰਗ ਐਕਸਪੀਰੀਅੰਸ ਆ ਭਾਜੀ ਹੁਣਾਂ ਦਾ ਮਿਲਣਾ। ਪਰਗਣ, ਮੇਰਾ ਸਵਾਲ ਆ ਤੁਹਾਨੂੰ, ਆ ਸਾਰੀਆਂ ਸਿਫਤਾਂ ਤਾਂ ਕਰ ਦਿੱਤੀਆਂ, ਕੋਈ ਇਹ ਦੱਸੋ ਵੀ ਨੁਕਸ ਕੀ ਦੇਖਿਆ ਤੁਸੀਂ 10 ਸਾਲਾਂ 'ਚ? ਦੱਸੋ ਜੀ, ਤਾਂ ਕਿ ਅਸੀਂ ਉਹਨੂੰ ਸੁਧਾਰ ਸਕੀਏ। ਨਹੀਂ ਤਾਂ ਸਿਫਤ ਤਾਂ ਬੰਦਾ ਸੁਣ ਕੇ ਬਹੁਤ ਖੁਸ਼ ਹੁੰਦਾ। ਨਹੀਂ ਜੀ, ਮੈਨੂੰ ਤਾਂ ਕੁਛ ਇਸ ਤਰ੍ਹਾਂ ਦਾ ਲੱਗਿਆ ਜੀ ਵੀ ਮੈਂ ਨਹੀਂ ਨੁਕਸ ਕੱਢਣ ਦੇ, ਮੈਂ ਜੋਗ ਵੀ ਨਹੀਂ ਸਮਝਦਾ ਤਾਂ, ਪਰ ਮੈਂ ਦਿਲੋਂ ਕਹਿੰਦਾ ਵੀ ਮੈਨੂੰ ਕਦੇ ਇਸ ਤਰ੍ਹਾਂ ਦਾ ਕੋਈ ਲੱਗਿਆ ਨਹੀਂ ਹੈ। ਥੈਂਕ ਯੂ ਪਰਗਨ ਜੀ, ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਇੱਕ ਕਾਲਰ ਹੋਰ ਮੈਂ ਸ਼ਾਮਿਲ ਕਰ ਰਹੀ ਹਾਂ, ਜਗਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੱਸੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਵਿੰਦਰ। ਬਹੁਤ ਮਿਹਰਬਾਨੀ ਭਾਜੀ, ਤੁਸੀਂ ਆਏ, ਇੰਨੀ ਸੋਹਣੀ ਜਾਣਕਾਰੀ ਦੇ ਰਹੇ ਹੋ। ਬਹੁਤ ਸ਼ੁਕਰੀਆ ਤੁਹਾਡਾ, ਟਾਈਮ ਕੱਢਿਆ ਤੁਸੀਂ ਇੰਨੇ ਬਿਜ਼ੀ ਸਕੈਜੂਲ ਦੇ ਵਿੱਚੋਂ। ਧੰਨਵਾਦ ਨਵਜੋਤ ਜੀ ਦਾ, ਜਿਨ੍ਹਾਂ ਨੇ ਭਾਜੀ ਨਾਲ ਜਾਂਦਾ। ਜਗਵਿੰਦਰ ਜੀ, ਤੁਸੀਂ ਕਿਵੇਂ ਜਾਣਦੇ ਹੋ ਇਹਨਾਂ ਨੂੰ? ਕੋਇਨਸੀਡੈਂਟ ਕਹਿ ਲਓ ਭਾਈ ਜੀ। ਅੱਛਾ। ਮੇਰੀ ਇਹਨਾਂ ਦੇ ਨਾਲ, ਭਾਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ। ਮੇਰੇ ਬੱਚੇ ਗਰੋ ਹੋ ਰਹੇ ਸੀਗੇ ਤੇ ਕੁਛ ਅਸੀਂ ਵੀ ਆਪਣੇ ਬੇਟੇ ਵਾਸਤੇ, ਹੁੰਦਾ ਹੀ ਹਰ ਇੱਕ ਮਾਪਾ ਜਿਹੜਾ ਉਹ ਆਪਣੇ ਨਿਆਣੇ ਨੂੰ ਸਪੋਰਟਸ ਦੇ ਵਿੱਚ ਪਾਉਣਾ ਚਾਹੁੰਦਾ ਨਾ, ਤੇ ਲੱਭਦੇ ਸੀ। ਕੁਛ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਵਾਕਫ ਸੀਗੇ ਉਹਨਾਂ ਨੂੰ ਆਪਣੇ, ਮੋਸਟਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਸੌਕਰ ਦਾ ਹੀ ਚੱਲਦਾ ਹੁੰਦਾ ਜ਼ਿਆਦਾ ਨਾ, ਤੇ ਸੌਕਰ ਦੇ ਵਿੱਚ ਪਾਇਆ, ਵਾਕਫ ਸੀਗੇ ਉਹਨਾਂ ਦੇ ਥਰੂ। ਅੱਛਾ। ਸਾਡਾ ਤਜਰਬਾ ਜਿਹੜਾ ਸੀਗਾ ਉਹ ਥੋੜਾ ਜਿਹਾ ਬਕਬਕਾ ਜਿਹਾ ਰਿਹਾ ਤੇ ਬੱਚੇ ਦਾ ਵੀ ਕਾਫੀ ਰਿਹਾ ਤਾਂ ਸਾਡਾ ਵੀ ਕੁਛ ਇਸ ਤਰ੍ਹਾਂ ਰਿਹਾ। ਫਿਰ ਜਿਹੜੀ ਸਪੋਰਟਸ ਚਾਹੁੰਦਾ ਸੀਗਾ ਉਹਦੇ ਵਿੱਚ ਪਾਤਾ। ਫਿਰ ਮੋਸਟਲੀ ਨਿਆਣੇ ਜਿਹੜੇ ਆਈਸ ਹਾਕੀ ਵੱਲ ਨੂੰ ਝੁਕਾਅ ਰੱਖਦੇ ਹੁੰਦੇ ਆ, ਤੇ ਸਾਨੂੰ ਤਾਂ ਕੁਛ ਪਤਾ ਨਹੀਂ ਸੀਗਾ। ਅਸੀਂ ਵੀ ਉੱਥੋਂ ਪਲ ਕੇ ਆਏ ਸੀਗੇ ਪੰਜਾਬ ਦੇ ਵਿੱਚੋਂ। ਲੌਂਗ ਸਟੋਰੀ ਸ਼ੋਰਟ, ਭਾਜੀ ਉਹਨਾਂ ਨੂੰ ਇਸ ਤਰ੍ਹਾਂ ਹੀ ਇੱਕ ਦਿਨ ਰੇਡੀਓ ਦੇ ਉੱਤੇ ਸੁਣਿਆ ਸੀਗਾ ਤੇ ਨੰਬਰ ਨੋਟ ਕਰ ਲਿਆ। ਫਿਰ ਨੰਬਰ ਨੋਟ ਕਰਕੇ ਸਾਲ ਭਰ ਫੇਰ ਨਾ ਮਿਲੇ, ਫੇਰ ਫੋਨ ਕੀਤਾ ਸਾਲ ਬਾਅਦ ਕਿਤੇ ਭਾਜੀ ਉਹਨਾਂ ਨੂੰ, ਤੇ ਫਿਰ ਆਪਣੇ ਜਿਹੜੀ ਆ ਬੱਚੇ ਇਹਨਾਂ ਦੀ ਕਲੱਬ ਦੇ ਵਿੱਚ ਲੈ ਕੇ ਗਏ ਸੀਗੇ। ਓਕੇ। ਤੇ ਲਗਾਏ ਤਾਂ ਇਹਨਾਂ ਦੀ ਕਲੱਬ 'ਚ ਸੀਗੇ। ਫਿਰ ਜਾ ਕੇ ਇਹਨਾਂ ਨੇ ਮਾਹੌਲ ਇਹੋ ਜਿਹਾ ਦਿੱਤਾ, ਇਹੋ ਜਿਹਾ ਕਹਿ ਲਓ ਵੀ ਬਣਾਇਆ ਸੀਗਾ ਵੀ ਅਸੀਂ ਵੀ ਕਲੱਬ ਦੇ ਤਕਰੀਬਨ ਉਸ ਵੇਲੇ ਹੋ ਗਏ ਸੀਗੇ। ਅਜੇ ਵੀ ਹੈਗੀਆਂ ਕਲੱਬ ਦੇ ਹੀ ਆ, ਪਰ ਉਹਨਾਂ ਟਾਈਮ ਵੀ ਹੁਣ ਮੇਰੇ ਕੋਲੋਂ ਆ ਜਾ ਹੁੰਦਾ ਕਲੱਬ ਦੇ ਵਿੱਚ। ਤੇ ਬਹੁਤ ਜਿੱਦਾਂ ਪ੍ਰਗਣ ਭਾ ਨੇ ਕਿਹਾ, ਇਕੱਲੇ ਸਪੋਰਟਸ ਦੇ ਵਿੱਚ ਨਿਆਣਿਆਂ ਨੂੰ ਨਹੀਂ ਕੋਚ ਕਰਦੇ, ਈਵਨ ਜੇਕਰ ਕੋਈ ਪੇਰੈਂਟਸ ਇਨੀਸ਼ੀਏਟਿਵ ਲਵੇ ਤਾਂ ਭਾਜੀ ਹੁਣੀ ਉਸ ਨੂੰ ਵੀ ਕੋਚ ਕਰ ਦਿੰਦੇ ਹੈਗੇ ਆ, ਪੇਰੈਂਟਸ ਨੂੰ ਵੀ। ਚਾਹੇ ਉਹ ਸਪੋਰਟਸ ਦੀ ਹੋਵੇ, ਚਾਹੇ ਤੁਹਾਡਾ ਕੋਈ ਸਮਾਜੀ ਜਾਂ ਕਿਸ ਤਰ੍ਹਾਂ ਦਾ ਵੀ ਸਵਾਲ ਹੋਵੇ। ਭਾਜੀ ਇਸ ਪਾਸੇ ਨੂੰ ਵੀ ਮੇਰਾ ਜਿਹੜਾ ਤਜਰਬਾ ਭਾਜੀ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਇਹ ਰਿਹਾ ਹੈ। ਤੁਸੀਂ ਕੋਈ ਸੇਧ ਲੈਣੀ ਆ, ਭਾਜੀ ਨੇ ਆਪਣੇ ਤਜਰਬੇ ਦੇ ਹਿਸਾਬ ਨਾਲ ਮਾਂ ਬਾਪ ਨੂੰ ਵੀ ਸੇਧ ਦਿੰਦੇ ਹੈਗੇ ਆ। ਤੇ ਨਾਲੇ ਐਥਲੀਟ ਦੇ ਨਾਲ ਨਾਲ ਭਾਜੀ ਹੁਣੀ ਅਫੀਸ਼ੀਅਲ ਵੀ ਕ੍ਰੀਏਟ ਕਰਦੇ ਆ ਜੀ। ਇਹ ਵੀ ਮੈਂ ਤੁਹਾਨੂੰ ਦੱਸ ਦਿਆਂ, ਮੈਨੂੰ ਇਹ ਓਪਰਚੁਨਿਟੀ ਮਿਲੀ। ਭਾਜੀ ਉਹਨਾਂ ਨੇ ਜਿੱਦਾਂ ਕਹਿ ਲਓ ਕਲੱਬ ਦੇ ਥਰੂ ਇਸ ਤਰ੍ਹਾਂ ਕੀਤਾ, ਮੈਨੂੰ ਵੀ ਇਹਨਾਂ ਨੇ ਇੱਕ ਲੈਵਲ 1 ਦਾ ਅਫੀਸ਼ੀਅਲ ਬਣਵਾ ਦਿੱਤਾ। ਉਹਨਾਂ ਨੇ ਕੋਰਸ ਵਗੈਰਾ ਕਰਵਾਏ ਜੀ, ਮੈਂ ਵੀ ਇਹਨਾਂ ਨੇ ਸਦਕਾ ਹੋਇਆ। ਹਾਂਜੀ। ਇੱਕ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਭਾਈ ਹੁਣਾਂ ਦਾ, ਜਿਨ੍ਹਾਂ ਨੇ ਕਿ ਤਕਰੀਬਨ 3 ਦਹਾਕੇ ਮਿਹਨਤ ਕਰਕੇ ਆਪਣੇ ਨੌਰਥ ਡੈਲਟਾ ਦੇ ਵਿੱਚ ਜਿਹੜੀ ਆ ਪ੍ਰੋਪਰ ਟਰੈਕ ਜਿਹੜਾ ਬਣਵਾਇਆ। ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਂ ਉਸ ਲਈ ਤੁਹਾਨੂੰ ਸਲੂਟ ਕਰਦਾ ਹਾਂ ਜੀ। ਤੇ ਬਹੁਤ ਜ਼ਰੂਰੀ ਸੀਗਾ। ਆਪਣੇ ਬੇਅਰ ਕ੍ਰੀਕ ਹੀ ਸੀਗਾ ਇੱਕ, ਜਾਂ ਫਿਰ ਨੌਰਥ ਸਰੀ ਜਿੱਥੇ ਜਾਂਦੇ ਸੀਗੇ ਪ੍ਰੈਕਟਿਸ ਕਰਨ, ਉੱਥੇ ਹੁੰਦਾ ਸੀਗਾ ਕਿ ਬੇਅਰ ਕ੍ਰੀਕ ਤਾਂ ਆਪਣੇ ਕਾਫੀ ਰੌਣਕ ਹੁੰਦੀ ਆ। ਤੇ ਦੂਜਾ ਮੈਂ ਇਹ ਬੇਨਤੀ ਕਰੂੰਗਾ ਭਾਜੀ ਉਹਨਾਂ ਨੂੰ ਵੀ ਜਿਹੜੀਆਂ ਹੁਣ ਇਸ ਵੇਲੇ ਸਾਰੀ ਦੁਨੀਆ ਕਹਿ ਲਓ ਵੀ ਸਪੋਰਟਸ ਵਾਲਿਆਂ ਦਾ ਫੋਕਸ ਹੈਗਾ, ਧਿਆਨ ਹੈਗਾ, ਉਹ ਓਲੰਪਿਕਸ ਚੱਲ ਰਹੀਆਂ ਸਮਰ ਦੀਆਂ ਜੀ, ਤੇ ਉਹਦੇ ਵਿੱਚ ਇੱਕ ਤਾਂ ਐਥਲੀਟ ਉੱਥੇ ਪਹੁੰਚੇ ਹੋਏ ਆ ਜਿਹੜੇ ਕਾਬਲ ਹੋ ਕੇ ਪਹੁੰਚ ਗਏ ਆ ਜੀ, ਤੇ ਦੂਜੇ ਆਪਣੇ ਬਹੁਤਾ ਨਹੀਂ ਪਤਾ ਹੁੰਦਾ। ਥੋੜ੍ਹਾ ਜਿਹਾ ਦੱਸਿਓ ਵੀ ਜਿਹੜੇ ਉਸ ਲੈਵਲ ਦੇ ਲਾਗੇ ਤੱਕ ਤਾਂ ਪਹੁੰਚੇ ਹੈਗੇ ਆ, ਪਰ ਉਹ ਸਾਡੇ ਇੱਥੇ ਲੋਕਲ ਕਮਿਊਨਿਟੀ ਦੇ ਵਿੱਚ ਹੈਗੇ ਆ, ਉਹ ਕਿੰਨੇ ਕੁ ਹੈਗੇ ਆ ਔਰ ਕਿਹੜੇ ਭਾਈਚਾਰੇ ਦੇ ਵਿੱਚ ਹੈਗੇ ਆ। ਤਕਰੀਬਨ ਲੋਕਾਂ ਨੂੰ ਇਹ ਹੁੰਦਾ ਯਾਰ ਆਪਣਾ ਬੰਦਾ ਕਿੰਨਾ ਕੁ ਇੱਥੇ, ਆਪਣਾ ਨਿਆਣਾ ਕਿੰਨਾ ਕੁ ਨਾ, ਉਹਨਾਂ ਦੀ ਮਨਸ਼ਾ ਕਾਫੀ ਹੁੰਦੀ ਆ। ਸੋ ਉਹਨਾਂ ਦੇ ਲਈ ਸੋ ਕਿੰਨੇ ਕੁ ਹੈਗੇ ਆ, ਕਿੰਨਾ ਕੁ ਦਾ ਪੋਟੈਂਸ਼ੀਅਲ ਹੈਗਾ ਆ, ਤੇ ਇਹ ਥੋੜ੍ਹਾ ਜਿਹਾ ਜੇਕਰ ਤੁਸੀਂ ਆਪਣੀ ਸੁਸਾਇਟੀ ਨੂੰ ਜਾਣਕਾਰੀ ਦੇ ਸਕਦੇ ਹੋ ਤਾਂ ਬਹੁਤ ਧੰਨਵਾਦੀ ਹੋਊਂਗਾ ਮੈਂ ਤੁਹਾਡਾ। ਬਹੁਤ ਸ਼ੁਕਰੀਆ ਤੁਹਾਡਾ ਜੋਗਿੰਦਰ ਜੀ ਕਾਲ ਕਰਨ ਦੇ ਲਈ। ਪਹਿਲਾਂ ਤਾਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਚੰਗੇ ਸ਼ਬਦ ਉਹਨਾਂ ਨੇ ਜਿਹੜੇ ਯੂਜ਼ ਕੀਤੇ ਆ, ਇਹ ਮਾਣ ਵਾਲੀ ਗੱਲ ਆ ਵੀ। ਦੂਸਰੀ ਗੱਲ ਮੇਰੀ ਇੰਪੋਰਟੈਂਟ ਇਹ ਆ ਵੀ ਕਿਸੇ ਵੀ ਬੱਚੇ ਨੂੰ ਐਥਲੀਟ ਬਣਾਉਣਾ ਜਾਂ ਚੰਗਾ ਇਨਸਾਨ ਬਣਾਉਣਾ ਉਹ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਉਹਨੂੰ ਸਾਰਾ ਵਿਲੇਜ ਚਾਹੀਦਾ। ਇੱਦਾਂ ਕਹਿੰਦੇ ਹੁੰਦੇ ਆ ਵੀ ਉਹਦੇ ਵਿੱਚ ਮੈਂ ਇਹ ਕਹਿੰਦਾ ਵੀ ਸਾਡੇ ਕਲੱਬ ਦਾ ਜਿਹੜਾ ਇਨਵਾਇਰਮੈਂਟ ਆ, ਅਸੀਂ ਇੱਕ ਫੈਮਿਲੀ ਦੇ ਤੌਰ 'ਤੇ ਉਹਦੇ ਵਿੱਚ ਮੇਰਾ ਰੋਲ ਚਲੋ ਠੀਕ ਹੈ, ਇੱਕ ਰੋਲ ਆ, ਪਰ ਹਾਂ ਉਹਦੇ ਵਿੱਚ ਜਿੰਨੇ ਹੋਰ ਆ ਜਿਹੜੇ ਸਾਡੇ ਬੋਰਡ ਮੈਂਬਰ ਆ, ਜਿਹੜੇ ਸਾਡੇ ਕੋਚਿੰਗ ਸਟਾਫ ਆ, ਜਿਹੜੇ ਪੇਰੈਂਟ ਆ, ਉਹ ਇਸ ਤਰ੍ਹਾਂ ਫੀਲ ਕਰਦੇ ਆ ਵੀ ਇਹ ਉਹਨਾਂ ਦੀ ਕਲੱਬ ਆ। ਉਹ ਜਿਹੜਾ ਉਸ ਪੱਖੋਂ ਮੈਂ ਬਹੁਤ ਲੱਕੀ ਹਾਂ ਵੀ ਇੱਕ ਟੀਮ ਜਿਹੜੀ ਆ
ਉਹ ਬਹੁਤ ਮੈਨੂੰ ਚੰਗੀ ਜਿਹੜੀ ਆ ਪਹਿਲਾਂ ਤੋਂ ਰਹੀ ਆ। ਹੁਣ ਪੈਂਡੈਮਿਕ ਦੇ ਥਰੂ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਟ੍ਰੇਨਿੰਗ ਨਹੀਂ ਸੀ ਕਰਾ ਸਕਦੇ। 19 ਐਥਲੀਟ ਮੈਕਸਿਮਮ ਤੁਸੀਂ ਬਾਹਰ ਟ੍ਰੇਨਿੰਗ ਕਰਾ ਸਕਦੇ ਸੀ। ਇਨਡੋਰ ਤੁਸੀਂ ਟ੍ਰੇਨਿੰਗ ਜਿਹੜੀ ਆ 2-4 ਐਥਲੀਟਾਂ ਨੂੰ ਕਰਾ ਸਕਦੇ ਸੀ। ਸੀਨੀਅਰ ਐਥਲੀਟ ਯੂਥ ਦੇ ਨਾਲ ਨਹੀਂ ਸੀ ਕਰ ਸਕਦੇ। ਯੂਥ ਵਾਲੇ ਜਿਹੜੇ ਆ ਉਹ ਦੂਸਰੇ ਬਬਲ 'ਚ ਨਹੀਂ ਸੀ ਕਰ ਸਕਦੇ। ਇੱਕ ਕੋਚ ਜਿਹੜਾ ਉਸੇ ਗਰੁੱਪ ਦੇ ਨਾਲ ਰਹਿਣਾ ਸੀ ਅਤੇ ਤੁਹਾਡੀ ਅਟੈਂਡੈਂਸ ਜ਼ਰੂਰੀ ਸੀ। ਸੋ ਚੈਲੰਜਸ ਜ਼ਿਆਦਾ ਵੱਧ ਗਏ। ਸਾਰਿਆਂ ਨੂੰ ਪਤਾ ਵੀ ਆਪਾਂ ਜਿਹੜਾ ਪਿਛਲੇ 14-15 ਮਹੀਨੇ ਆ ਉਹ ਕਿਹੋ ਜਿਹੇ ਸਮੇਂ ਦੇ ਵਿੱਚ ਹੀ ਲੰਘੇ ਆ। ਪਰ ਹਾਂ ਉਹਦੇ ਵਿੱਚ ਮੇਰਾ ਸਾਥ ਜਿਹੜਾ ਹੈ, ਜਿੱਦਾਂ ਰੁਪਿੰਦਰ ਤੇ ਸ਼ਿੰਦਰ ਜਿਹੜੇ ਪਰਗਨ ਮੱਟੂ ਦੀ ਵਾਈਫ ਤੇ ਇਕਬਾਲ ਜਵੰਦੇ ਦੀ ਵਾਈਫ, ਇਹਨਾਂ ਨੇ ਇੱਕ ਵੀ ਦਿਨ ਸਿਆਲ ਦੇ ਵਿੱਚ ਮੀਂਹ ਪੈਂਦਾ ਸੀ, ਠੰਡ ਸੀ, ਇੱਕ ਵੀ ਦਿਨ ਜਿੱਦਾਂ ਇਹਨਾਂ ਨੇ ਟਾਈਮ ਆਫ ਨਹੀਂ ਲਿਆ। ਇਹਨਾਂ ਨੇ ਐਜ਼ ਏ ਅਟੈਂਡੈਂਸ ਉੱਥੇ ਬਸ ਇਹਨਾਂ ਦੀ ਜ਼ਿੰਮੇਵਾਰੀ ਰਹੀ, ਜਿਹਦੇ ਕਰਕੇ ਸਾਨੂੰ ਇਹ ਰਿਹਾ। ਪਰ ਬੱਚਿਆਂ ਨੂੰ ਵੀ ਅਸੀਂ ਇਹੀ ਸਿਖਾਉਂਦੇ ਸੀ ਵੀ ਜੇ ਤੁਸੀਂ ਸਾਨੂੰ ਸਿੱਖ ਕਰ ਦਿੱਤਾ ਤਾਂ ਤੁਹਾਡੀ ਸਾਰੀ ਕਲੱਬ ਦੀ ਟ੍ਰੇਨਿੰਗ ਜਿਹੜੀ ਆ ਉਹ ਖਤਮ ਹੋ ਜਾਣੀ ਆ। ਸੋ ਬੀ ਕੇਅਰਫੁਲ। ਸੋ ਮੈਂ ਇੱਥੇ ਮਾਣ ਨਾਲ ਕਹਿੰਦਾ ਵੀ ਇਸ ਟੀਮ ਸਦਕਾ ਸਾਡੇ ਕੋਈ ਵੀ ਇੱਕ ਵੀ ਕੇਸ ਨਹੀਂ ਹੋਇਆ। ਅੱਛਾ। ਅਤੇ ਅਸੀਂ ਜਿਹੜੀ ਟ੍ਰੇਨਿੰਗ ਹੈ ਉਹ ਕੰਟੀਨਿਊ, ਹਾਂ ਔਖੀ ਸੀ, 3 ਵਾਰੀ ਵੀ ਦਿਹਾੜੀ ਦੇ ਵਿੱਚ ਟ੍ਰੇਨਿੰਗ ਕਰਾਉਣੀ ਪਈ, ਪਰ ਅਗੇਨ ਚੈਲੰਜ ਸੀ ਉਹ। ਅਤੇ ਟ੍ਰੇਨਿੰਗ ਰੁਕੀ ਨਹੀਂ ਟ੍ਰੇਨਿੰਗ ਇੱਕ ਵੀ ਦਿਨ ਰੁਕੀ ਨਹੀਂ। ਓਕੇ। ਟ੍ਰੇਨਿੰਗ ਮਈ ਤੋਂ ਲੈ ਕੇ ਕੱਲ੍ਹ ਸਾਡਾ BC ਚੈਂਪੀਅਨਸ਼ਿਪ ਸੀ ਅਤੇ ਕੱਲ੍ਹ ਆਖਰੀ ਦਿਨ ਜਿਹੜਾ ਆ ਉਹ ਖ਼ਤਮ ਕੀਤੀ ਅਤੇ ਹੁਣ 4 ਵੀਕਾਂ ਜਿਹੜੀ ਆ ਛੁੱਟੀ ਆ। ਉਹਦੇ ਵਿੱਚ ਵੀ ਅਜੇ ਮੇਰੇ 8-10 ਐਥਲੀਟ ਜਿਹੜੇ ਆ ਯੂਨੀਵਰਸਿਟੀਆਂ ਦੇ ਆ, ਉਹ ਸ਼ਾਇਦ ਉਹਨਾਂ ਨੇ ਮੈਨੂੰ ਫੇਕ ਘੜੀਸਣਾ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ, ਪਰ ਦੇਖਦੇ ਹਾਂ ਵੀ ਕਿੰਨੀ ਕੁ ਰੈਸਟ ਪਰ ਹੁਣ ਜਿਹੜੇ ਆ 4 ਵੀਕਾਂ ਰੈਸਟ ਆ। ਦੂਸਰੀ ਗੱਲ ਜਗਵਿੰਦਰ ਹੋਣਾ ਨੇ ਜਿਹੜੀ ਕੀਤੀ ਆ ਵੀ ਐਤਕੀ ਓਲੰਪਿਕ ਗੇਮਾਂ ਜਿਹੜੀਆਂ ਓਲੰਪਿਕ ਕੁਆਲੀਫਾਈ ਜਿਹੜੀ ਆ ਉਹ ਬਹੁਤ ਡਿਫਰੈਂਟ ਆ। ਰਾਈਟ, ਬਹੁਤ ਸਾਰੇ ਐਥਲੀਟ ਆ ਜਿਹੜੇ ਪਰਫਾਰਮ ਬੈਟਰ ਕਰ ਗਏ, ਯੰਗ ਐਥਲੀਟ ਆ ਜਿਨ੍ਹਾਂ ਦੀ ਕੰਟੀਨਿਊ ਟ੍ਰੇਨਿੰਗ ਰਹੀ, ਕੁਛ ਜਿਹੜੇ ਆ ਨਹੀਂ ਕੁਆਲੀਫਾਈ ਨਹੀਂ ਕਰ ਸਕੇ। ਹਾਂ, ਪੋਟੈਂਸ਼ੀਅਲ ਜਿਹੜੀ ਆ ਬੱਚਾ ਕੋਈ ਵੀ ਜਿਹੜਾ ਕਿਸੇ ਵੀ ਲੈਵਲ 'ਚ ਅੱਜ ਉਹਦਾ ਪਤਾ ਨਹੀਂ ਉਹਨੇ 5 ਸਾਲ ਦੇ ਵਿੱਚ ਕੀ ਹੋ ਜਾਣਾ, ਉਹਦਾ 3 ਸਾਲ ਦੇ ਵਿੱਚ ਕੀ ਹੋ ਜਾਣਾ। ਹਾਂ, ਆਪਣੇ ਇਸ ਵੇਲੇ ਜਿਹੜੀ ਕਲੱਬ ਦੀ ਐਥਲੀਟ ਆ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਨੈਕਸਟ ਈਅਰ ਜਗਵਿੰਦਰ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਆ ਉਹ ਲੈਂਗਲੀ ਦੇ ਵਿੱਚ ਹੋ ਰਹੀ ਆ ਅਤੇ ਉਹ ਵਰਲਡ ਚੈਂਪੀਅਨਸ਼ਿਪ ਲਈ ਟਰਾਇਲ ਆ। ਅਤੇ ਮੈਂ ਚਾਹੁੰਦਾ ਹਾਂ ਉੱਥੇ ਆਪਣੇ ਘੱਟੋ ਘੱਟ ਕਲੱਬ ਦੇ 20-25 ਐਥਲੀਟ ਜ਼ਰੂਰ ਹੋਣਗੇ, ਵਿਜ਼ੀਬਲ ਹੋਣਗੇ, ਜਿਹੜੇ ਉਸ ਟਰਾਇਲਾਂ ਦੇ ਵਿੱਚ ਹੋਣਗੇ। ਹਾਂ, ਟੀਮ ਕਿੰਨੇ ਮੇਕ ਕਰਦੇ ਆ ਪਤਾ ਨਹੀਂ ਹੈ। ਬੇਅਰ ਕ੍ਰੀਕ ਦੀ ਲੜਕੀ ਜਿਹੜੀ ਹੈ ਇਸੇ ਟਰੈਕ ਤੋਂ ਪੈਦਾ ਹੋਈ ਆ, ਕ੍ਰਿਸਟਬਲ ਨੈਟੀ, ਉਹ ਇਸ ਵੇਲੇ ਓਲੰਪਿਕ ਗੇਮਾਂ 'ਤੇ ਆ, ਕੈਨੇਡਾ ਨੂੰ ਰਿਪ੍ਰੈਜ਼ੈਂਟ ਕਰ ਰਹੀ ਆ ਲੌਂਗ ਜੰਪ ਦੇ ਵਿੱਚ, ਅਤੇ ਕੈਨੇਡੀਅਨ ਨੈਸ਼ਨਲ ਚੈਂਪੀਅਨ ਆ। ਅਤੇ 17 ਐਥਲੀਟ ਇੱਥੋਂ ਗਏ ਆ। 17 ਦੇ ਵਿੱਚੋਂ 3 ਐਥਲੀਟ ਜਿਹੜੇ ਮੇਰੇ ਬਹੁਤ ਨਜ਼ਦੀਕੀ ਆ। ਲੈਂਗਲੀ ਮਸਟਿੰਗ ਤੋਂ ਜਿਹੜੀ ਆ ਜੋਰਜੀਆ ਐਲਨਵਰਡ, ਆਪਣੀ ਇਹ ਕ੍ਰਿਸਟਬਲ ਨੈਟੀ, ਅਤੇ ਮੁੰਡਾ ਜਰੋਮ ਬਲੇਕ ਜਿਹੜਾ ਕੁਕਟਲਮ ਵਾਲਾ, ਅਤੇ ਬਾਕੀ ਜਿਹੜੇ ਆ ਜਾਣਦੇ ਹਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸੋ 17 ਐਥਲੀਟ ਜਿਹੜੇ ਆਪਣੀ BC ਨੂੰ ਰਿਪ੍ਰੈਜ਼ੈਂਟ ਕਰ ਰਹੇ ਉੱਥੇ ਓਲੰਪਿਕ ਦੇ ਵਿੱਚ, ਅਤੇ ਚੰਗੀ ਆਸ ਆ। ਮੈਡਲ ਉੱਥੇ ਦੇ ਓਲੰਪਿਕ ਦੇ ਵਿੱਚ ਡੇਮੀਅਨ ਵਾਰਨਰ ਦਾ ਬਹੁਤ ਚੰਗਾ ਚਾਂਸਸ ਹੈ ਐਤਕੀ ਮੈਡਲ ਦਾ, ਅਤੇ ਦੂਸਰੇ ਆਂਡਰੇ ਡਿਗਰਾਸ ਜਿਹੜਾ ਆ ਉਹਦੇ ਕੋਲ ਐਕਸਪੀਰੀਅੰਸ ਹੈਗਾ ਵੀ ਕੀ ਦੇਖੋ ਕੀ ਪਰਫਾਰਮ ਕਰਦੇ, ਪਤਾ ਲੱਗ ਜੂਗਾ ਜਿਹੜੇ ਪ੍ਰੀਲਿਮਿਨਰੀ ਜਦੋਂ ਰਾਊਂਡ ਸ਼ੁਰੂ ਹੋਏ। ਅਤੇ ਓਵਰਆਲ ਬਹੁਤ ਬੱਚੇ, ਮੈਨੂੰ ਬੜੀ ਖੁਸ਼ੀ ਆ ਪਰਫਾਰਮੈਂਸ ਜਿਹੜੀ ਆ। ਅਗੇਨ ਜਿਹੜੇ ਮੈਡਲ ਜਿੱਤਣੇ, ਚੈਂਪੀਅਨਸ਼ਿਪ ਜਿੱਤਣੀ, ਕੈਨੇਡੀਅਨ ਚੈਂਪੀਅਨ ਹੋਣਾ, ਕੈਨੇਡੀਅਨ ਟੀਮ ਨੂੰ ਮੇਕ ਕਰਨਾ, ਇਹ ਚੰਗੀ ਅਚੀਵਮੈਂਟ ਹੈ। ਪਰ ਇਦੋਂ ਵੀ ਚੰਗੀ ਅਚੀਵਮੈਂਟ ਇਹ ਆ ਵੀ ਜਿਹੜੇ ਉਹ ਪੜ੍ਹਾਈ ਚੰਗੀ ਕਰ ਰਹੇ ਆ। ਹੁਣ ਇਸ ਵੇਲੇ ਐਸੇ ਸਾਲ ਦੇ ਵਿੱਚ ਮੇਰੇ 2 ਲੜਕੀਆਂ ਜਿਹੜੀਆਂ, ਇੱਕ ਮੈਜ਼ੂਰੀ ਸਟੇਟ ਨੂੰ ਗਈ ਆ ਅਤੇ ਇੱਕ ਹੈਗੀ ਆ ਜੋਰਜੀਆ, ਦੋਨੋਂ ਹੀ ਈਵਨ ਪੈਂਡੈਮਿਕ ਦੇ ਥਰੂ ਜੇ ਉਹਨਾਂ ਨੂੰ ਫੁੱਲ ਰਾਈਡ ਮਿਲੀ ਆ। ਇੱਕ ਲੜਕੀ ਨਾਰਥ ਡੈਲਟਾ ਸੈਕੰਡਰੀ ਤੋਂ ਅਸੀਂ, ਦੂਸਰੀ ਫਰੇਜ਼ਰ ਹਾਈ ਤੋਂ ਆ, ਸਕੂਲ ਤੋਂ ਆ, ਅਤੇ ਉਹ ਚੰਗਾ ਆ। ਉਹ ਇਹ ਜ਼ਿਆਦਾ ਜ਼ਰੂਰੀ ਮੇਰੇ ਲਈ ਇਹ ਆ ਕਿਉਂਕਿ ਬੱਚੇ ਜਿਹੜੇ ਆ ਸਪੋਰਟਸ ਦੇ ਥਰੂ ਆਪਣੀ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਉਹਦੇ ਚੈਂਪੀਅਨਸ਼ਿਪ ਨਾਲੋਂ ਵੀ। ਜੈਸੀ ਜੀ, ਇਸ ਹਿੱਸੇ ਦੇ ਵਿੱਚ ਮੈਂ ਖਾਸ ਤੌਰ 'ਤੇ ਚਾਹੁੰਦੀ ਹਾਂ ਜੇ ਤੁਸੀਂ ਸਾਡੇ ਸੁਣਨ ਵਾਲੇ ਦੇ ਨਾਲ ਸਾਂਝੀ ਗੱਲਬਾਤ ਕਰ ਸਕੋ ਕਿ ਤੁਹਾਨੂੰ ਐਜ਼ ਅ ਪਰਸਨ, ਐਜ਼ ਅ ਕੋਚ, ਜਦੋਂ ਤੁਸੀਂ ਸੋਚ ਲਿਆ ਕਿ ਤੁਸੀਂ ਆਪਣਾ ਕਲੱਬ ਸਟਾਰਟ ਕੀਤਾ, ਤੁਹਾਡੇ ਸਿਰਫ 2 ਬੱਚਿਆਂ ਦੇ ਨਾਲ, ਉਹ ਵੀ ਫੈਮਿਲੀ ਦੇ 2 ਬੱਚਿਆਂ ਦੇ ਨਾਲ ਤੁਸੀਂ ਕਲੱਬ ਸਟਾਰਟ ਕੀਤਾ, ਜਿਹੜੇ ਚੈਲੰਜਸ ਆਏ ਉਹ ਕਿਸ ਤਰ੍ਹਾਂ ਦੇ ਚੈਲੰਜਸ ਸਨ ਜੇ ਤੁਹਾਨੂੰ ਯਾਦ ਹੋਣ ਤਾਂ? ਉਹ ਸਭ ਤੋਂ ਵੱਡਾ ਚੈਲੰਜ ਸੀ ਫਾਈਨੈਂਸ, ਕਿਉਂਕਿ ਹਰ ਚੀਜ਼ ਚਲਾਉਣ ਲਈ ਤੁਹਾਡੇ ਕੋਲ ਪੈਸੇ ਦੀ ਲੋੜ ਚਾਹੀਦੀ ਆ ਜੀ। ਉਹਦੇ ਲਈ ਮੈਂ ਅੱਜ ਤਾਈਂ ਉਹਨਾਂ ਲੋਕਾਂ ਦਾ ਸੱਚੀ ਸਿਰ ਝੁਕਾ ਕੇ ਸਤਿਕਾਰ ਕਰਦਾ ਜਿਹੜੇ ਉਸ ਦਿਨ ਤੋਂ ਸਾਡੇ ਨਾਲ ਲੱਗੇ ਹੋ ਆ।
ਅਸੀਂ ਕਦੇ ਪੈਸੇ ਮੰਗਣ ਨਹੀਂ ਜਾਈਦਾ, ਪਰ ਉਹ ਸਾਡੇ ਹਰੇਕ ਫੰਕਸ਼ਨ ਦੇ ਵਿੱਚ ਆ ਕੇ ਸਾਨੂੰ ਕੁਛ ਨਾ ਕੁਛ ਡੋਨੇਟ ਕਰਕੇ ਜਾਂਦੇ ਆ। ਸੋ ਉਹਨਾਂ ਲੋਕਾਂ ਨਾਲ ਕਰਕੇ ਅਗੇਨ ਉਹ ਦੇ ਆਰ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਜੀ। ਇਹ ਸਭ ਤੋਂ ਵੱਡਾ ਚੈਲੰਜ ਸੀ, ਕਿਉਂਕਿ ਤੁਹਾਡੇ ਕੋਲ ਇਕਵਿਪਮੈਂਟ ਕੋਈ ਨਹੀਂ ਸੀ, ਤੁਹਾਡੇ ਕੋਲ ਫੀਲਡ ਕੋਈ ਨਹੀਂ ਸੀ, ਤੁਹਾਡੇ ਕੋਲ ਕੋਚਸ ਕੋਈ ਨਹੀਂ ਸੀ, ਕੋਈ ਪ੍ਰੋਗਰਾਮ ਜਿਹੜਾ ਆ ਉਹ ਕਰਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਜ਼ਰੂਰੀ ਸੀ। ਸੋ ਹੌਲੀ ਹੌਲੀ, ਪਰ ਗੱਲ ਕਹਿੰਦੇ ਹੁੰਦੇ ਨਾ, ਕੋਈ ਦੂਰੀ ਕੋਈ ਟੀਸੀ ਸਦਕ ਦੀ ਹਨ ਨਹੀਂ, ਹਿੰਮਤੀ ਪੈਰਾਂ ਨੇ ਮੰਜ਼ਿਲਾਂ ਨੂੰ ਪਾ ਲਿਆ। ਸੋ ਜੇ ਤੁਹਾਡੇ ਕੋਲ ਡੈਡੀਕੇਸ਼ਨ ਆ ਵੀ ਇਹ ਕਰਨਾ ਹੀ ਕਰਨਾ ਆ ਜੀ, ਰਾਈਟ, ਇਰਾਦਾ ਤੁਹਾਡਾ ਪੱਕਾ ਆ, ਕੋਈ ਨਾ ਕੋਈ ਇਹਦੇ ਟਾਈਮ ਲੱਗਦਾ ਪਰ ਉਹ ਫਿਰ ਹੋ ਜਾਂਦੀ ਹੈ ਉਹ ਗੱਲ। ਇਹ ਚੈਲੰਜ ਵੱਡਾ ਸੀ। ਦੂਸਰਾ ਇਹ ਸੀ ਵੀ ਇਸ ਸਪੋਰਟਸ ਦੇ ਵਿੱਚ ਮੇਰਾ ਘੱਟ ਐਕਸਪੀਰੀਅੰਸ ਸੀ। ਮੈਂ ਕੋਚ ਬਣਨਾ ਚਾਹੁੰਦਾ ਸੀ, ਮੈਂ ਖੇਡਿਆ ਵਾਲੀਬਾਲ ਸੀ, ਰਾਈਟ, ਟਰੈਕ ਥੋੜ੍ਹਾ ਬਹੁਤਾ ਕੀਤਾ ਸੀ ਪਰ ਇੰਨਾ ਨਹੀਂ ਸੀ, ਅਤੇ ਇਹ ਨਵੀਂ ਸਪੋਰਟਸ ਸੀ। ਪਰ ਇਹਦਾ ਰੀਜ਼ਨ ਇਹ ਸੀ ਕਿਉਂਕਿ ਮੈਂ ਦੇਖਿਆ ਸੀ ਵੀ ਇੰਡੀਵਿਜੂਅਲ ਸਪੋਰਟਸ ਜਿਹੜੀ ਆ ਇਹ ਬੜੀ ਯੂਨੀਕ ਆ। ਦੇਖੋ ਇਹਦੇ ਵਿੱਚ 35-40 ਇਵੈਂਟ ਆ, ਵੱਖਰੇ ਵੱਖਰੇ ਜਿਹੜੇ ਆ, ਔਰ ਸਾਰੇ ਦੇ ਸਾਰੇ ਇਵੈਂਟ ਜਿਹੜੇ ਆ ਟੈਕਨੀਕਲੀ ਇੱਕ ਦੂਜੇ ਤੋਂ ਵੱਖਰੇ ਆ, ਰਾਈਟ। ਜਿਹੜੀ ਸਕਿੱਲ ਆ, ਜਿਹੜੀ ਫਿਜ਼ੀਕਲ ਸਕਿੱਲ ਆ, ਜੇ ਕੋਈ ਟਰੈਕ ਐਂਡ ਫੀਲਡ ਨੂੰ ਸਿੱਖ ਜਾਂਦਾ ਉਹ ਕੋਈ ਵੀ ਸਪੋਰਟਸ ਕਰ ਸਕਦਾ। ਦਿਸ ਇਜ਼ ਵਾਟ ਵੀ ਕਾਲਡ ਐਥਲੈਟਿਕ ਇਜ਼ ਅ ਮਦਰ ਆਫ ਸਪੋਰਟਸ, ਰਾਈਟ। ਸੋ ਇਹ ਸੀ ਵੀ ਇਹ ਬੈਟਰ ਆ ਵੀ ਜੇ ਕੁਛ ਸਿੱਖਣਾ ਤਾਂ ਇਹ ਜਿਹੜੀ ਆ ਸਪੋਰਟਸ ਆ ਇਹ ਸਿੱਖੀਏ। ਕੋਈ ਅੱਜ ਕੱਲ੍ਹ ਦੇਖੋ ਤੁਸੀਂ ਬਾਸਕਟਬਾਲ ਪਲੇਅਰ ਆ, ਫੁੱਟਬਾਲ ਪਲੇਅਰ ਆ, ਸੌਕਰ ਪਲੇਅਰ ਆ, ਉਹ ਸਾਰੇ ਉਹਨਾਂ ਦੇ ਜਿਹੜੇ ਕੰਡੀਸ਼ਨਿੰਗ ਕੋਚ ਕੌਣ ਆ? ਟਰੈਕ ਐਂਡ ਫੀਲਡ ਦੇ, ਕਿਉਂਕਿ ਸਪੀਡ ਕਿੱਥੇ ਚਾਹੀਦੀ ਆ, ਕੋਆਰਡੀਨੇਸ਼ਨ ਕਿੱਥੋਂ ਆਉਣਾ, ਰਾਈਟ, ਪਾਵਰ ਕਿੰਨੀ ਚਾਹੀਦੀ ਆ, ਈਵਨ ਰੈਸਲਰ ਜਿਹੜੇ ਆ ਹਾਊ ਫਾਸਟ ਦੇ ਕੈਨ ਰਨ, ਰਾਈਟ। ਇਹ ਸਾਰੀਆਂ ਚੀਜ਼ਾਂ ਇਹ ਚੈਲੰਜ ਸੀ, ਉਹ ਇਹ ਚੰਗਾ ਵੱਡਾ ਚੈਲੰਜ ਸੀ ਬਈ ਕੋਚ ਬਣਨਾ ਕਿੱਦਾਂ ਆ। ਅੱਛਾ, ਇੱਦਾਂ ਵੀ ਹੋਇਆ ਕਿ ਵੀ ਦੂਸਰੀਆਂ ਸਪੋਰਟਸ ਦੇ ਵਿੱਚੋਂ ਇਧਰਲੇ ਪਾਸੇ ਜਿਹੜੇ ਖਿਡਾਰੀ ਆ ਉਹ ਆਏ ਹੋਣ ਜਿਨ੍ਹਾਂ ਨੇ ਆਪਣਾ ਫੀਲਡ ਹੀ ਚੇਂਜ ਕਰ ਲਿਆ? ਬਹੁਤ। ਇਹ ਤੋਂ ਪਹਿਲਾਂ ਮੈਂ ਤੁਹਾਨੂੰ ਹੁਣ ਹੋਰ ਇੱਕ ਕਹਾਣੀ ਦੱਸਣੀ ਚਾਹੁੰਦਾ। ਮੈਂ ਨੈਸ਼ਨਲ ਕੋਚਿੰਗ ਸਾਡੀ ਕਾਨਫਰੰਸ ਟੋਰਾਂਟੋ ਯੂਨੀਵਰਸਿਟੀ 'ਚ ਹੋਈ, ਅਤੇ ਉੱਥੇ ਦੁਨੀਆ ਦੇ ਬਹੁਤ ਵੱਡੇ ਵੱਡੇ ਕੋਚ, ਡੈਨ ਪੈਫ ਹੋਣੀ, ਨੌਰਵੀਜਨ ਕੋਚ, ਸਕੈਂਡੋਨੇਵੀਅਨ, ਯੂਰਪੀਅਨ, ਘੱਟੋ ਘੱਟ 150-200 ਕੋਚ ਜਿਹੜੇ ਆ ਉਹ ਇਕੱਠੇ ਹੋਏ, ਅਤੇ ਇੱਥੇ BC ਐਥਲੈਟਿਕ ਵਾਲਿਆਂ ਨੇ ਮੈਨੂੰ ਵੀ ਭੇਜ ਦਿੱਤਾ। ਅਤੇ ਸਾਰੇ ਜਦੋਂ ਹੁਣ ਇੰਟਰੋਡਿਊਸ ਕਰਾਉਣ ਇੱਕ ਦੂਜੇ ਨੂੰ, ਕੋਈ ਕਹੇ ਵੀ ਮੈਂ ਡਾਕਟਰ ਹਾਂ, ਅੱਛਾ, ਕੋਈ ਕਹੇ ਵੀ ਮੇਰੇ ਕੋਲ PhD ਆ, ਕੋਈ ਕਹੇ ਵੀ ਮੈਂ ਇਸ ਯੂਨੀਵਰਸਿਟੀ ਨੂੰ ਕਰਾਉਣਾ, ਕੋਈ ਕੁਛ ਕਹੇ, ਕੋਈ ਕੁਛ ਕਹੇ। ਉਸ ਵੇਲੇ ਮੈਂ ਟੈਕਸੀ ਚਲਾਉਂਦਾ ਸੀ ਨਾਲ। ਓਕੇ। ਅਤੇ ਮੈਂ ਜਦੋਂ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਤਾਂ ਮੈਂ ਇਹ ਕਿਹਾ, ਮੈਂ ਟੈਕਸੀ ਚਲਾਉਣਾ ਪਰ ਇੱਥੇ ਮੈਂ ਕੁਛ ਸਿੱਖਣਾ ਆ। ਅਤੇ ਡੈਨ ਪੈਫ ਇਸ ਵੇਲੇ ਉਹ ਆਲਟਸ ਦਾ ਹੈੱਡ ਕੋਚ ਆ, ਮੇਰਾ ਬਹੁਤ ਅਜੇ ਵੀ ਉਹ ਮੇਰਾ ਰੋਲ ਮਾਡਲ ਆ। ਉਹ ਮੇਰੇ ਕੋਲ ਰੀਸੈਸ ਦੇ ਵਿੱਚ ਜਦੋਂ ਸਾਨੂੰ ਬ੍ਰੇਕ ਆਈ ਤਾਂ ਮੇਰੇ ਕੋਲ ਆਇਆ, ਉਹ ਕਹਿੰਦਾ ਵੀ ਮੈਨੂੰ ਬਹੁਤ ਚੰਗਾ ਲੱਗਾ, ਕਹਿੰਦਾ ਮੇਰਾ ਵੀ ਡੈਡੀ ਕਹਿੰਦਾ ਕੰਸਟਰਕਸ਼ਨ ਕੰਮ ਕਰਦਾ ਸੀ। ਅੱਛਾ। ਮੈਂ ਕਹਿੰਦਾ ਸਾਇੰਸ ਦਾ ਟੀਚਰ ਸੀ। ਹਾਂ, ਪਰ ਕਹਿੰਦਾ ਮੈਂ ਸਿੱਖਿਆ ਕਿੱਥੋਂ? ਕਹਿੰਦਾ ਵੀ ਮੇਰਾ ਡੈਡੀ ਬ੍ਰਿਕ ਕਿੱਦਾਂ ਇਕੱਠੀਆਂ ਕਰਦਾ, ਉਹ ਕਿੱਦਾਂ ਲਾਉਂਦਾ, ਕਹਿੰਦਾ ਉਹਨੇ ਮੈਨੂੰ ਇੰਜੀਨੀਅਰ ਬਣਾਇਆ ਅਸਲੀ, ਕਹਿੰਦਾ। ਅਤੇ ਕਹਿੰਦਾ ਜਦੋਂ ਤੈਨੂੰ ਕਿਸੇ ਵੀ ਟਾਈਮ ਵੀ ਤੈਨੂੰ ਲੋੜ ਪਵੇ ਤੇ ਕੰਟੈਕਟ ਮੀ। ਅੱਜ ਤਾਈਂ ਵੀ ਜੇ ਮੈਨੂੰ ਕੋਈ ਵੀ ਕੁਐਸਚਨ ਹੈ, ਕੰਸਰਨ ਆ, ਮੈਂ ਉਹਨੂੰ ਜੇ ਭੇਜਾਂ ਈਮੇਲ ਤਾਂ ਰਾਈਟ ਵੇ ਉਹ ਬੰਦੇ ਜਿਹੜੇ ਆ ਉਹ ਆਨਸਰ ਕਰਦੇ ਆ। ਸੋ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਮੇਰਾ ਕੌਨਫੀਡੈਂਸ ਸੀ। ਮੈਂ ਉਹ ਫਿਰ ਕਹਿਣਾ ਚਾਹੁੰਦਾ, ਇੱਕ ਟੈਕਸੀ ਡਰਾਈਵਰ, ਦੂਜੇ ਪਾਸੇ ਸਾਰੇ ਦੇ ਸਾਰੇ ਕੋਈ ਸਾਇੰਟਿਸਟ, ਕੋਈ PhD, ਕੋਈ ਕੁਛ ਇਸ ਤਰ੍ਹਾਂ ਦੇ ਕੋਚ ਉੱਥੇ ਬੈਠੇ ਸੀ। ਓਪਰਚੁਨਿਟੀ ਜਿਹੜੀ ਆ ਤੁਸੀਂ ਕਿੱਦਾਂ ਲੈਂਦੇ ਆ, ਰਾਈਟ। ਜੇ ਉਹ ਸਲਿੱਪ ਕਰ ਜਾਂਦੇ, ਹਾਂ ਉੱਥੇ ਛੱਡ ਕੇ ਆ ਜਾਂਦਾ ਤਾਂ ਹੋ ਸਕਦਾ ਕਦੇ ਵੀ ਇੱਦਾਂ ਦੇ ਨਾ ਬਣਦੇ, ਰਾਈਟ। ਹੁਣ ਇਹ ਆ ਵੀ ਕਿੰਨਾ ਹੋਰ ਸਿੱਖਣਾ, ਰਾਈਟ। ਇਹ ਦੂਸਰਾ ਸਵਾਲ ਸੀ ਤੁਹਾਡਾ ਵੀ ਬੱਚੇ ਦੂਜੀ ਸਪੋਰਟਸ ਤੋਂ। ਹਾਂ, ਹਰ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਬਹੁਤ ਆ, ਰਾਈਟ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਵੀ ਦੂਸਰੇ, ਜਦੋਂ ਵੀ ਅਸੀਂ ਇਹ ਦੇਖਦੇ ਹਾਂ ਵੀ ਜੋ ਮੈਂ ਚਾਹੁੰਦਾ ਬੱਚਾ ਉਹ ਬਣੇ, ਇਹ ਪੋਸੀਬਲ ਨਹੀਂ ਹੈ, ਰਾਈਟ। ਉਹਦੇ ਲਈ ਬੋਡੀ ਸਟਰਕਚਰ ਕੀ ਆ ਉਹਦਾ, ਉਹ ਬੱਚੇ ਦਾ ਸ਼ੌਕ ਕੀ ਆ, ਉਹ ਕਿਹੜੇ ਪਾਸੇ ਨੂੰ ਜਾਣਾ ਚਾਹੁੰਦਾ, ਇੰਟਰਸਟ ਹੈਗਾ, ਤੁਸੀਂ ਉਹਨੂੰ ਮੋਟੀਵੇਟ ਕਿੱਦਾਂ ਕਰਨਾ। ਜੇ ਮੇਰਾ ਡਰੀਮ ਹੈ ਵੀ ਮੈਂ ਉਹਨੂੰ ਰੈਸਲਰ ਬਣਾਉਣਾ, ਪਰ ਬੱਚਾ ਨਹੀਂ ਰੈਸਲਰ ਬਣਨਾ ਚਾਹੁੰਦਾ, ਉਹ ਫਿੱਟ ਨਹੀਂ ਹੈ, ਉਹਦਾ ਬੋਡੀ ਸਟਰਕਚਰ ਨਹੀਂ ਉਹਦੇ ਫਿੱਟ, ਉਹਦਾ ਐਨਰਜੀ ਸਿਸਟਮ ਨਹੀਂ ਉਹਦੇ ਫਿੱਟ, ਅਤੇ ਉਹਨੂੰ ਫੋਰਸ ਨਾ ਕਰੋ। ਸੋ ਬਹੁਤ ਸਾਰੇ ਪੇਰੈਂਟਸ ਇਸ ਤਰ੍ਹਾਂ ਆਉਂਦੇ ਆ ਵੀ ਐਕਸਪੈਕਟੇਸ਼ਨ ਉਹਨਾਂ ਦੀਆਂ ਹੁੰਦੀਆਂ ਵੀ ਮੇਰਾ ਤਾਂ
ਯਾਰ ਇਹ ਤਾਂ ਅਲੀਟ ਲੈਵਲ ਖੇਡਦਾ, ਇਹ ਤਾਂ ਫਲਾਨੀ ਲੈਵਲ ਦਾ, ਇਹ ਤਾਂ 골ਡ ਲੈਵਲ ਦਾ ਆ, ਵੀ ਅਸੀਂ ਚਾਹੁੰਦੇ ਹਾਂ ਵੀ ਇਹ ਜੇ ਟਰੈਕ 'ਚ ਪਾਈਏ ਅਤੇ ਇਹ ਜਿੱਤ। ਉਹਨਾਂ ਨੂੰ ਫਿਰ ਦੱਸੀਦਾ ਵੀ ਨਹੀਂ, ਵੀ ਏਡੀ ਛੇਤੀ ਨਹੀਂ। ਪਰ ਇੱਦਾਂ ਵੀ ਹੋਊਗਾ ਕਿ ਤੁਸੀਂ ਪੋਟੈਂਸ਼ੀਅਲ ਪਹਿਚਾਣ ਲੈਂਦੇ ਹੋ, ਤੁਹਾਨੂੰ ਲੱਗਦਾ ਕਿ ਵੀ ਇਹ ਫਲਾਨ ਸਪੋਰਟਸ ਜਿਹੜੀ ਖੇਡ ਰਿਹਾ ਹੈ ਬੱਚਾ, ਇਹਦਾ ਪੋਟੈਂਸ਼ੀਅਲ ਅਸਲ ਦੇ ਵਿੱਚ ਇੱਧਰ ਜ਼ਿਆਦਾ ਹੈ। ਦੇਖੋ ਇਹ ਪਤਾ ਲੱਗਦਾ 1-2 ਸਾਲ ਬੱਚੇ ਦੇ ਨਾਲ ਲਾਉਣ 'ਤੇ, ਅੱਛਾ, ਵੀ ਇੰਟਰਸਟ ਕੀ ਆ ਉਹਦਾ। ਸੀ ਜੇ ਤੁਸੀਂ ਇਹ ਸਵਾਲ ਹੈ, ਬਹੁਤ ਵਧੀਆ ਸਵਾਲ ਹੈ, ਵੀ ਕਿੱਦਾਂ ਤੁਸੀਂ ਟੈਲੈਂਟ ਕਿੱਦਾਂ ਪਛਾਣਦੇ ਆ। ਐਥਲੀਟ ਦਾ ਸਭ ਤੋਂ ਵੱਡਾ ਜਿਹੜਾ ਚੰਗਾ ਬਣਦਾ ਉਹ ਬੇਸ ਕੀ ਆ, ਇੱਕ ਜੀਨ ਚੰਗੇ ਹੋਣੇ ਚਾਹੀਦੇ ਆ। ਅੱਛਾ, ਪੇਰੈਂਟਸ ਰਾਈਟ, ਪਰ ਜੀਨ ਨੀਡ ਅਪਰੋਪਰੀਏਟ ਟ੍ਰੇਨਿੰਗ। ਜਿਹੜੀ ਅਪਰੋਪਰੀਏਟ ਟ੍ਰੇਨਿੰਗ ਆ ਉਹ এনवायरमेंट ਚਾਹੁੰਦੀ ਆ, ਜਿਹੜਾ ਅਜੇ ਵੀ ਮੈਂ ਕਹਿੰਦਾ ਵੀ ਸਾਡੇ ਕਲਚਰ 'ਚ ਸਪੋਰਟਸ ਕਲਚਰ ਨਹੀਂ ਹੈ। ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ, ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਇੰਡੀਵਿਜੂਅਲ ਸਪੋਰਟਸ ਹੈ, ਵੇਟ ਲਿਫਟਿੰਗ ਹੋ ਗਈ, ਰੈਸਲਿੰਗ ਹੋ ਗਈ, ਜਾਂ ਟਰੈਕ ਐਂਡ ਫੀਲਡ ਹੋ ਗਈ, ਇਹਨਾਂ ਦੇ ਜਿਹੜੇ ਗੁੱਡ ਕੋਚਜ਼ ਆ ਜਾਂ ਇਹਨਾਂ ਦੇ ਗੁੱਡ ਖਾੜੇ ਆ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਹੈ, ਉਹ ਕਰ ਲੈਂਦੇ ਆ ਕਿਉਂਕਿ ਉਹਨਾਂ ਦਾ ਆਪਣਾ ਇੰਟਰਸਟ ਹੈਗਾ। ਪਰ ਜਿਹੜਾ ਸਿਸਟਮ ਆ BC ਦਾ, ਜਿਹੜੇ ਹੋਰ ਟੀਮ ਸਪੋਰਟਸ ਆ, ਉਹ ਰਿਕ੍ਰੀਏਸ਼ਨਲ ਜ਼ਿਆਦਾ ਆ। ਤੁਸੀਂ ਦੇਖੋ ਵੀ 2 ਦਿਨ ਹਾਕੀ ਖੇਡਦੇ ਆ ਜਾਂ ਸੌਕਰ ਖੇਡਦੇ ਆ, ਦੂਜੇ 2 ਦਿਨ ਉਹਨਾਂ ਦੇ ਕੰਪੀਟੀਸ਼ਨ ਆ। ਉਹ ਕਿੱਦਾਂ ਖੇਡ ਲੈਣਗੇ, ਬੱਚਾ ਕਿੱਦਾਂ ਪ੍ਰਪੇਅਰ ਕਿੱਦਾਂ ਹੋ ਜਾਊਗਾ, ਰਾਈਟ। ਹੁਣ ਅਸੀਂ ਟ੍ਰੇਨਿੰਗ ਕਰਾਉਂਦੇ ਹਾਂ, 9 ਘੱਟੋ ਘੱਟ 9 ਟ੍ਰੇਨਿੰਗ ਸੈਸ਼ਨ ਹੋ ਜਾਂਦੇ ਵੀਕ ਦੇ। ਉਹਨਾਂ ਨੇ 9-10 ਮਹੀਨੇ ਟ੍ਰੇਨਿੰਗ ਹੀ ਕਰਨੀ ਆ ਅਤੇ 3 ਮਹੀਨੇ ਉਹਨਾਂ ਨੇ ਕੰਪੀਟੀਸ਼ਨ ਕਰਨੇ ਆ। ਬਿਲਕੁਲ। ਜੈਸੀ ਜੀ, ਮੈਂ ਦੇਖਿਆ ਬਹੁਤ ਵਾਰੀ ਜਿਹੜੇ ਕੋਚਿਸ ਨੇ ਉਹ ਟ੍ਰੇਨ ਕਰੀ ਜਾ ਰਹੇ ਨੇ, ਜਿਸ ਤਰ੍ਹਾਂ ਕੋਚ ਕਹਿ ਰਹੇ ਆ, ਜਿਹੜੇ ਤੁਹਾਡੇ ਐਥਲੀਟਸ ਆ ਜਾਂ ਸਪੋਰਟਸ ਪਰਸਨ ਆ, ਉਹ ਆਪਣੇ ਕੋਚ ਦੀ ਗੱਲ ਨੂੰ ਫੋਲੋ ਕਰੀ ਜਾ ਰਹੇ, ਇੰਸਟਰਕਸ਼ਨਸ ਫੋਲੋ ਕਰੀ ਜਾ ਰਹੇ ਆ। ਇਸ ਦੌਰਾਨ ਮੈਨੂੰ ਲੱਗਦਾ ਸਪੋਰਟਸ ਪਰਸਨ ਜਿਹੜੇ, ਉਹਨਾਂ ਨੂੰ ਬੋਲਣ ਦਾ ਮੌਕਾ ਤਾਂ ਬਹੁਤ ਘੱਟ ਮਿਲਦਾ ਹੋਣਾ। ਮੈਂ ਇੱਕ ਆਵਾਜ਼ ਤੁਹਾਨੂੰ ਸੁਣਾਉਣ ਲੱਗੀ ਹਾਂ, ਮੈਂ ਦੇਖਦੀ ਹਾਂ ਕਿ ਵੀ ਤੁਹਾਡੇ ਉਸ ਐਥਲੀਟ ਦੀ ਆਵਾਜ਼ ਤੁਸੀਂ ਪਛਾਣ ਸਕਦੇ ਹੋ ਕਿ ਨਹੀਂ ਪਛਾਣ ਸਕਦੇ। ਹੈਲੋ, ਸਤਿ ਸ਼੍ਰੀ ਅਕਾਲ ਨਵਜੋਤ ਜੀ, ਸਤਿ ਸ਼੍ਰੀ ਅਕਾਲ ਕੁਸ਼ਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਗੱਲ ਕਰ ਸਕਦੇ ਹੋ ਅੱਗੇ, ਦੇਖਦੇ ਹਾਂ ਵੀ ਆਵਾਜ਼ ਪਛਾਣ ਸਕਦੇ ਜਾਂ ਨਹੀਂ ਪਛਾਣ ਸਕਦੇ, ਤੁਸੀਂ ਗੱਲ ਕਰਦੇ ਜਾਓ ਜੀ। ਸਤਿ ਸ਼੍ਰੀ ਅਕਾਲ ਕੋਚ। ਸਤਿ ਸ਼੍ਰੀ ਅਕਾਲ। ਕਿੱਦਾਂ ਹਾਲ ਚਾਲ? ਠੀਕ। ਟੈਸਟ ਹੋ ਗਿਆ ਤੁਹਾਡਾ, ਦੇਖ ਲਓ, ਤੁਸੀਂ ਬੋਲਣ ਨਹੀਂ ਦਿੰਦੇ ਬੱਚਿਆਂ ਨੂੰ, ਐਥਲੀਟਸ ਨੂੰ, ਹੈ ਨਾ। ਹਾਂਜੀ, ਤੁਸੀਂ ਗੱਲ ਕਰਦੇ ਜਾਓ ਜੀ, ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ? ਤੁਹਾਡੇ ਕੋਚ ਨੇ ਤੁਹਾਡੇ ਨਾਲ ਗੱਲ ਕਰ ਰਹੇ ਨੇ ਇਸ ਵੇਲੇ। ਹਾਂਜੀ। What would you like to say? You are giving him a challenge, huh? ਹਾਂਜੀ। ਚੈਲੰਜ ਦੇ ਰਹੇ ਹੋ। ਜੈਸੀ ਜੀ ਨੇੜੇ ਹੋ ਜਾਓ, ਮਾਈਕ ਦੇ ਨੇੜੇ ਹੋ I ਜਾਓ। didn't recognize yet. No. ਚਲੋ ਜੀ। Keep talking. Let's go. Okay, coach. Yeah. How are you? I'm fine. ਤੁਸੀਂ ਹਿੰਟ ਦਿਓ, ਤੁਸੀਂ ਕਿੱਥੇ ਇਹਨਾਂ ਦੇ ਨਾਲ? Are you still training with me or is it? Yes. ਲਓ ਜੀ। Oh my gosh. Holy smoke. I'm seeing you today. Wow. Is that Jason? You're right. Yeah. Is that Jason, right? ਬਿਲਕੁਲ ਜੇਸਨ ਹੈ, ਜੇਸਨ ਹੈ। ਤੁਸੀਂ should I say win ਕਰਕੇ। Jason, the name I usually? That's up to you. I'll see you at the track today. Yes, ਹਾਂਜੀ, I ਜੇਸਨ will. ਕੀ ਕਹਿਣਾ ਚਾਹੁੰਦੇ ਹੋ Thank you. ਤੁਸੀਂ? What's anyone? ਕੋਚ ਬੋਲਣ ਨਹੀਂ ਦਿੰਦੇ, ਹੈ ਨਾ, ਬੋਲਣ ਨਹੀਂ ਦਿੰਦੇ ਟਰੈਕ। I don't think Jason never stopped talking. Am I right though? Yeah. Yeah. Anyway, thank you for your call, and I'll No see problem. see you at the track. All right. Thanks. Today. Thank you, Okay. Putter. Thanks. ਥੈਂਕ ਯੂ ਜੇਸਨ। ਲਓ ਜੀ, ਸਿਰਫ ਇੰਨਾ ਹੀ ਟੈਸਟ ਦੇ ਕੇ ਤੁਹਾਨੂੰ ਚਲੇ ਗਏ ਕਿ ਪਛਾਣਦੇ ਹੋ ਤੁਸੀਂ ਕਿ ਨਹੀਂ No, ਪਛਾਣਦੇ। they are wonderful. ਮੈਂ ਤੁਹਾਨੂੰ ਦੱਸਦਾ, ਹੁਣ ਤੁਸੀਂ ਇਹ ਗੱਲ ਕਰਦੇ ਬੱਚਿਆਂ ਦੇ, they are my investment, right? My best investment. ਮੈਂ ਤੁਹਾਨੂੰ ਇਹੀ ਪੁੱਛਣ ਲੱਗੀ ਸੀ ਕਿ ਵੀ ਇੱਕ ਕੋਚ ਦਾ, ਜਿੱਦਾਂ ਤੁਸੀਂ ਇੱਕ ਪਰਸਨ ਦੇ ਤੌਰ 'ਤੇ ਤੁਹਾਨੂੰ ਵੱਖਰੇ ਤਰੀਕੇ ਨਾਲ ਦੇਖ ਰਹੇ ਆ, ਬਹੁਤ ਸਾਰੇ ਕੋਚਿਸ ਹੁੰਦੇ ਆ, ਪਰ ਜਦੋਂ ਇੱਕ ਸਪੈਸੀਫਿਕ ਕੋਚ ਦੇ ਨਾਲ ਕੋਈ ਸਪੋਰਟਸ ਪਰਸਨ ਇੱਕ ਹਿਊਮਨ ਬੀਇੰਗ ਦੇ ਤੌਰ ਦੇ ਉੱਤੇ ਜਿਹੜਾ ਆਪਣੇ ਆਪ ਨੂੰ ਕਨੈਕਟ ਕਰਦਾ, ਦੈਟ ਇਜ਼ ਸਮਥਿੰਗ ਡਿਫਰੈਂਟ। ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈ, ਜੇ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਆਪਣੇ ਐਥਲੀਟਸ ਦੇ? This is the most important. very important, because ਮੇਰੀ ਜੌਬ ਹੈ, ਮੇਰੀ ਰਿਸਪੌਂਸਿਬਿਲਿਟੀ ਆ, ਕਿਉਂਕਿ ਮੇਰਾ ਟਾਈਮ ਜਿਹੜਾ ਉਹਨਾਂ ਦੇ ਨਾਲ ਦਿੱਤਾ ਆ, ਇਹ ਇਨਫਲੂਐਂਸ ਕਰਨਾ ਉਹਨਾਂ ਨੂੰ, ਉਹਨਾਂ ਦਾ ਕਰੈਕਟਰ ਬਿਲਡ ਕਰਨਾ ਜੀ। ਕਿਉਂਕਿ ਬੱਚੇ ਜਿਹੜੇ ਆ ਤੁਹਾਡੇ ਵਰਬਲੀ ਸਪੀਚ ਤੋਂ ਨਹੀਂ ਸਿੱਖਦੇ, ਦੇ ਲਰਨ ਬਾਈ ਯੂਰ ਐਕਸ਼ਨਸ। ਸੋ ਮੇਰੀ ਉੱਥੇ ਡਿਸਿਪਲਿਨ 'ਚ ਰਹਿਣਾ
ਮੇਰੇ ਲਈ ਬਹੁਤ ਜ਼ਰੂਰੀ ਆ। ਕੋਈ ਦੋ ਚਾਰ ਜੇ ਤੁਸੀਂ ਮੂਮੈਂਟਸ ਸਾਂਝੇ ਕਰ ਐਕਟ, ਸਕੋ। ਹਾਂ ਐਕਟ ਅਸੀਂ ਕੀ ਕਰਦੇ ਹਾਂ ਤੁਹਾਨੂੰ ਮੈਂ ਦੱਸਦਾ ਵੀ ਸਭ ਤੋਂ ਇਮੋਸ਼ਨਲ ਮੂਮੈਂਟ ਜਿਹੜੀ ਆ ਮੈਂ ਤੁਹਾਨੂੰ ਦੱਸਦਾ ਵੀ ਇਹ ਐਸੇ ਸਾਲ ਵਿੰਟਰ ਦੇ ਵਿੱਚ ਅਸੀਂ ਟ੍ਰੇਨਿੰਗ ਕਰ ਰਹੇ ਸੀ ਜੀ। ਮੀਂਹ ਬਹੁਤ ਪੈ ਰਿਹਾ ਸੀ, ਠੰਡ ਬਹੁਤ ਸੀ, ਅਤੇ ਮੇਰਾ ਜਿਹੜਾ ਗਰੁੱਪ ਆ ਉਹ ਟ੍ਰੇਨਿੰਗ ਕਰ ਰਿਹਾ ਤਾਂ ਮੈਨੂੰ ਟਰੈਕ ਤੋਂ ਬਹੁਤ ਦੂਰ ਇੱਕ ਫਿਗਰ ਤੁਰੀ ਆਉਂਦੀ ਦੱਸਦੀ ਆ। ਅੱਛਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਬਰੀਨਾ ਲੱਗਦੀ ਆ। ਅੱਛਾ। ਸਬਰੀਨਾ ਨੈਟੀ ਮੇਰੀ ਸੀਨੀਅਰ ਐਥਲੀਟ ਆ, ਮਲਟੀ ਟਾਈਮ ਉਹਨੇ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਅਤੇ ਇਸ ਵੇਲੇ ਉਹ ਟ੍ਰਿਨਿਟੀ ਯੂਨੀਵਰਸਿਟੀ ਦੇ ਕੋਚ ਵੀ ਕਰਦੀ ਅਤੇ ਮੇਰੇ ਕੋਲ ਟ੍ਰੇਨਿੰਗ ਵੀ ਕਰਦੀ ਆ। ਐਨੀਵੇ ਸ਼ੋਰਟ ਸਟੋਰੀ, ਉਸ ਦਿਨ ਉਹਨੇ ਆਉਣਾ ਨਹੀਂ ਸੀ ਪਰ ਮੈਂ ਉਹਦੀ ਚਾਲ ਜਿਹੜੀ ਉਹ ਫਿਗਰ ਦੇਖਦੀ ਹਨੇਰੇ ਦੇ ਵਿੱਚ ਤਾਂ ਮੈਨੂੰ ਇੱਦਾਂ ਮੈਂ ਕਿਹਾ ਬਈ ਇਹ ਕਹਿੰਦੇ ਨੋ 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 ਆਲ ਐਥਲੀਟਸ ਸੇ why Sabrina should be here. She's not supposed to be here today. I said no, I guaranteed it's her. So ਜਦੋਂ ਉਹ ਨੇੜੇ ਆਈ ਤਾਂ ਉਹਨੇ ਮੈਨੂੰ ਹੌਟ ਚਾਕਲੇਟ ਜਿਹੜਾ ਉਹ ਲੈਂਗਲੀ ਤੋਂ ਉਸ ਲੜਕੀ ਨੇ ਸੋਚਿਆ ਹੋਊਗਾ ਵੀ ਉਹਨੇ ਤਾਂ ਹਟਿਆ ਨਹੀਂ ਹੋਣਾ ਵੀ ਅੱਜ ਇੰਨੀ ਠੰਡ ਆ ਰਾਈਟ ਵੀ ਉਹ ਐਡੀ ਦੂਰੋਂ ਉਹ ਜਿਹੜਾ ਕੱਪ ਸੀ ਉਹ ਹੌਟ ਚਾਕਲੇਟ ਦਾ ਉਹ ਮੇਰੇ ਲਈ ਬਹੁਤ ਪ੍ਰਾਈਸ ਰੱਖਦਾ ਕਿਉਂਕਿ ਉਹ ਉਸ ਲੜਕੀ ਨੇ, ਮੈਂ ਉਹਨੂੰ ਕਿਹਾ ਨਹੀਂ, ਉਹਨੇ ਮਹਿਸੂਸ ਕੀਤਾ ਵੀ ਹਾਂ ਉਹ ਠੰਡ ਦੇ ਵਿੱਚ ਹੋਣਾ, ਉਹਨੇ ਹਟਣਾ ਹੈ ਨਹੀਂ ਵੀ ਮੈਂ ਉੱਧਰ ਦੀ ਲੰਘਣਾ ਜਾਂ ਮੈਂ ਉੱਥੇ ਜਾਵਾਂ। ਉਹ ਕਿੱਡੀ ਦੂਰੋਂ ਆ ਕੇ ਉਹ ਮੈਨੂੰ ਕੌਫੀ ਦਾ ਕੱਪ ਦੇਣ ਆਏ ਉਹ ਜਿਹੜੀ ਆ, ਇਹ ਸਭ ਤੋਂ ਮੈਨੂੰ ਚੰਗੀ ਮੂਵਮੈਂਟ ਲੱਗੀ ਮੇਰੇ ਟਰੈਕ ਕਰੀਅਰ ਦੇ ਵਿੱਚ ਮੈਂ ਬੱਚਿਆਂ ਦੇ ਨਾਲ। ਥੋੜ੍ਹਾ ਜਿਹਾ ਮੈਂ ਹੋਰ ਡੀਪਲੀ ਤੁਹਾਡੇ ਕੋਲੋਂ ਇਹ ਚੀਜ਼ ਜਾਣਨਾ ਚਾਹੁੰਦੀ ਹਾਂ, ਪੁੱਛੂੰਗੀ, ਪਰ ਉਸ ਤੋਂ ਪਹਿਲਾਂ ਇੱਕ ਆਵਾਜ਼ ਮੈਂ ਤੁਹਾਡੇ ਨਾਲ ਹੋਰ ਤੁਹਾਨੂੰ ਚੈਲੰਜ ਦੇ ਤੌਰ 'ਤੇ ਦੇ ਰਹੀ ਹਾਂ। ਹੈਲੋ ਹੈਲੋ ਹੈਲੋ, ਹੂ ਇਜ਼ ਦਿਸ? ਅੱਛਾ, ਓਕੇ, ਰਹਿਣ ਦਿਓ ਆਪਣਾ ਨਾਮ ਨਾ ਮੈਂ ਇਹ ਪਛਾਣ ਲਈ ਆਵਾਜ਼। ਹਾਂਜੀ ਹਾਂਜੀ, ਇਹ ਦੱਸੋ ਜੀ। ਜੈਸਮੀਨ। You're right. Yes, Jasmine. Exactly. Yeah, she's again, she's my one of favorite kid. ਸਾਰੇ favorite. I never treat unequal to anybody. But ਇਹ ਮੇਰੀ grandmother in reality. Grandmother. ਜਸਨੀਤ, ਇਹ ਕਿਉਂ ਕਹਿ ਰਹੇ ਇਸ ਤਰ੍ਹਾਂ? ਕਿਉਂਕਿ ਜਦੋਂ ਵੀ ਮੈਂ ਕਿਤੇ ਬਾਹਰ ਟ੍ਰਿਪ ਤੇ ਹੋਵਾਂ ਤੇ ਇਹਨੂੰ ਇਹ ਹੁੰਦਾ, ਅੰਕਲ ਜੀ ਤੁਸੀਂ ਖਾਧਾ? ਅੱਛਾ, ਰਾਈਟ, ਤੁਸੀਂ ਆਹ ਨਹੀਂ ਖਾਧਾ ਹੋਣਾ, ਤੁਸੀਂ ਆਹ ਕਰਨਾ। ਅਸੀਂ ਲਾਸ ਵੇਗਸ ਟ੍ਰਿਪ ਤੇ ਸੀ, ਇਹਨੇ ਮੈਨੂੰ ਫੂਡ ਜਿਹੜਾ ਕੁੱਕ ਕਰਨਾ। ਈਵਨ ਜਦੋਂ ਵੀ ਕਿਤੇ ਮੀਟ ਤੇ ਵੀ ਹੋਣਾ ਤੇ ਸਾਰੇ ਬੱਚੇ ਜਿਹੜੇ ਆ, ਆਈ ਹੈਵ ਅ ਗ੍ਰੇਟ ਰਿਲੇਸ਼ਨ, ਆਈ ਸੋ ਪ੍ਰਾਊਡ ਆਫ। ਜਸਨੀਤ ਨੂੰ ਸੁਣਦੇ ਆ। ਹਾਂਜੀ ਜਸਨੀਤ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇੱਕ ਥੈਂਕ ਯੂ ਬੇਸਿਕਲੀ ਕਹਿਣਾ ਮੰਗਦੀ ਆ ਜਿੱਦਾਂ You can say in English, putter. You can say in English, putter. Okay. Like when an athlete wins, ਸ਼ਾਬਾਸ਼ ਉਹਨੂੰ ਐਥਲੀਟ ਨੂੰ ਮਿਲਦੀ ਆ, but ਜਿਹੜੇ ਪਿੱਛੇ ਆ, ਜਿਹੜੇ ਪਿੱਛੇ ਹੈਲਪ ਕਰਦੇ ਆ, ਅਸੀਂ 9 ਮਹੀਨੇ ਟ੍ਰੇਨਿੰਗ, 9-10 ਮਹੀਨੇ ਈਅਰਲੀ ਟ੍ਰੇਨਿੰਗ ਕਰਦੇ ਆ, ਇਹਦੇ ਦੇ ਅਸੀਂ ਜਿੱਤਣਾ ਆ, ਮੈਡਲ ਆਪਾਂ ਨੂੰ ਮਿਲਣੇ ਆ, but ਜਿਹੜਾ ਥੈਂਕ ਯੂ ਆ, ਜਿਹੜਾ ਕ੍ਰੈਡਿਟ ਆ, ਉਹ ਇੰਨਾ ਨਫ ਨਹੀਂ ਮਿਲਦਾ ਕੋਚਾਂ ਨਾਲ ਪੇਰੈਂਟਸ ਨੂੰ। So basically my they kind of like thank you for like guiding me, being my role model. ਹੁਣ ਜੇ ਪਹਿਲਾਂ ਅੰਕਲ ਨੇ ਦੀ ਗੱਲ ਕਹੀ ਸੀਗੀ that ਇੱਥੇ ਐਥਲੀਟ ਨਿਕਲਦੇ ਹੈਗੇ, ਅਸੀਂ ਗੁੱਡ ਹਿਊਮਨ ਬੀਇੰਗ ਬਣਾਉਂਦੇ ਆ। ਹੁਣ ਇਸ ਕਾਲ ਦੇ ਵੀ ਸਿਖਾਇਆ that yeah ਐਥਲੀਟ ਵੀ ਬਣੋ but ਗੁੱਡ ਹਿਊਮਨ ਬੀਇੰਗ ਵੀ ਬਣੋ। ਹੁਣ ਜਿਹੜੀ ਮੇਰੀ ਰੂਟੀਨ ਜਾਂ ਟਰੈਕ ਤੇ ਉਹੀ ਮੈਂ ਆਪਣੀ ਰੂਟੀਨ ਆਪਣੀ ਲਾਈਫ ਵਿੱਚ ਵੀ ਗਾਹਾਂ ਯੂਜ਼ ਕਰੂੰਗੀ। ਵੀ ਸਕਿੱਲਸ, ਲਾਈਫ ਲੈਸਨਸ, ਜਿਹਨੇ ਲਾਈਫ ਲੈਸਨ ਮੈਨੂੰ ਅੰਕਲ ਨੇ ਸਿਖਾਇਆ, ਉਹਨੇ ਮਾਨਸ ਕਿਸੇ ਨੇ ਸਿਖਾਏ ਨਹੀਂ ਹੈਗੇ, ਲਾਈਕ ਕਿੱਦਾਂ ਗੁੱਡ ਹਿਊਮਨ ਬੀਇੰਗ ਬਣਨਾ, ਯੂ ਨੋ। ਜਸਨੀਤ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਜੈਸੇ ਜੀ, ਕਿੰਨੀ ਕੁ ਵਾਰੀ ਇਸ ਤਰ੍ਹਾਂ ਹੁੰਦਾ ਕਿ ਦੇਖੋ, ਜਦੋਂ ਆਪਾਂ ਆਪਣੇ ਬੱਚੇ ਦੀ ਗੱਲ ਕਰਦੇ ਹਾਂ, ਜਦੋਂ ਸਾਡਾ ਬੱਚਾ ਕੋਈ ਵੀ ਪਰਫਾਰਮੈਂਸ ਕਰਕੇ ਆ ਰਿਹਾ, ਅਸੀਂ ਹੱਗ ਕਰਦੇ ਹਾਂ, ਅਸੀਂ ਬੱਚੇ ਦੇ ਲਈ ਇਮੋਸ਼ਨਲ ਹੋ ਜਾਂਦੇ ਹਾਂ, ਸਾਡੀਆਂ ਅੱਖਾਂ ਦੇ ਵਿੱਚੋਂ ਕਈ ਵਾਰ ਅਥਰੂ ਵੀ ਵਹਿੰਦੇ ਆ, ਹੈ ਨਾ, ਸਾਨੂੰ ਬਲੀਵ ਨਹੀਂ ਹੋ ਰਿਹਾ ਹੁੰਦਾ ਸਾਹਮਣੇ ਦੇਖ ਕੇ ਵੀ ਆਹ ਚੀਜ਼ ਹੋ ਗਈ ਹੈ। ਪਰ ਜਦੋਂ ਇੱਕ ਕੋਚ ਦੇ ਤੌਰ ਦੇ ਉੱਤੇ ਤੁਹਾਡੇ ਜਿਹੜੇ ਬੱਚੇ ਨੇ, ਐਥਲੀਟਸ ਨੇ, ਇਸ ਤਰ੍ਹਾਂ ਦੀ ਕੋਈ ਅਚੀਵਮੈਂਟ ਹੁੰਦੀ ਹੈ ਜਾਂ ਉਹ ਪਰਫਾਰਮ ਕਰਕੇ ਆਉਂਦੇ ਆ, ਕਦੇ ਇੱਦਾਂ ਤੁਹਾਡੇ ਨਾਲ ਹੁੰਦਾ ਕਿ ਵੀ ਹਾਂ ਅੱਖਾਂ ਵਹਿ ਤੁਰਦੀਆਂ ਨੇ, ਇਮੋਸ਼ਨਸ ਜਿਹੜੇ ਆ ਇੱਕਦਮ ਆਊਟਬਰਸਟ ਹੁੰਦੇ? ਯੈਸ, ਇਟਸ ਨੈਚੁਰਲ, ਇਟਸ ਸੋ ਨੈਚੁਰਲ ਕਿਸੇ ਵੀ ਟਾਈਮ, ਪਰ ਸੇਮ ਟਾਈਮ ਡਿਸਿਪਲਿਨ ਆ ਵੀ ਇਹ ਨਾ ਹੋਵੇ ਵੀ ਇਕੱਲੇ ਇੱਕ ਨੂੰ ਅਸੀਂ ਬੱਲੇ ਬੱਲੇ ਕਰੀ ਜਾਈਏ, ਪਰ ਸੇਮ ਟਾਈਮ ਉਸੇ ਮੀਟ 'ਤੇ 2 ਐਥਲੀਟ ਜਿਹੜੇ ਹਰੇ ਹੋ ਆ,
ਉਹ ਨਾ ਦੇਖਣ, ਅੱਛਾ ਰਾਈਟ, ਵੀ ਕੀ ਇਹ ਇੱਕ ਦੀ ਬੱਲੇ ਬੱਲੇ ਹੋ ਰਹੀ ਆ, ਰਾਈਟ। ਉਸ ਵੇਲੇ ਤੁਹਾਨੂੰ ਬਹੁਤ ਡਿਸਪਲਿਨਰੀ ਇਹ ਦੇਖਣਾ ਪੈਂਦਾ ਵੀ ਹਾਂ ਵੀ ਸ਼ਾਬਾਸ਼ ਵੀ ਦੇਣੀ ਹੈ, ਚੰਗੇ ਤਰੀਕੇ ਨਾਲ ਦੇਣੀ ਹੈ, ਪਰ ਦੂਜੇ ਪਾਸੇ ਉਹ ਦੂਸਰੇ ਬੱਚਿਆਂ ਨੂੰ ਇਹ ਨਾ ਹੋਵੇ ਵੀ ਹਾਂ ਵੀ ਪਰ ਇਹ ਤਾਂ ਬਹੁਤ ਔਖਾ ਬੈਲੈਂਸ ਕਰਨਾ ਉਸ ਵੇਲੇ। ਬੈਲੈਂਸ ਨਹੀਂ, ਅਗੇਨ I'm proud of my all kids, right, in 21 years ਮੈਂ ਜੇ ਇਹ ਕਹਿ ਦੇਵਾਂ ਇਸ ਕਲੱਬ ਦੇ ਵਿੱਚ ਜਿੰਨੇ ਵੀ ਬੱਚੇ ਲੰਘੇ ਆ, ਮੈਂ ਉਹਨਾਂ ਨੂੰ ਹਜੇ ਜਦੋਂ ਵੀ ਦੇਖਦਾ ਉਹ ਬਹੁਤ ਸਾਰੇ ਆਪਣੇ ਵੱਖਰੇ ਵੱਖਰੇ ਕਰੀਅਰ 'ਚ ਚੱਲ ਗਏ, ਰਾਈਟ। ਦੇ ਆਰ ਸਟਿਲ ਮਾਈ ਸੇਮ ਰਿਸਪੈਕਟ ਮੇਰੇ ਕੋਲ ਉਹਨਾਂ ਦੀ ਆ, ਮੈਨੂੰ ਇਸੇ ਤਰੀਕੇ ਨਾਲ ਮਿਲਦੇ ਆ ਉਹ। ਤੇ ਮੈਨੂੰ ਇਹ ਵੀ ਪ੍ਰਾਊਡ ਆ ਵੀ ਉਹਨਾਂ ਨੇ ਕਿਸੇ ਦੀ ਵੀ, ਮੈਂ ਅੱਜ ਤੇ ਇੱਕ ਵੀ ਬੱਚਾ ਇੱਦਾਂ ਦਾ ਨਹੀਂ ਸੁਣਿਆ ਵੀ ਜਿਹਨੇ ਕੋਈ ਗਲਤੀ ਕੀਤੀ ਹੋਵੇ। ਮੈਨੂੰ ਬਹੁਤ ਚੰਗੀ ਗੱਲ ਜਿਹੜੀ ਇਹ ਆ ਵੀ ਇੱਕ ਸਮਾਜ ਬਹੁਤ ਵਧੀਆ ਬਣ ਰਿਹਾ ਇਸ ਪ੍ਰੋਗਰਾਮ ਦੇ ਰਾਹੀਂ, ਕਿਉਂਕਿ ਰੋਲ ਮਾਡਲ ਇਕੱਲਾ ਮੈਂ ਨਹੀਂ ਹੈ ਅਸਲ 'ਚ। ਮੈਂ ਫਿਰ ਕਹਿੰਦਾ ਸਾਡੀ ਟੀਮ ਚੰਗੀ ਆ, ਇਹ ਜਿਹੜੇ ਬੱਚੇ ਆ ਇਹ ਚੰਗੇ ਰੋਲ ਮਾਡਲ ਆ ਆਉਣ ਵਾਲੇ ਬੱਚਿਆਂ ਦੇ ਲਈ। ਜਦੋਂ ਉਹਨਾਂ ਨੂੰ ਦੇਖਦੇ ਆ ਉਹ ਵੀ ਇਹ ਕਿਹੋ ਜਿਹਾ ਆ, ਅਗੇਨ ਇਫ ਆਈ ਸੇ nobody learn from speeches, they learn from actions, right। ਸਾਡਾ ਜਿਹੜਾ ਐਕਸ਼ਨ ਆ ਸਾਡੇ ਘਰ ਦੇ ਵਿੱਚ ਕੀ ਆ, ਜੇ ਮੈਂ ਚਾਹੁੰਦਾ ਵੀ ਹਾਂ ਵੀ ਮੇਰਾ ਬੱਚਾ ਝੂਠ ਨਾ ਬੋਲੇ, ਪਰ ਸੇਮ ਟਾਈਮ ਮੈਂ ਉਹਦੇ ਸਾਹਮਣੇ ਮੈਂ ਫੋਨ ਤੇ ਝੂਠ ਬੋਲਣ ਲੱਗਾ ਆ, ਮੈਂ ਕਹਿੰਦਾ ਬੇਈਮਾਨੀ ਨਹੀਂ ਕਰਨੀ, ਪਰ ਬੇਈਮਾਨੀ ਨਾਲ ਮੈਂ ਘਰ ਬਣਾਉਣ ਲੱਗਾ ਆ, ਤੇ ਉਹ ਜਿਹੜੇ ਤੁਹਾਡੀ ਜਿਹੜੀ ਗੱਲਾਂ ਆ ਉਹ ਬੱਚੇ ਤੇ ਅਸਰ ਕਰਦੀਆਂ। ਸੋ ਉਹਨਾਂ ਤੋਂ ਅਵੋਇਡ ਕਰਨਾ ਚਾਹੀਦਾ। ਪੇਰੈਂਟਿੰਗ ਜਿਹੜੀ ਆ ਇਹ ਬਹੁਤ ਇੰਪੋਰਟੈਂਟ ਆ। ਪੇਰੈਂਟਿੰਗ ਇਸ ਕਰਕੇ ਨਾ ਬੱਚਿਆਂ ਨੂੰ ਸਪੋਰਟਸ 'ਚ ਪਾਓ ਵੀ ਇਹ ਚੈਂਪੀਅਨ ਬਣ, ਇਸ ਕਰਕੇ ਬਣਾਓ ਵੀ ਅਸੀਂ ਇਹਨਾਂ ਦੇ ਵੀ ਕੋਚ ਆ, ਅਸੀਂ ਉਸ ਜਿੱਥੇ ਲਿਜਾ ਰਹੇ ਹਾਂ ਅਸੀਂ ਉਹਦਾ ਪਾਰਟ ਬਣਨਾ, ਤਾਂ ਕਿ ਉਹ ਬਰਾਬਰ ਤੇ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲੇ। ਸੋ ਇੱਦਾਂ ਦੀਆਂ ਗੱਲਾਂ ਗੱਲਬਾਤ ਬਿਲਕੁਲ। ਇਸ ਵੇਲੇ ਖਬਰਾਂ ਦਾ ਟਾਈਮ ਹੋ ਰਿਹਾ ਹੈ, ਪਰ ਕੁਇਕਲੀ ਇੱਕ ਕਾਲਰ ਮੈਂ ਲੈਣਾ ਚਾਹੁੰਦੀ ਹਾਂ। ਉਹਨਾਂ ਨੂੰ ਇੰਨੀ ਬੇਨਤੀ ਕਰੂੰਗੀ ਕਿ ਗੱਲ ਪਲੀਜ਼ ਆਪਣੀ ਛੋਟੀ ਰੱਖਿਓ। ਹੈਲੋ ਸੁਖਵੰਤ ਸਿੱਧੂ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬੇਟੇ ਜੀ, ਮੈਂ ਪਹਿਲਵਾਨ ਸੁਖਵੰਤ ਸਿੰਘ ਬੋਲ ਰਿਹਾ ਆ। ਜੀ। ਇਹ ਜਿਹੜੇ ਤੁਹਾਡੇ ਕੋਲ ਦਸਾਂਝ ਸਾਹਿਬ ਬੈਠੇ, ਇਹਨੇ ਤਾਂ ਫੈਮਿਲੀ ਜੀਨਸ ਦੇ ਸਪੋਰਟਸ ਦੇ, ਇਹਨਾਂ ਦਾ ਛੋਟਾ ਬ੍ਰਦਰ ਇਹਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਇਹਦੇ ਡੈਡੀ ਟਗ ਆਫ ਵਾਰ ਦੇ ਬਹੁਤ ਤਕੜੇ ਖਿਡਾਰੀ ਰਹੇ ਨੇ ਜੀ। ਸੋ ਮੇਰਾ ਇਹ ਫੈਮਿਲੀ ਨਾਲ ਬਹੁਤ ਨਜ਼ਦੀਕੀ ਸੰਬੰਧ ਆ, ਔਰ ਬੇਟਾ ਮੇਰਾ ਤੇਰੇ ਨਾਲ ਵੀ ਬਹੁਤ ਪਿਆਰਾ ਸੰਬੰਧ ਆ। ਤੇਰੇ ਡੈਡੀ ਬਖਸ਼ਿੰਦਰ ਜੀ ਨੇ ਮੇਰੇ ਬਾਰੇ ਬੜੇ ਆਰਟੀਕਲ ਲਿਖਿਆ ਰੈਸਲਿੰਗ ਦੇ ਬਾਰੇ ਚ। ਓਕੇ ਜੀ, ਚੰਗਾ ਲੱਗਾ ਜਾਣ ਕੇ, ਗੱਲ ਕਰਕੇ ਤੁਹਾਡੇ ਨਾਲ ਖੁਸ਼ੀ ਹੋਈ। ਥੈਂਕ ਯੂ ਸੋ ਮਚ। ਕਿਸੇ ਦਿਨ ਆਪਾਂ ਹੋਰ ਗੱਲਬਾਤ ਕਰਾਂਗੇ ਬੈਠ ਕੇ। ਠੀਕ ਹੈ ਬੇਟੇ, ਓਕੇ ਬੇਟੇ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਸਿੱਧੂ ਸਾਹਿਬ ਬੜੇ ਇਹਨਾਂ ਨੂੰ ਇਹੋ ਜਿਹੇ ਮੌਕੇ ਮਿਲੇ ਜਿੱਥੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। 2012 ਦੇ ਵਿੱਚ, 2015 ਦੇ ਵਿੱਚ BC ਐਥਲੈਟਿਕਸ ਐਗਜ਼ੈਕਟਿਵ ਆਫ ਦਾ ਈਅਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇੱਕ ਸਨਮਾਨ ਹੋਰ ਕੁਈਨ ਐਲਿਜ਼abeth ਡਾਇਮੰਡ ਜੁਬਲੀ ਮੈਡਲ ਦੇ ਨਾਲ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ 2018 ਦੇ ਵਿੱਚ BC ਐਥਲੈਟਿਕਸ ਕੋਚ ਆਫ ਦਾ ਈਅਰ ਅਵਾਰਡ ਵੀ ਮਿਲਿਆ। ਜਿੱਥੇ ਇੰਨਾ ਮਾਣ ਸਨਮਾਨ ਮਿਲ ਰਿਹਾ ਸੀ, ਇਸ ਦੇ ਦੌਰਾਨ ਹੀ ਕੁਝ ਕੁ ਸਾਲ ਪਹਿਲਾਂ ਇਹਨਾਂ ਵੱਲੋਂ ਡੈਲਟਾ ਦੇ ਵਿੱਚ ਸਕੂਲ ਟਰਸਟੀ ਦੀ ਚੋਣ ਲੜੀ ਗਈ। ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗੀ। ਜੈਸੀ ਜੀ, ਕੀ ਇੰਟੈਂਸ਼ਨ ਸੀ, ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਵੀ ਹਾਂ ਇਸ ਫੀਲਡ ਦੇ ਵਿੱਚ ਵੀ ਪੈਰ ਧਰਿਆ ਜਾਣਾ ਚਾਹੀਦਾ ਹੈ? ਕੁਦਰਤੀ ਇਹ ਹੋ ਗਿਆ। ਮੈਂ ਤਾਂ ਇਹ ਪਲਾਨ ਵੀ ਹੈ ਨਹੀਂ ਸੀ ਇਹਦਾ, ਕੋਈ ਇਹ ਨਹੀਂ ਸੀ ਵੀ ਮੈਂ ਪੋਲੀਟਿਕਸ ਦੇ ਵਿੱਚ ਕਦੇ ਵੀ ਆਊਂਗਾ। ਮੈਂ 2 ਪ੍ਰੋਜੈਕਟ ਦੀ ਲੌਬੀ ਕਰਦਾ 20-25 ਸਾਲ ਹੋ ਗਏ ਸੀ। 2 ਪ੍ਰੋਜੈਕਟ, ਇੱਕ ਸੀਗਾ ਵੀ ਡੈਲਟਾ ਦੇ ਵਿੱਚ ਟਰੈਕ ਹੋਣਾ ਚਾਹੀਦਾ, ਬਹੁਤ ਦੇਰ ਦੀ ਮੰਗ ਸੀ, ਅਤੇ ਦੂਸਰਾ ਸੀ ਬੇਅਰ ਕ੍ਰੀਕ ਜਿਹੜਾ ਉਹ ਸਟੇਡੀਅਮ ਹੋਣਾ ਚਾਹੀਦਾ। ਕਿਉਂਕਿ ਅਸੀਂ ਹੋਰ ਬਹੁਤ ਕੁਛ ਮੰਗਦੇ ਹਾਂ। ਇਹ ਚੀਜ਼ਾਂ ਜਿਹੜੀਆਂ ਜ਼ਰੂਰਤ ਆ, ਜੇ ਅਸੀਂ ਕਲਚਰ, ਸਪੋਰਟਸ ਕਲਚਰ ਬਣਾਉਣਾ ਆਪਣੇ ਨੇਬਰਹੁੱਡ ਦੇ ਵਿੱਚ, ਉੱਥੇ ਫੈਸਿਲਿਟੀ ਇਹੋ ਜਿਹੀ ਹੋਣੀ ਚਾਹੀਦੀ ਆ। ਜੇ ਫੈਸਿਲਿਟੀ ਉੱਥੇ ਹੋਊਗੀ, ਨੈਚੁਰਲੀ ਆ ਵੀ ਉੱਥੇ ਐਕਟੀਵਿਟੀ ਉਹੋ ਜਿਹੇ ਹੋਣ ਲੱਗ ਜਾਊ। ਜੇ ਉੱਥੇ ਜਾਂ ਨੀਡਲਾਂ ਵਾਲੇ ਜਾਣਗੇ, ਜੇ ਫੈਸਿਲਿਟੀ ਚੰਗੀ ਹੋਊਗੀ, ਸਟੇਡੀਅਮ ਹੋਊਗਾ, ਉੱਥੇ ਮੈਡਲਾਂ ਵਾਲੇ ਜਾਣਗੇ। ਸੋ ਇਹ ਇਸ ਕਰਕੇ ਅਤੇ ਇਹਨਾਂ ਨੂੰ ਜਦੋਂ ਟੀਮ ਜਿਹੜੀ ਡੈਲਟਾ 'ਚ ਇਲੈਕਟ ਹੋਈ ਆ, ਇਹਨਾਂ ਨੂੰ ਲੱਗਾ ਵੀ ਇਹ ਬੰਦਾ ਜਿਹੜਾ ਇਹ ਸਾਡੇ ਕੰਮ ਦਾ ਹੋ ਸਕਦਾ, ਇਸ ਪਾਸੇ ਹੈਗਾ। ਤਾਂ ਮੇਰੇ ਵੀ ਉਹਨਾਂ ਨੂੰ ਇਹੀ ਸੀ। ਮੈਂ ਕਿਹਾ ਵੀ ਮੈਂ ਪੋਲੀਟੀਸ਼ੀਅਨ ਨਹੀਂ ਹੈ, ਮੇਰੀ ਕੋਈ ਐਕਸਪਰਟੀ ਨਹੀਂ ਹੈ ਐਜੂਕੇਸ਼ਨ ਫੀਲਡ ਦੇ ਵਿੱਚ। ਮੈਂ ਸਕੂਲ ਟਰਸਟੀ, ਕਿਤੇ ਇੱਦਾਂ ਨਾ ਹੋਵੇ ਵੀ ਮੈਂ ਜਾ ਕੇ ਕੋਈ ਕੰਟਰੀਬਿਊਟ ਨਾ ਕਰ ਸਕਾਂ, ਰਾਈਟ। ਵੀ ਇਹੋ ਜਿਹੀ ਅਤੇ ਪਰ ਉਹਨਾਂ ਨੇ ਮੈਨੂੰ ਚੰਗਾ ਕਹਿੰਦੇ ਵੀ ਤੈਨੂੰ ਪ੍ਰੋਮਿਸ ਕਰਦੇ ਹਾਂ ਅੱਛਾ ਵੀ ਇਹ ਜਿਹੜੀ ਫੈਸਿਲਿਟੀ ਹੈ ਜ਼ਰੂਰ ਬਣੂਗੀ। ਮੇਰਾ ਸੀ ਵੀ ਜੇ ਤੁਹਾਡੇ ਮੈਥ ਸਬਜੈਕਟ ਜਿਹੜਾ ਉਹ ਇੰਪੋਰਟੈਂਟ ਆ, ਜੇ ਸਾਇੰਸ ਇੰਪੋਰਟੈਂਟ ਹੈ, ਇੰਗਲਿਸ਼ ਇੰਪੋਰਟੈਂਟ ਆ,
ਜਿਹੜੀ ਸਪੋਰਟਸ ਆ ਉਹ ਕਿਉਂ ਨਹੀਂ ਇੰਪੋਰਟੈਂਟ ਬੱਚਿਆਂ ਦੇ ਵਿੱਚ, ਕਿਉਂ ਇਹ ਨਿੱਘਰਦੀ ਜਾਂਦੀ ਆ ਜੀ ਇਹ ਜਿੱਥੇ ਸਕੂਲ 'ਚ ਸਾਡੇ ਬੱਚੇ ਆ ਉੱਥੇ ਹੀ ਇਹ ਪ੍ਰੋਗਰਾਮ ਹੈ ਨਹੀਂ। ਸੋ ਉਸ ਵੇਲੇ ਸਾਰੀ ਦੀ ਸਾਰੀ ਟੀਮ ਜਿਹੜੀ ਉਹ ਮੇਰੇ ਨਾਲ ਐਗਰੀ ਸੀ, ਉਹਨਾਂ ਨੇ ਪ੍ਰੋਮਿਸ ਕੀਤਾ ਅਤੇ ਉਸ ਪ੍ਰੋਮਿਸ ਦੇ ਵਿੱਚ ਮੈਂ ਇਹ ਕਹਿੰਦਾ ਵੀ ਟੀਮ ਦੇ ਸਦਕਾ ਮੈਂ ਸਾਨੂੰ ਪ੍ਰੋਵਿੰਸ਼ੀਅਲ ਜਿਹੜਾ ਆ ਉਹ ਰਵੀ ਕਾਲੋਂ, ਉਹ ਆਪ ਸਪੋਰਟਸਮੈਨ ਸੀ, ਉਹ ਵੀ ਸਾਡਾ ਮੈਂਬਰ ਬਣ ਗਿਆ ਟੀਮ ਦਾ, ਅਤੇ ਕਾਰਲਾ ਕੁਆਟਰੋ ਜਿਹੜੀ ਸਾਡੀ MP ਆ ਉਹ ਆਪ ਉਹ ਓਲੰਪੀਅਨ ਆ, ਅਤੇ ਉਹ ਵੀ ਸਾਨੂੰ ਸਪੋਰਟਸ ਪਰਸਨੈਲਿਟੀ ਮਿਲ ਗਈ। ਅਤੇ ਜੋਰਜ ਜਿਹੜਾ ਹਾਰਵੀ ਆ ਮੇਅਰ ਆਪਣੇ ਡੈਲਟਾ ਦਾ, ਇਜ਼ ਅ ਵੰਡਰਫੁਲ ਪਰਸਨ, ਰੀਅਲੀ ਨਾਈਸ ਪਰਸਨ। ਹੀ ਪ੍ਰੋਮਿਸਡ ਇਟ ਐਂਡ ਈਵਨ ਥਰੂ ਡਿਫੀਕਲਟ ਟਾਈਮ ਵੀ ਮੇਡ ਦੈਟ। ਸੋ ਦੈਟ ਫੈਸਿਲਿਟੀ ਜਿਹੜੀ ਆ ਉਹ ਮਿਡ ਅਗਸਤ ਦੇ ਵਿੱਚ ਓਪਨਿੰਗ ਹੋ ਜਾਣੀ ਆ ਉਹਦੀ, ਅਤੇ ਸਾਊਥ ਡੈਲਟਾ ਦੇ ਵਿੱਚ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਵੀ ਟਰੈਕ ਜਿਹੜਾ ਨਵਾਂ ਬਣਾਤਾ, ਰਾਈਟ। ਬਾਸਕਟਬਾਲ ਅਕੈਡਮੀ ਜਿਹੜੀ ਆ ਨਾਰਥ ਡੈਲਟਾ ਸਕੂਲ ਦੇ ਵਿੱਚ ਉਹ ਨਵੀਂ ਆ ਗਈ। ਬੀਚ ਵਾਲੀਬਾਲ ਜਿਹੜਾ ਲੈਡਨਰ ਉਹ ਸ਼ੁਰੂ ਕਰ ਦਿੱਤਾ। ਸੋ ਇਹ ਜਿਹੜੀ ਆ ਇਹ ਕੁਦਰਤੀ ਆ ਵੀ ਜਦੋਂ ਜਿਸ ਤਰ੍ਹਾਂ ਦੇ ਤੁਸੀਂ ਹੈਗੇ ਆ ਉਹਦਾ ਇਨਫਲੂਐਂਸ ਹੁੰਦਾ, ਉੱਥੇ ਤੁਸੀਂ ਡਿਸੀਜ਼ਨ ਮੇਕਰ ਆ। ਇਹ ਮੈਂ ਫਿਰ ਉਹੀ ਕਹਿੰਦਾ ਵੀ ਜਦੋਂ ਟੀਮ ਜੇ ਚੰਗੀ ਆ ਇਹ ਤਦ ਹੀ ਗੱਲ ਬਣਦੀ ਆ। ਤੁਸੀਂ ਕੋਈ ਮੈਸੇਜ ਇੱਦਾਂ ਦਾ ਦਿਓ, ਜੇ ਮੈਂ ਚਾਹੁੰਦਾ ਵੀ ਮੈਂ ਆਪਣੇ ਘਰ ਕੁਛ ਬਣਾਉਣਾ, ਫਿਰ ਕੁਛ ਮੈਂ ਲੁੱਟੂੰਗਾ ਲੋਕਾਂ ਨੂੰ। ਜਦੋਂ ਤੁਸੀਂ ਇਹ ਕਹੋਗੇ ਵੀ ਲੋਕਾਂ ਦਾ ਕੰਮ ਆ, ਲੋਕਾਂ ਨੇ ਕਰਨਾ, ਰਾਈਟ। ਉਹ ਜੇ ਉੱਥੇ ਕਿਸੇ ਤੁਸੀਂ ਟੇਬਲ 'ਤੇ ਸੁੱਟਦੇ ਆ, ਉਹਨੂੰ ਜੇ ਕੋਈ ਜਵਾਬ ਦਊਗਾ ਉਹ ਆਪ ਮਰੂਗਾ, ਰਾਈਟ। ਜੇ ਕਰਨਗੇ ਤਾਂ ਚੰਗਾ ਕ੍ਰੈਡਿਟ ਸਾਰਿਆਂ ਨੂੰ ਮਿਲੂਗਾ। ਸੋ ਇਹ ਮੇਰਾ ਇਹ ਇਸ ਪਾਸੇ ਦਾ ਇਹ ਸਫ਼ਰ ਆ। ਅਗੇਨ ਚੈਲੰਜਸ, ਟਾਈਮ ਬਹੁਤ ਥੋੜ੍ਹਾ ਆ ਮੇਰੇ ਕੋਲ, ਕਿਉਂਕਿ ਮੈਂ 2 ਵਾਰੀ ਵਿੱਚੇ ਟ੍ਰੇਨਿੰਗ ਕਰਾਉਣਾ, ਵਿੱਚੇ ਉੱਧਰ ਮੀਟਿੰਗਾਂ ਅਟੈਂਡ ਕਰਨੀਆਂ, ਹੋਰ ਕਈ ਕੰਮ ਹੋ ਜਾਂਦੇ ਆ। ਪਰ ਅਗੇਨ ਆ ਲਾਈਕ ਇਟ। ਵੀ ਪਹਿਲਾਂ ਲੱਗਦਾ ਸੀ ਵੀ ਛੱਡੋ ਪਰਾਂ ਵੀ ਕੀ ਇੱਥੇ ਕਿੱਥੇ ਫਸ ਗਏ, ਹੁਣ ਇੱਦਾਂ ਆ ਵੀ ਕੁਛ ਨਾ ਕੁਛ ਅਚੀਵ ਜ਼ਰੂਰ ਹੋਇਆ, ਕੋਈ ਕੰਟਰੀਬਿਊਟ ਜ਼ਰੂਰ ਕੀਤਾ ਕਮਿਊਨਿਟੀ ਦੇ ਲਈ। ਇਹ ਚੰਗਾ ਲੱਗਦਾ ਇਸ ਫੀਲਡ ਦੇ ਵਿੱਚ। ਹੋਰ ਕੀ ਕਰਨਾ ਚਾਹੁੰਦੇ ਹੋ ਜੋ ਨਹੀਂ ਕਰ ਸਕੇ ਹੁਣ ਤੱਕ ਜੋ ਨਹੀਂ ਹੋ ਸਕਿਆ, ਉਹ ਕੀ ਕਰਨਾ? ਜੋ ਮੈਂ ਕਰਦਾ ਬਸ ਇਹੀ ਹੁੰਦਾ ਰਹੇ ਤਾਂ ਬਸ ਇਹੀ ਮੈਂ ਕਹੂੰਗਾ ਵੀ ਬਹੁਤ ਚੰਗਾ ਆ, ਰਾਈਟ। ਇਹ ਕੰਟੀਨਿਊ ਰਹੇ, ਸਿਹਤ ਚੰਗੀ ਰਹੇ, ਲੋਕਾਂ ਦਾ ਪਿਆਰ ਮਿਲਦਾ ਰਹੇ, ਲੋਕਾਂ ਦਾ ਸਾਥ ਮਿਲਦਾ ਰਹੇ, ਇਹ ਟੀਮ ਆ ਜਿਹੜੀ ਹੋਰ ਚੰਗੀ ਹੋਵੇ। ਪਲਾਨ ਇਹ ਆ ਵੀ ਦੋਨਾਂ ਫੀਲਡਾਂ ਦੇ ਵਿੱਚ ਜਿਹੜਾ ਆ ਵੀ ਅਸੀਂ ਘੱਟੋ ਘੱਟ, ਜਿੱਥੇ ਅੱਜ ਅਸੀਂ 200-250 ਬੱਚੇ ਆ, ਅਸੀਂ ਘੱਟੋ ਘੱਟ ਆਉਣ ਵਾਲੇ ਸਾਲਾਂ ਦੇ ਵਿੱਚ 1000 ਬੱਚਾ ਜਿਹੜਾ ਐਥਲੀਟ ਆ ਉਹ ਇਹ ਕਲੱਬ ਦੇ ਮੈਂਬਰ ਹੋਣ, ਅਤੇ ਘੱਟੋ ਘੱਟ 20-30 ਕੋਚਿਸ ਹੋਣ, ਅਤੇ ਉਹਨਾਂ ਨੂੰ ਕੁਛ ਨਾ ਕੁਛ ਕੰਪਨਸੇਟ ਕਰਨ ਦੇ ਲਈ ਸਾਡੇ ਕੋਲ ਫੰਡ ਹੋਵੇ। ਸੋ ਇਹ ਡਰੀਮ ਆ ਮਨ ਤੋਂ ਪਹਿਲਾਂ, ਅਤੇ ਦੇਖੋ ਇਹ ਕਦੋਂ ਪੂਰਾ ਹੁੰਦਾ। ਜੇ ਨਾ ਵੀ ਹੋਇਆ ਤਾਂ ਇੱਦਾਂ ਹੈ ਲੱਗਦਾ ਵੀ ਹੁਣ ਬਟਾਨ ਫੰਡ ਵਾਲੇ ਜਿਹੜੇ ਆ ਉਹ ਬੱਚੇ ਜਿਹੜੇ ਉਹ ਤਿਆਰ ਹੋਈ ਜਾਂਦੇ ਆ, ਅਤੇ ਹੋਊਗਾ ਜ਼ਰੂਰ। ਜੇ ਨਾ ਮੈਂ ਨਾ ਕੀਤਾ ਕੋਈ ਹੋਰ ਕਰੂਗਾ। ਹਾਂਜੀ, ਸਮਾਂ ਥੋੜ੍ਹਾ, ਪਰ ਕੁਝ ਗੱਲਾਂ ਮੈਂ ਹੋਰ ਜ਼ਰੂਰੀ ਤੌਰ 'ਤੇ ਕਰਨਾ ਚਾਹੁੰਦੀ ਹਾਂ ਜੀ। ਖਾਸ ਕਰਕੇ ਪੇਰੈਂਟਸ ਸੁਣ ਰਹੇ ਹੋਣਗੇ, ਬਹੁਤ ਸਾਰੇ ਜਿਹੜੇ ਯੂਥ ਆ ਉਹ ਸੁਣ ਰਿਹਾ ਹੋਊਗਾ ਜੀ। ਮੈਂ ਬੜੀ ਵਾਰੀ ਇਹ ਗੱਲ ਮਹਿਸੂਸ ਕੀਤੀ ਆ ਕਿ ਕੋਈ ਵਿਅਕਤੀ ਕੁਝ ਕਰਨਾ ਚਾਹੁੰਦਾ ਜੀ, ਹਰ ਇੱਕ ਦੇ ਜਿਹੜਾ ਸਭ ਤੋਂ ਵੱਡਾ ਅੜਿੱਕਾ ਉਹਦੀ ਆਪਣੀ ਸੋਚ ਹੀ ਆ ਜਾਂਦੀ ਹੈ ਕਿ ਮੈਂ ਇਹ ਚੀਜ਼ ਕਰ ਸਕਦਾ ਕਿ ਮੈਂ ਨਹੀਂ ਕਰ ਸਕਦਾ। ਮੇਰੀ ਬੜੀ ਛੋਟੀ ਜਿਹੀ ਬੱਚੀ ਹੈ, ਮੈਂ ਉਹਨੂੰ ਕਿਹਾ, ਮੈਂ ਸਪੋਰਟਸ ਦੀ ਗੱਲ ਕਰ ਰਹੀ ਸੀ, ਕਹਿੰਦੀ ਮੈਂ ਸਪੋਰਟਸ ਤਾਂ ਨਹੀਂ ਖੇਡਦੀ, ਮੈਨੂੰ ਲੱਗਦਾ ਕਿ ਮੇਰਾ ਆਹ ਟੁੱਟ ਜਾਊਗਾ, ਮੇਰਾ ਉਹ ਟੁੱਟ ਜਾਊਗਾ, ਮੇਰੀ ਬਾਂਹ ਟੁੱਟ ਜਾਊਗੀ, ਮੇਰੀ ਲੱਤ ਟੁੱਟ ਜਾਊਗੀ, ਇਸ ਕਰਕੇ ਮੈਂ ਤਾਂ ਸਪੋਰਟਸ ਦੇ ਵਿੱਚ ਜਾਣਾ ਹੀ ਨਹੀਂ ਚਾਹੁੰਦੀ। ਇਹ ਇੱਕ ਮਾਈਂਡ ਸੈੱਟ ਸਾਡਾ ਹੋ ਗਿਆ, ਮਾਈਂਡ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆ ਗਈ। ਪਰ ਹੁਣ ਬਹੁਤ ਸਾਰੇ ਇਹੋ ਜਿਹੇ ਮਾਪੇ ਹੋਣਗੇ ਜਿਹੜੇ ਆਪਣੇ ਬੱਚਿਆਂ ਬਾਰੇ ਸੋਚਦੇ ਆ ਕਿ ਬੱਚਿਆਂ ਦੇ ਵਿੱਚ ਕੌਨਫੀਡੈਂਸ ਦੀ ਕਮੀ ਹੈਗੀ ਆ, ਜਾਂ ਲੋ ਸੈਲਫ ਐਸਟੀਮ ਦੇ ਵਿੱਚ ਬੱਚੇ ਆਪਣੇ ਆਪ ਨੂੰ ਰੱਖ ਰਹੇ ਹੈਗੇ ਆ। ਤੁਹਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹੋਣਗੇ। ਜਿਹੜੀ ਟਰਾਂਸਫਰਮੇਸ਼ਨ ਆ ਉਹ ਇਸ ਲੈਵਲ ਤੋਂ ਪੋਸੀਬਲ ਹੈਗੀ ਆ ਕਿ ਲੋ ਕੌਨਫੀਡੈਂਸ ਤੋਂ ਜਾਂ ਲੋ ਸੈਲਫ ਐਸਟੀਮ ਤੋਂ ਤੁਸੀਂ ਇੱਕ ਬੱਚੇ ਨੂੰ ਚੈਂਪੀਅਨ ਬਣਾ ਸਕੋ? ਯੈਸ, ਇੱਕ ਕੋਚ ਦੇ ਤੌਰ ਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਸਵਾਲ। ਨਵਜੋਤ, ਜਿਹੜਾ ਕੌਨਫੀਡੈਂਟ ਹੈ ਨਾ, ਇਹ ਸਕਸੈਸ ਤੇ ਰਿਲਾਈ ਕਰਦਾ। ਅੱਛਾ, ਸਕਸੈਸ ਰੇਟ ਤੁਹਾਡਾ ਕੀ ਆ? ਹੁਣ ਜਿਹੜਾ ਸਕਸੈਸ ਰੇਟ ਆ, ਤੁਸੀਂ ਜੇ ਬਹੁਤ ਜ਼ਿਆਦਾ ਹਾਈ ਸੈੱਟ ਕਰ ਦਿੱਤਾ, ਅਚੀਵੇਬਲ ਨਹੀਂ ਹੈ, ਤੇ ਗੱਲ ਇਹ ਆ ਜਿਹੜੀ ਆ ਤੁਸੀਂ ਕਰਕੇ ਹਟੇ ਇਹ ਆਉਣੀ ਆ। ਸੋ ਪੇਰੈਂਟਸ ਨੂੰ ਮੈਂ ਇਹੀ ਐਡਵਾਈਸ ਦੇਣਾ ਚਾਹੁੰਦਾ ਵੀ ਸਭ ਤੋਂ ਚੰਗੇ ਕੋਚ ਜਿਹੜੇ ਆ ਬੱਚਿਆਂ ਦੇ, ਉਹ ਤੁਸੀਂ ਆ। ਉਹ ਕੋਈ ਸਰਟੀਫਿਕੇਟ ਵਾਲਾ ਕੋਚ ਜਾਂ ਕੋਈ ਆਰਗੇਨਾਈਜੇਸ਼ਨ ਵਾਲਾ ਕੋਈ ਨਹੀਂ ਹੈ, ਕਿਉਂਕਿ ਬੱਚੇ ਫਨ ਚਾਹੁੰਦੇ ਆ, ਸ਼ੁਗਲ ਚਾਹੁੰਦੇ ਆ। ਉਹ ਸ਼ੁਗਲ ਸਭ ਤੋਂ ਪਹਿਲਾਂ ਜਿਹੜਾ ਪੇਰੈਂਟਸ ਨਾਲ ਕਰਨਗੇ। ਤੁਸੀਂ ਉਹਨਾਂ ਦੇ ਕੋਚ ਬਣੋ, ਪੇਰੈਂਟਸ ਨਾਲ ਇਕੱਲੇ ਰਹੋ।
ਰਾਈਟ, ਉਹਨਾਂ ਦੇ ਨਾਲ ਖੇਡੋ, ਬੈਕਯਾਰਡ 'ਚ ਖੇਡੋ, ਸਵਿਮਿੰਗ ਪੂਲ 'ਚ ਖੇਡੋ, ਹਾਈਕਿੰਗ ਕਰਨ ਲੈ ਜਾਓ, ਬਾਈਕ 'ਤੇ ਲੈ ਜਾਓ। ਇਹ ਤੁਹਾਡੀ ਇਨਵੈਸਟਮੈਂਟ ਆ। ਇਹ ਟਾਈਮ ਨਾ ਗਵਾਓ, ਕਿਉਂਕਿ ਜਿਹੜਾ ਪਹਿਲਾ ਸਮਾਂ ਆ ਜਿਹੜਾ ਬੱਚੇ ਦੇ ਨਾਲ, ਉਹਦੇ ਤੁਸੀਂ ਚੰਗੇ ਕੋਚ ਆ। ਜਦੋਂ ਤੁਸੀਂ ਉਹਨਾਂ ਨੂੰ ਫਿੱਟ ਕਰ ਦਿੱਤਾ, ਜਦੋਂ ਕੰਡੀਸ਼ਨਲੀ ਉਹ ਫਿੱਟ ਆ, ਹੁਣ ਉਹਨਾਂ ਨੂੰ ਹੌਲੀ ਹੌਲੀ ਜਦੋਂ 8-9 ਸਾਲ ਦੇ ਹੁੰਦੇ ਆ, ਉਹਨਾਂ ਦੀ ਸਕਿੱਲ ਜਿਹੜੀਆਂ ਡਿਵੈਲਪ ਕਰਨ ਦਾ, ਜਿਹਨੂੰ ਅਸੀਂ ਜੂਨੀਅਰ ਡਿਵੈਲਪਮੈਂਟ ਕਹਿੰਦੇ ਆ, ਉਹ ਤੋਂ ਬਾਅਦ ਮਲਟੀ ਇਵੈਂਟ ਆ ਜਾਂਦੇ ਆ। ਜਿਹੜੇ 14-15 ਸਾਲ ਤੋਂ ਲੈ ਕੇ 16-17 ਸਾਲ ਤਾਈਂ ਉਹ 2-2 3-3 ਡਿਫਰੈਂਟ ਇਵੈਂਟ ਕਰਦੇ ਆ। ਉਹ ਤੋਂ ਬਾਅਦ ਫਿਰ ਸਪੈਸ਼ਲਾਈਜ਼ ਕਰੀਦਾ ਵੀ ਹੁਣ ਇਹ ਜਿਹੜਾ ਆ ਵੀ ਇਸ ਇਵੈਂਟ ਦੇ ਫਿੱਟ ਆਉਂਦਾ, ਰਾਈਟ। ਪਰ ਜਿਹੜਾ ਪੇਰੈਂਟਸ ਦੀ ਜੋਬ ਆ ਜਿਹੜੀ ਇਸ ਵੇਲੇ, ਉਹ ਇਹ ਆ ਵੀ ਤੁਸੀਂ ਉਹਨਾਂ ਦੇ ਨਾਲ ਇਨਵੋਲਵ ਜ਼ਰੂਰ ਰਹੋ, ਔਰ ਫਿਜ਼ੀਕਲੀ ਤੁਸੀਂ ਵੀ ਫਿੱਟ ਹੋ ਜਾਓਗੇ ਅਤੇ ਬੱਚੇ ਵੀ ਫਿੱਟ ਹੋ ਜਾਣਗੇ। ਹੁਣ ਜਿਹੜੀ ਗੱਲ ਤੁਸੀਂ ਕਰਦੇ ਆ ਵੀ ਜੇ ਇਸ ਟਾਈਪ ਦਾ ਬੱਚਾ ਆ, ਉਹਨੂੰ ਸੈੱਟ ਕਿੱਦਾਂ ਕਰਨਾ। ਤੁਸੀਂ ਕਿਸੇ ਨੂੰ ਗਾਉਣਾ ਸਿਖਾਉਣਾ ਅਤੇ ਉਹਦੇ ਮੂਹਰੇ ਤੂੰਬੀਆਂ ਵਾਲੇ ਲਿਆ ਕੇ ਉਹਨਾਂ ਦੇ ਕੋਲ ਬਹਿ ਜਾਓ ਅਤੇ ਉਹਨਾਂ ਦੇ ਨਾਲ ਰੋਜ਼ ਤੁਸੀਂ ਉੱਥੇ ਜਾਣ ਲੱਗ ਜਾਓ, ਗਾਉਣ ਵਾਲਿਆਂ ਦੇ ਨਾਲ ਬਹਿਣਾ ਸ਼ੁਰੂ ਕਰ ਦਿਓ, ਉਹ ਗੁਣਗੁਣਾਉਣਾ ਸ਼ੁਰੂ ਉਹਨੇ ਕਰ ਹੀ ਦੇਣਾ। ਤੁਸੀਂ ਇਨਵਾਇਰਮੈਂਟ ਬਣਾਉਣਾ ਉਹਦੇ ਲਈ, ਕੰਫਰਟ ਇਨਵਾਇਰਮੈਂਟ, ਨਾ ਕਿ ਫੋਰਸ ਕਰਨਾ ਉਹਨੂੰ। ਬੱਚੇ ਨੂੰ ਕਹੋ ਵੀ ਚਲ ਨਹੀਂ ਤਾਂ ਮੈਂ ਜਾਣਾ, ਵਾਕ ਕਰਨ ਜਾਣਾ, ਚੱਲਦੇ ਆ, ਨਾਲੇ ਮਿਊਜ਼ਿਕ ਸੁਣਦੇ ਆ, ਵਾਕ ਕਰਦੇ ਆ। ਉਹ ਹੌਲੀ ਹੌਲੀ ਉਹਨੂੰ ਜੋਗ ਕਰਨ ਲਾ ਲਓ। ਜੋਗ ਕਰਦੇ ਜਿਸ ਥਾਂ 'ਤੇ ਤੁਸੀਂ ਲਿਜਾਣਾ ਚਾਹੁੰਦੇ ਹੋ ਉੱਥੇ ਜਾਣਾ ਸ਼ੁਰੂ ਕਰ ਦਿਓ। ਪਰ ਉਹਨੂੰ ਕਹੋ ਨਾ ਵੀ ਮੈਂ ਤੈਨੂੰ ਇੱਥੇ ਐਡਮਿਟ ਕਰਾਉਣਾ ਅਤੇ ਤੈਨੂੰ ਰਜਿਸਟ੍ਰੇਸ਼ਨ ਤੇਰੀ ਕਰਾਉਣ ਚੱਲੇ ਆ। ਨੋ, ਉਸ ਮਾਹੌਲ ਦੇ ਵਿੱਚ ਲੈ ਜਾਓ। ਜਦੋਂ ਉਸ ਮਾਹੌਲ ਦੇ ਵਿੱਚ ਉਹਨੂੰ ਮਿੱਤਰਚਾਰੀ ਦਿਸਣ ਲੱਗ ਗਈ, ਉਹਨੂੰ ਉਹ ਮਾਹੌਲ ਚੰਗਾ ਲੱਗਣ ਲੱਗ ਗਿਆ, ਜਿਹੜਾ ਇਨਵਾਇਰਮੈਂਟ ਆ ਜਦੋਂ ਤੁਸੀਂ ਉਹਦੇ ਲਈ ਕ੍ਰੀਏਟ ਕਰ ਦਿੱਤਾ, ਉਹ ਸਲੋਲੀ, ਹਾਂ ਉਹਦੇ ਲਈ ਟਾਈਮ ਲੱਗੂਗਾ ਦੂਜਿਆਂ ਬੱਚਿਆਂ ਨਾਲੋਂ ਕੰਪੇਅਰਟਿਵ ਐਕਟਿਵ ਬੱਚਿਆਂ ਲਈ, ਪਰ ਕੋਈ ਵੀ ਬੱਚਾ ਬਿਨਾਂ ਟੈਲੈਂਟ ਤੋਂ ਨਹੀਂ। ਮੈਂ ਇਹ ਕਹਿੰਦਾ ਵੀ ਹਰ ਬੱਚੇ ਕੋਲ ਟੈਲੈਂਟ ਆ। ਓਪਰਚੁਨਿਟੀ ਅਪਰੋਪਰੀਏਟ ਟ੍ਰੇਨਿੰਗ ਦੀ ਕਿਹਨੂੰ ਮਿਲਦੀ ਆ, ਉਹ ਬੱਚਾ ਜਿਹੜਾ ਉਹ ਸਕਸੈਸਫੁਲ ਹੋ ਜਾਂਦਾ। ਇੱਕ ਮੈਂ ਜੇ ਬਹੁਤ ਬਰੀਫਲੀ ਆਨਸਰ ਕਰ ਸਕੋ ਤੁਸੀਂ, ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਜੀ ਮਨੀ ਤੇ ਸਪੋਰਟਸ ਦਾ ਕੀ ਸੰਬੰਧ ਆ? ਇੱਥੇ ਦੇਖੋ, ਇੰਡੀਆ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ ਉਹ ਸਹੂਲਤਾਂ ਕਰਕੇ ਰਹਿ ਗਿਆ, ਬੰਦਾ ਸਹੂਲਤਾਂ ਕਰਕੇ ਰਹਿ ਗਿਆ, ਉਹ ਜਾ ਹੀ ਨਹੀਂ ਸਕਿਆ ਕਿਸੇ ਪੱਧਰ ਤੱਕ। ਮੈਂ ਤੁਹਾਨੂੰ ਇੱਥੇ ਦੱਸਦਾ ਵੀ ਜਿਹੜੀ ਐਮੇਚਿਓਰ ਸਪੋਰਟਸ ਹੈ ਇੱਥੇ ਮਿਲਦਾ ਹੀ ਉਹਨੂੰ ਕੁਛ ਨਹੀਂ। ਅੱਛਾ। ਇੱਥੇ ਜਿਹੜੀ ਬਿਜ਼ਨਸ ਸਪੋਰਟਸ ਹੈ, ਜਿਹੜੀ ਪ੍ਰੋਟੈਕਟ ਕਰ ਰਹੀ ਆ ਬਿਜ਼ਨਸ ਸਪੋਰਟਸ ਨੂੰ, ਜਿਹੜੀ ਇਹ ਢਾਂਚਾ ਆ। ਇੱਕ ਮੈਂ ਤੁਹਾਨੂੰ ਸ਼ੇਅਰ ਸੁਣਾਉਣਾ, ਮੈਂ ਸਾਡੇ ਪਿੰਡ ਦੇ ਮੇਰੇ ਮਿੱਤਰ ਦਾ, ਲੋਕਾਂ ਨੂੰ ਕੌਣ ਦੱਸੇ ਮੰਜ਼ਿਲ ਦਾ ਠੀਕ ਰਸਤਾ, ਗੁੰਮਰਾਹ ਹੋ ਗਏ ਨੇ ਰਸਤਾ ਦਿਖਾਉਣ ਵਾਲੇ, ਸੁਸ਼ੀਲ ਦੋਸਾਂਝ। ਅਤੇ ਇਹ ਜਿਹੜਾ ਢਾਂਚਾ ਬਣਾਇਆ ਆ, ਇਹ ਹੈਗਾ ਪ੍ਰੋਟੈਕਟ ਕਰਨਾ ਜਿਹੜੀ ਇੱਥੇ ਦੀ ਬਿਜ਼ਨਸ ਸਪੋਰਟਸ ਆ। ਬਿਜ਼ਨਸ ਸਪੋਰਟਸ ਜਿਹੜੀ ਆ ਉਹ ਅਮੀਰ ਆਦਮੀ ਦੀ ਆ। ਐਮੇਚਿਓਰ ਸਪੋਰਟਸ ਨੂੰ ਇੱਥੇ ਕੋਈ ਵੀ ਇੰਨੇ ਕੋਈ ਪੈਸੇ ਨਹੀਂ ਮਿਲਦੇ। ਈਵਨ ਇੰਡੀਆ ਦੇ ਵਿੱਚ, ਥਰਡ ਵਰਲਡ ਕੰਟਰੀ ਦੇ ਵਿੱਚ, ਜੇ ਕੋਈ ਗੋਲਡ ਮੈਡਲਿਸਟ ਹੋ ਜਾਂਦਾ, ਤੁਹਾਨੂੰ ਮੈਂ ਦੱਸਦਾ ਵੀ ਡਿਲਨ ਆਰਮਸਟਰੋਂਗ, ਰਾਈਟ, ਓਲੰਪਿਕ ਮੈਡਲਿਸਟ, ਨੈਸ਼ਨਲ ਰੈਕਡ ਹੋਲਡਰ, ਸਿੰਪਲ ਇੱਕ ਕੋਚ ਕਰ ਰਿਹਾ ਕੈਮਲੂਪ ਦੇ ਵਿੱਚ। ਗੈਰੀ ਰੀਡ, ਸੈਕੰਡ ਵਰਲਡ ਚੈਂਪੀਅਨਸ਼ਿਪ ਦੇ ਵਿੱਚ, ਚੌਥਾ ਓਲੰਪਿਕ ਦੇ ਵਿੱਚ, ਰੀਅਲ ਸਟੇਟ ਆ, ਰਾਈਟ। ਐਮੇਚਿਓਰ ਸਪੋਰਟਸ ਦੇ ਟਨਸ ਆਫ ਪੀਪਲ ਜਿਹੜੇ ਆ, ਮੈਂ ਤੁਹਾਨੂੰ ਈਵਨ ਡੋਨਵਨ ਬੇਲੀ, ਉਹਦੀ ਹੁਣ ਕੋਈ ਐਂਡੋਰੈਂਸ ਥੋੜ੍ਹਾ, ਉਹਨੂੰ ਕੋਈ ਲਾਈਫ ਦੇ ਲਈ ਕੋਈ ਇੱਦਾਂ ਦੀ ਥੋੜ੍ਹੀ ਕੋਈ ਜੋਬ ਮਿਲੀ ਸੀ, ਰਾਈਟ। ਇੱਥੇ ਤਾਂ ਬਹੁਤ ਜਿਹੜੇ ਰੈਕਡ ਹੋਲਡਰ, ਵਰਲਡ ਰੈਕਡ ਹੋਲਡਰ ਜਿਹੜੇ ਆ, ਉਹਨਾਂ ਨੇ ਕਰੀਅਰ ਹੋਰ ਪੈਕ ਕੀਤੇ ਆ। ਪਰ ਇਸੇ ਕਰਕੇ ਮੈਂ ਕਹਿੰਦਾ ਸਪੋਰਟਸ ਪੈਸਾ ਬਣਾਉਣ ਦੇ ਲਈ ਨਹੀਂ ਇਕੱਲੀ। ਸਪੋਰਟਸ ਦੇ ਥਰੂ ਜਿਹੜੀ ਉਹਨਾਂ ਨੇ ਐਜੂਕੇਸ਼ਨ ਚੰਗੀ ਲੈ ਲੈਣੀ ਆ, ਉਹਨਾਂ ਨੇ ਵੱਖਰਾ ਕਰੀਅਰ ਜਿਹੜਾ ਪੈਕ ਕਰਨਾ ਬਾਅਦ ਦੇ ਵਿੱਚ, ਜਦੋਂ ਰਿਟਾਇਰ ਹੁੰਦੇ ਆ, ਉਹ ਕਾਬਲ ਹੋਣ ਉਹਨਾਂ ਦੇ। ਸਪੋਰਟਸ ਦੇ ਵਿੱਚ ਜਾਣ ਲਈ ਪੈਸਾ ਅੜਿੱਕਾ ਬਣਦਾ? ਹਾਂ, ਜੇ ਇੱਕ ਗਰੀਬ ਪੇਰੈਂਟਸ ਆ ਜਿਹੜੇ ਦੋਨੇ ਕੰਮ ਕਰਦੇ ਆ, ਜਿਹੜੇ ਅਫੋਰਡ ਨਹੀਂ ਕਰ ਸਕਦੇ ਟਾਈਮ ਦੇਣ ਲਈ ਬੱਚੇ ਲਈ, ਉਹ ਮੁਸ਼ਕਿਲ ਹੋ ਸਕਦੀ ਆ। ਪਰ ਉਹਨਾਂ ਦੇ ਲਈ ਵੀ ਮੈਂ ਇਹ ਕਹੂੰਗਾ ਵੀ ਘਰ ਜ਼ਰੂਰੀ ਨਹੀਂ, ਬੱਚਿਆਂ ਦੇ ਜਿਹੜੇ ਆ ਉਹ ਬੈਸਟ ਇਨਵੈਸਟਮੈਂਟ ਆ। ਪ੍ਰਾਇਰਟੀ ਜਿਹੜੀ ਆ ਬੱਚਿਆਂ 'ਤੇ ਰੱਖੋ, ਨਾ ਕਿ ਬਿਲਡਿੰਗਾਂ 'ਤੇ ਰੱਖੋ, ਫਿਰ ਕੋਈ ਗਲਤੀ ਨਹੀਂ ਹੁੰਦੀ। ਸਮਾਂ ਆਪਣੇ ਕੋਲ ਬਹੁਤ ਥੋੜਾ। ਪ੍ਰਗਟ ਮੱਟੂ ਜੀ ਇੱਕ ਵਾਰੀ ਫਿਰ ਆਏ ਨੇ, ਪ੍ਰਗਟ ਮੱਟੂ ਜੀ। ਹਾਂਜੀ ਪ੍ਰਗਟ ਜੀ। ਹਾਂਜੀ, ਮੈਂ ਦੁਬਾਰਾ ਆਉਣਾ। ਫਿਰ ਮੈਂ ਜੋ ਭਾਜੀ ਉਹਨਾਂ ਕੋਲੋਂ ਆਨਸਰ ਕਰ ਹੀ ਦਿੱਤਾ, ਭਾਈ ਬਸ ਮੈਂ ਇੱਕ ਗੱਲ ਐਡ ਹੋਰ ਕਰਨੀ ਚਾਹੁੰਦਾ। ਇਹ ਕਹਿੰਦੇ ਸੀ ਕੋਈ ਦੋਸਤੋ ਨੋਕਸ ਕੱਢਣ ਤਾਂ ਨਹੀਂ ਆਇਆ ਬੇਸਿਕਲੀ। ਮੇਰਾ ਇਹਨਾਂ ਨੂੰ ਇਹ ਸਵਾਲ ਆ ਵੀ ਇਸ ਕਲੱਬ ਨੂੰ ਜ਼ਿਆਦਾ ਕਮਰਸ਼ਲਾਈਜ਼ ਕੀਤਾ ਜਾਵੇ, ਨੰਬਰ ਫਿਗਰ ਵਧਣ, ਵੱਡੇ ਹੋਣ, ਸਾਡੇ ਕੋਲ ਜ਼ਿਆਦਾ ਕੋਚਾਂ ਦੇ ਨੰਬਰ ਜ਼ਿਆਦਾ ਹੋਣ। ਔਰ ਭਾਜੀ ਨੇ ਨੁਕਸ ਕਹਿ ਲਓ ਜਾਂ ਇਹਨਾਂ ਦੀ ਖੂਬੀ ਕਹਿ ਲਓ, ਇਹਨਾਂ ਨੇ ਕਦੇ ਪੈਸੇ ਬਣਾਉਣ ਵਾਲਾ ਕੰਮ ਨਹੀਂ ਕੀਤਾ। ਸੋ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਵੀ ਜਿਹੜੀ ਕਲੱਬ ਐਕਸਪੈਂਡ ਹੋਵੇ ਔਰ ਇਹਨਾਂ ਤੋਂ ਬਾਅਦ ਵੀ ਇਹ ਚੱਲਦੀ ਰਹੇ।
ਉਹਦੇ ਬਾਰੇ ਸਾਡਾ ਕੀ ਪ੍ਰੋਗਰਾਮ ਹੈ, ਉਹਦੇ ਬਾਰੇ ਸਾਰਾ ਜਿਹੜਾ ਲੋਕਾਂ ਨੂੰ ਦੱਸੋ। ਮੈਂ ਤੈਨੂੰ ਆਉਣ ਵਾਲੇ ਬੋਰਡ ਦਾ ਮੈਂਬਰ ਬਣਾ ਦੇਣਾ, ਜ਼ਿੰਮੇਵਾਰੀ ਤੇਰੀ ਇਹ। ਥੈਂਕ ਯੂ। ਇਹ ਹੋ ਜਾਊਗਾ, ਇਹ ਪਰਗਣ ਹੌਲੀ ਹੌਲੀ ਜਿੱਦਾਂ ਲੋੜ ਬਣਦੀ ਜਾਂਦੀ ਹੈ, ਇੱਦਾਂ ਕੋਈ ਨਾ ਕੋਈ ਸਹੂਲਤ ਨਿਕਲਦੀ ਜਾਂਦੀ ਆ। ਸੋ ਇਹ ਜ਼ਰੂਰੀ ਆ, ਹਾਂ ਬਣੂਗਾ ਜ਼ਰੂਰ, ਕੁਛ ਨਾ ਕੁਛ ਹੋਊਗਾ। ਅਗਲੇ ਸਾਡੇ ਇੱਕ ਲਿਸਨਰ ਕੁਇਕਲੀ ਮੈਂ ਹੋਰ ਲੈ ਰਹੀ ਹਾਂ। ਹਾਂਜੀ ਧਾਲੀਵਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੀ ਵਾਰੀ ਇਹਨਾਂ ਨੂੰ ਇੱਥੇ 40 ਸਾਲ ਹੋ ਗਏ ਰਹਿੰਦੇ ਨੂੰ, ਪਹਿਲੀ ਵਾਰ ਸੁਣਿਆ, ਅੱਛਾ ਜੀ। ਜਾਂ ਹੋ ਸਕਦਾ ਮੇਰੇ ਕੋਲ ਅੱਗੇ ਮੌਕਾ ਨਾ ਮਿਲਿਆ ਹੋ। ਤੇ ਕੀ ਇਹ ਬੱਚਿਆਂ ਨੂੰ ਰੈਸਲਿੰਗ ਦੀ ਵੀ ਟ੍ਰੇਨਿੰਗ ਦਿੰਦੇ ਆ ਪਲੀਜ਼? ਨਹੀਂ ਜੀ ਧਾਲੀਵਾਲ ਸਾਹਿਬ, ਮੈਂ ਟਰੈਕ ਐਂਡ ਫੀਲਡ ਦਾ ਕੋਚ ਆ। ਮੇਰੀ ਪਰਸਨਲ ਜਿਹੜੀ ਆ ਇਹ ਦੂਸਰੀ ਆ। ਹਾਂ, ਕੰਡੀਸ਼ਨਿੰਗ ਕੋਚਿਸ ਬਹੁਤ ਸਾਰੇ ਮੰਗ ਕਰਦੇ ਹੁੰਦੇ ਆ, ਪਰ ਟਾਈਮ ਨਹੀਂ ਹੈ ਕੋਈ ਵੀ। ਰੈਸਲਿੰਗ ਦੀ ਨਹੀਂ ਹੈ ਇਹ ਕਲੱਬ। ਜਿਹੜੇ ਐਥਲੈਟਿਕਸ ਜਿਹਦੇ ਵਿੱਚ ਜੰਪ, ਰਨ ਅਤੇ ਥਰੋਆਂ ਜਿਹੜੀਆਂ ਆ ਇਹ ਇਵੈਂਟ ਹੁੰਦੇ ਆ, ਉਹਨਾਂ ਦੀ ਇਹ ਕਲੱਬ ਆ। ਚਲੋ ਜੇ ਕਿਦਾ ਤੁਹਾਨੂੰ ਸਿੱਧੀ ਪੰਜਾਬੀ 'ਚ ਦੱਸਦੇ ਆ। ਹਾਂਜੀ। ਰੈਸਲਿੰਗ ਦੀ ਕਦਰ ਹੁਣ ਪੈਣ ਲੱਗੀ ਆ ਇੰਡੀਆ ਦੇ ਵਿੱਚ, ਤੇ ਪਹਿਲਾਂ ਹੈ ਨਹੀਂ ਸੀ, ਕਿਉਂਕਿ ਤੁਹਾਨੂੰ ਵੀ ਪਤਾ ਹੈ, ਮੈਂ ਵੀ ਦੇਖਦਾ YouTube ਤੇ। ਇੱਥੇ 40 ਕੁ ਸਾਲ ਦੇ ਵਿੱਚ ਮੈਂ ਦੇਖਿਆ ਪਹਿਲੀ ਵਾਰ ਬੌਬ ਮੋਲੀ ਸੈਕੰਡ ਪੋਜੀਸ਼ਨ ਇਨ ਵਰਲਡ, ਫਿਰ ਉਹ ਤੋਂ ਬਾਅਦ ਜੈਫ ਨੂਈ, ਫਿਰ ਉਹ ਤੋਂ ਬਾਅਦ ਹੋਰ ਕਈ ਆਏ ਆ। ਇੱਕ ਬਹੁਤ ਮੇਰੀ ਫੇਵਰਟ ਦਾ ਬੰਦਾ ਆ ਜਿਹੜਾ ਕਿ ਕ੍ਰਿਸ ਵੈਲਸਨ ਤੇ ਕ੍ਰਿਸ ਰੈਂਕੀ ਜੀ। ਤੇ ਰੈਸਲਿੰਗ ਦੇ ਵਿੱਚ ਮੈਂ ਖੁਦ ਜਾ ਕੇ SFU ਦੇ ਵਿੱਚ ਦੇਖਦਾ। ਹਾਂਜੀ, ਉੱਥੇ ਮੈਂ ਦੇਖਦਾ ਰਹਿਣਾ ਜੀ। ਪਰ ਹੋਰ ਆਪਣੇ ਇੰਡੀਆ ਦੇ ਵੀ ਹੋਏ ਆ ਮੁੰਡੇ ਜੀ, ਇਹ ਨਹੀਂ ਮੈਂ ਕਹਿੰਦਾ ਨਹੀਂ ਹੋਏ। ਤਾਰਾ ਭੁੱਲਰ ਹੋਇਆ ਦਾ ਮੁੰਡਾ ਹੋਇਆ, ਹੈਗੇ ਆ। ਆਪਣਾ ਜੀ ਹੁਣ ਮੁੰਡਾ ਅਮਰ ਢੇਸੀ ਸ਼ੀਰੀ ਦਾ ਲੜਕਾ, ਉਹ ਓਲੰਪਿਕ ਆਪਣੇ ਕੈਨੇਡਾ ਨੂੰ ਰਿਪਰੈਜ਼ੈਂਟ ਕਰ ਰਿਹਾ। ਜੋਗੀ ਜੋਹਲ, ਉਹਨੇ ਪਹਿਲਾਂ ਆਪਣਾ ਓਲੰਪਿਕ 'ਚ ਰਿਪਰੈਜ਼ੈਂਟ ਕੀਤਾ ਰੈਸਲਿੰਗ ਦੇ ਵਿੱਚ। ਰੈਸਲਿੰਗ ਪਹਿਲਾਂ ਤੋਂ ਆਪਣੀ ਕਮਿਊਨਿਟੀ ਦੇ ਵਿੱਚ ਪਾਪੂਲਰ ਹੈ। ਧਾਲੀਵਾਲ ਜੀ ਟਾਈਮ ਮੇਰੇ ਕੋਲ ਖਤਮ ਹੈ ਆਲਮੋਸਟ। ਕੁਝ ਹੋਰ ਕਹਿਣਾ ਤੁਸੀਂ? ਨਹੀਂ, ਹੋਰ ਤੇ ਮੈਂ ਇਹੀ ਕਹਿਣਾ ਆ ਕਿ ਕੋਈ ਬੁਰਾ ਨਾ ਮਹਿਸੂਸ ਕਰੇ। ਜਿੰਨੀ ਫਾਸਟ ਇੱਧਰਲੇ ਵਾਈਟ ਮੁੰਡੇ ਲੜਦੇ ਆ, ਉਹਨੇ ਆਪਣੇ ਨਹੀਂ ਲੜਦੇ। ਜੋਗੀ ਜੋ ਪਹਿਲੀ ਵਾਰ ਗਿਆ ਸੀ ਤੇ ਰਸ਼ੀਆ ਦੇ ਮੁੰਡੇ ਤੋਂ ਹਰਿਆ ਸੀ। ਹੋਰਨਾਂ ਦਾ ਬਾਰੇ ਮੈਨੂੰ ਪਤਾ, A to Z ਸਾਰਿਆਂ ਬਾਰੇ ਮੈਂ ਇੱਦਾਂ ਇਹ ਤੇ ਨਹੀਂ ਕਹਿਣਾ ਮੰਗਦਾ। ਬਸ ਥੈਂਕ ਯੂ ਸੋ ਮਚ ਜੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਲਾਸਟ ਕਾਲਰ ਕੁਇਕਲੀ, ਸਿਰਫ 30 ਸੈਕਿੰਡ ਦੇ ਵਿੱਚ ਆਪਣੀ ਗੱਲ ਕਹਿ ਦਿਓ ਪਲੀਜ਼। ਹਾਂਜੀ, ਮੈਂ ਤਾਂ ਇਹਨਾਂ ਨੂੰ ਦੱਸ ਦਿੰਦੀ ਹਾਂ ਤੇ ਮੈਂ ਚਾਹੁੰਦੀ ਹਾਂ ਜੇ ਐਸੀ ਦਰਦੀ, ਐਸੀ ਸੱਚੀ ਸੇਵਾ ਭਾਵਨਾ ਨਾਲ ਸਾਡੇ ਸਾਰੇ ਡਾਕਟਰ, ਨਰਸਾਂ, ਟੀਚਰ, ਟਰਸਟੀਜ਼, MLA, MP ਸਾਰੇ ਇਸ ਭਾਵਨਾ ਨਾਲ ਸੇਵਾ ਕਰਨ, ਆਪਦੀ ਜੋਬ ਕਰਨ, ਤੇ ਮੇਰਾ ਖਿਆਲ ਇੱਥੇ ਸਵਰਗ ਬਣ ਜਾਏ। ਥੈਂਕ ਯੂ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਜੈਸੀ ਜੀ ਅਖੀਰ 'ਚ ਕੀ ਕਹਿਣਾ ਚਾਹੁੰਦੇ ਸਾਡੇ ਸੁਣਨ ਵਾਲਿਆਂ ਨੂੰ? ਬਸ ਇਹੀ ਕਹਿਣਾ ਚਾਹੁੰਦਾ ਵੀ ਖੁਸ਼ ਰਹੋ, ਆਬਾਦ ਰਹੋ। ਇਹੀ ਆ ਮੇਰੀ ਭਾਵਨਾ। ਥੈਂਕ ਯੂ ਸੋ ਮਚ, ਤੁਸੀਂ ਸਮਾਂ ਕੱਢਿਆ। ਥੈਂਕ ਯੂ ਨਵਜੋਤ।